श्री वाहिगुरु साहिब जीओ। परी कबीर तास्यों प्रीत कर, जाको ठाकर राम। पंडित राजे भूपति, आवहै कोने काम। कबीर तास्यों प्रीत कर, जाको ठाकर राम। वाहिगुरु जी का खालसा, वाहिगुरु जी की फतेह। पातुत पावन भगत वत्सल कृपा निदान, हाजरा हजूर जाहरा जहूर, सर्व कला भरपूर। दीन दुनिया दे मालक सतगुरु धन साहिब श्री गुरु ग्रंथ साहिब जी महाराज। गुरु संगत जी जो आप जी सच्चे पातशाह जी दे चरना कमलों दे विच हाजरियां भर रहे हो। गुरु साहिब सच्चे पातशाह जी की महान कृपा बख्शिश होई है। सतगुरां जी दे दर्शन दीदारे करन दा, गुरबाणी पढ़न दा सुभागा समा मिलिया है, प्राप्त होया है। गुरु साहिब जी के दर्शन करन दा वो अखां सफलियां ने जदों महाराज दे दर्शन करदियां ने। इस करके सतगुरु सच्चे पातशाह जी की दया दृष्टि कृपा हुई है। गुरु साहिब जी के दर्शन परसन का सुभागा समा प्राप्त होया। आओ अपने मन दीयां बिरतियां नूं एकाग्र करके ब्रह्म ज्ञानी महाराज बाबा कबीर साहिब जी, भगत कबीर साहिब जी के पवित्र सलोक धन गुरु अर्जन देव सच्चे पातशाह जी महाराज भाई गुरदास जी तो लिखवा रहे ने। महाराज भगत कबीर साहिब जी कांशी दे विच रहिंदे ने। उथे महाराज परम उपदेश गुरु संगतां नूं, इस दुनिया नूं, संसार दे जीवां नूं रब्बी बाणी उचार के बख्शदे ने। और साध संगत जी भुल्ली भटकी हुई दुनिया नूं सच दे मार्ग ते वहम भरम पखंड तो दूर करके भगत जी वाहिगुरु परमेश्वर दे नाल जो प्रेम है, वाहिगुरु निरंकार नाल जो प्यार है, वो प्यार करना सिखाउंदे है, दसदे है। इउं साध संगत जी करदे ने। ते इस करके आओ आप धनता दे जो संगतां जो महाराज दे दर ते आउंदियां ने, बैठ के अमृतमयी कथा नूं सुणदियां ने। साध संगत जी गुरबाणी ने उहनूं धन आखिया। महाराज कहंदे जिहड़े वाहिगुरु परमेश्वर दे नाम नूं कहिंदे ने, बहुत थावां ते गुरु साहिब जी ने बचन कीते है कि वो धनता दे योग ने, चंगे है। महाराज कहंदे बहुते चंगे ने वो। वाहिगुरु जी का नाम मुखों कहिंदे इस कलयुग दे विच
ਸਤਿਗੁਰੂ ਜੀ ਕਹਿੰਦੇ ਧੰਨ ਧੰਨ ਕਲਯੁਗ ਨਾਨਕਾ ਜੋ ਚੱਲਹਿ ਸਤਿਗੁਰ ਭਾਏ। ਇਸ ਕਲਯੁਗ ਦੇ ਵਿੱਚ ਧੰਨਤਾ ਦੇ ਯੋਗ ਨੇ ਉਹ ਜੋ ਚੱਲਹਿ ਸਤਿਗੁਰ ਭਾਏ। ਭਾਏ ਨਾਮ ਪ੍ਰੇਮ ਦਾ, ਜੋ ਗੁਰੂ ਦੇ ਪ੍ਰੇਮ ਵਿੱਚ ਚੱਲਦੇ ਹੈ। ਅੱਛਾ, ਭਾਈ ਗੁਰਦਾਸ ਕੀ ਕਹਿੰਦੇ ਨੇ? ਮਹਾਰਾਜ ਗੁਰੂ ਘਰ ਦੇ ਵੇਦ ਵਿਆਸ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਮਾਮਾ ਜੀ ਹੈ ਭਾਈ ਗੁਰਦਾਸ ਜੀ। ਗੁਰੂ ਘਰ ਦੇ ਵੇਦ ਵਿਆਸ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਦੇਖੋ ਕੀ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਮੈਂ ਕੁਰਬਾਨ ਜਾਨਾ ਉਹਨਾਂ ਤੋਂ ਜੋ ਪਿਛਲੀ ਰਾਤੀ ਉੱਠ ਕੇ ਬਹਿ ਜਾਂਦੇ ਨੇ। ਆਖਿਆ ਨਾ, ਆਹੀ ਸ਼ਲੋਕਾਂ 'ਚ ਕਬੀਰ ਜੀ ਨੇ ਆਖਿਆ। ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਦ। ਅੱਗੇ ਆਉਣਗੇ ਸ਼ਲੋਕ ਮਹਾਰਾਜ ਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ। ਅੱਛਾ, ਕੱਲਾ ਬਹਿਣਾ ਹੀ ਨਹੀਂ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਦੇਖੋ ਨਹਾਉਣ ਦਾ ਬਚਨ ਕਰਦੇ ਇਸ਼ਨਾਨ। ਕੁਰਬਾਨੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਪਹਿਲਾਂ ਕੁਰਬਾਨ ਜਾਨਾ ਉਹਨਾਂ ਤੋਂ ਜਿਹੜੇ ਪਿਛਲੀ ਰਾਤੀ, ਪਿਛਲੀ ਰਾਤ ਕਿਹੜੀ? 3 ਤੋਂ 6 ਵਜੇ ਤੱਕ ਦਾ ਸਮਾਂ ਹੈ, ਅੰਮ੍ਰਿਤ ਵੇਲਾ ਹੈ। 3 ਵਜੇ ਉੱਠ ਖੜ੍ਹਦੇ ਹੈ, 2:30 ਵਜੇ ਉੱਠ ਖੜ੍ਹਦੇ ਨੇ ਜਿਹੜੇ। ਅੰਮ੍ਰਿਤ ਵੇਲੇ ਉੱਠ ਕੇ ਫਿਰ ਕੀ ਕਰਦੇ? ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਦਾ ਬਚਨ ਵੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ। ਕਹਿੰਦੇ ਨੇ ਕੁਰਬਾਨ ਜਾਣੇ ਆ ਉਹਨਾਂ ਤੋਂ ਅੰਮ੍ਰਿਤ ਵੇਲੇ ਨਹਾਉਂਦੇ ਨੇ ਜਿਹੜੇ, ਇਸ਼ਨਾਨ ਕਰਦੇ ਨੇ। ਹਾਲਾਂਕਿ ਗੁਰੂ ਜੀ ਨੇ ਕੇਸੀ ਇਸ਼ਨਾਨ ਕਰਨ ਦਾ ਹੁਕਮ ਕੀਤਾ ਹੈ ਮਰਜ਼ਾਦਾ ਦੇ ਵਿੱਚ। ਭਾਈ ਨੰਦ ਲਾਲ ਜੀ ਕਹਿੰਦੇ ਨੇ ਹਰ ਰੋਜ਼ ਕੇਸੀ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਅੱਗੇ ਹਾਜ਼ਰ ਹੋਣਾ। ਤੇ ਸਾਧ ਸੰਗਤ ਜੀ, ਕੁਰਬਾਨੀ ਤਿੰਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਪਰ ਇੱਕ ਮਨ ਇੱਕ ਚਿੱਤ ਹੋ ਕੇ ਹਰੀ ਵਾਹਿਗੁਰੂ ਦੇ ਜਾਪ ਨੂੰ ਜਪਣਾ। ਵਾਹਿਗੁਰੂ ਦੀ ਉਸਤਤੀ ਕਰਨੀ, ਵਡਿਆਈ ਕਰਨੀ, ਰਸਨਾ ਦੇ ਨਾਲ, ਕੰਨਾਂ ਦੇ ਨਾਲ ਸੁਣਨੀ। ਤੇ ਆਪਣੇ ਸਰੀਰ ਨੂੰ ਸਾਵਧਾਨ ਕਰਕੇ ਬਿਠਾਉਣਾ, ਸਾਵਧਾਨ ਕਰਕੇ। ਕਹਿੰਦੇ ਕੁਰਬਾਨ ਜਾਣੇ ਆ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਆਹ ਜਿਹੜਾ ਬਚਨ ਕਰਦੇ ਹੈ ਉਹ ਗੁਰਮੁਖੋ ਭਾਈ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਨਾ। ਗੁਰੂ ਜੀ ਕੁਰਬਾਨ ਜਾਂਦੇ ਨੇ ਉਹਦੇ ਤੋਂ। ਦੂਜਾ ਅਰਥ ਇਹ ਹੈ, ਅੰਤਰੀਵ ਅਰਥ ਇਹ ਹੈ, ਗੁਰੂ ਜੀ ਕੁਰਬਾਨ ਜਾਂਦੇ ਨੇ ਉਹਦੇ ਤੋਂ ਜਿਹੜੇ ਚੱਲ ਕੇ ਸਾਧ ਸੰਗਤ ਵਿੱਚ ਜੁੜਦੇ ਨੇ। ਭਾਈ ਸਾਹਿਬ ਕਹਿੰਦੇ ਸਾਧ ਸੰਗਤ ਚੱਲ ਜਾਏ ਜੁੜਨ ਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਸਾਧ ਸੰਗਤ ਵਿੱਚ ਜਾ ਕੇ ਆ ਕੇ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੁੜਦੇ ਨੇ। ਬਾਣੀ ਨਾਲ, ਕਥਾ ਨਾਲ, ਰੱਬ ਦੀ ਮਹਿਮਾ ਨਾਲ ਜੁੜਦੇ ਨੇ। ਮਹਾਰਾਜ ਕਹਿੰਦੇ ਕੁਰਬਾਨ ਜਾਣੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ। ਕੁਰਬਾਨ ਜਾਣੇ ਜਿਹੜੇ ਰੋਜ਼ ਗੁਰਬਾਣੀ ਨੂੰ ਸੁਣਦੇ ਨੇ। ਵੇਖੋ ਸਾਧ ਸੰਗਤ ਦੀ ਏਡੀ ਵੱਡੀ ਮਹਿਮਾ ਭਾਈ ਸਾਹਿਬ ਕਰ ਰਹੇ ਨੇ। ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲਿਖਿਆ, ਬਾਣੀ ਨੂੰ ਲਿਖਿਆ। ਹਰ ਪੜ੍ਹ ਹਰ ਲਿਖ ਹਰ ਗਾਓ ਹਰ ਭਵਜਲ ਪਾਰ ਉਤਾਰੀ।
ਭਾਈ ਸਾਹਿਬ ਕਹਿੰਦੇ ਨੇ ਮੈਂ ਕੁਰਬਾਨ ਜਾਨਾ ਉਹਦੇ ਤੋਂ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਗਾਉਂਦੇ ਨੇ, ਬਾਣੀ ਨੂੰ ਗਾਉਂਦੇ ਨੇ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ, ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਗਾਓ ਰਸਨਾ ਦੇ ਦੁਆਰਾ। ਇਸ ਕਰਕੇ ਧੰਨਤਾ ਦੇ ਯੋਗ ਹੋ ਜੋ ਆਪ ਜੀ ਬੈਠਦੇ ਆਓ ਸੁਰਤ ਨੂੰ ਜੋੜੀਏ ਫਿਰ ਉੱਥੇ। ਮਹਾਰਾਜ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਆਪ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੁਣ ਰਹੇ ਹੋ। ਦੀਨ ਦੁਨੀਆ ਦੇ ਮਾਲਕ ਗੁਰਬਾਣੀ ਦੇ ਦੁਆਰਾ ਸਾਨੂੰ ਕੀ ਸਮਝਾਉਂਦੇ ਐ, ਕੀ ਉਪਦੇਸ਼ ਬਖਸ਼ਦੇ ਐ। ਆਪਣੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਤਾਂ ਸਿਉ ਪ੍ਰੀਤ ਕਰ। ਸਾਧ ਸੰਗਤ ਜੀ, ਕੋਈ ਕਬੀਰ ਸਾਹਿਬ ਜੀ ਦਾ ਸਤ ਸੰਗੀ ਸੀ। ਉਹ ਸਾਧ ਸੰਗਤ ਜੀ ਹਰ ਰੋਜ਼ ਮਹਾਰਾਜ ਦੀ ਸਤ ਸੰਗਤ ਵਿੱਚ ਆਉਂਦਾ ਸੀ। ਕਬੀਰ ਸਾਹਿਬ ਜੀ ਦੀ ਸਤ ਸੰਗਤ ਕਰਦਾ ਸੀ। ਉਹ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਸੀ, ਕਹਿੰਦਾ ਸੀ। ਮਹਾਰਾਜ ਕਬੀਰ ਸਾਹਿਬ ਆਪ ਕਥਾ ਕਰਦੇ, ਗਿਆਨ ਬਖਸ਼ਦੇ ਐ। ਉਹ ਸਾਧ ਸੰਗਤ ਜੀ ਰੋਜ਼ ਆਇਆ ਕਰੇ। ਇੱਕ ਦਿਨ ਸਾਧ ਸੰਗਤ ਜੀ ਕੀ ਹੋਇਆ, ਉਹ ਸਤ ਸੰਗਤ ਕਰਨੋਂ ਹਟ ਗਿਆ। ਜਦੋਂ ਸਤ ਸੰਗਤ ਕਰਨੋਂ ਹਟਿਆ, ਸਾਧ ਸੰਗਤ ਜੀ ਕਬੀਰ ਸਾਹਿਬ ਜੀ ਇੱਕ ਦਿਨ ਉਹਨੂੰ ਮਿਲ ਗਏ। ਜਦੋਂ ਕਬੀਰ ਸਾਹਿਬ ਜੀ ਮਿਲੇ ਐ ਤੇ ਸਾਧ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਹੇ ਭਾਈ ਤੂੰ ਤੇ ਸਤ ਸੰਗੀ ਸੀ, ਰੋਜ਼ ਸਤ ਸੰਗਤ ਕਰਦਾ ਸੀ, ਨਿਤਾ ਪ੍ਰਤੀ ਸਤ ਸੰਗਤ ਕਰਦਾ ਸੀ, ਤੂੰ ਕਦੇ ਨਾਗਾ ਨਹੀਂ ਸੀ ਪਾਉਂਦਾ। ਹੁਣ ਤੈਨੂੰ ਕਿੰਨੇ ਹੀ ਮਹੀਨੇ ਹੋ ਚੁੱਕੇ ਐ, ਆਉਂਦਾ ਹੀ ਨਹੀਂ ਐ ਤੂੰ ਸਤ ਸੰਗਤ ਕਰਨ ਵਾਸਤੇ। ਇਹ ਸਾਧ ਸੰਗਤ ਜੀ ਕਹਿਣ ਲੱਗਿਆ ਕਿ ਮਹਾਰਾਜ ਜੀ, ਹੇ ਸੰਤ ਜੀ, ਮਹਾਤਮਾ ਜੀ, ਮੇਰੀ ਹੁਣ ਉੱਠਣੀ ਬੈਠਣੀ ਰਾਜਿਆਂ ਮਹਾਰਾਜਿਆਂ ਨਾਲ ਹੋ ਗਈ ਹੈ। ਵੱਡੇ ਜਿਹੜੇ ਪੰਡਤ ਵਿਦਵਾਨ ਲੋਕ ਨੇ ਉਹਨਾਂ ਨਾਲ ਮੇਰਾ ਮਲਵਰਤਨ ਹੋ ਗਿਆ। ਇਸ ਕਰਕੇ ਹੁਣ ਸਤ ਸੰਗਤ ਕਰਨ ਦੀ ਫੁਰਸਤ ਹੀ ਨਹੀਂ ਮਿਲਦੀ, ਸਮਾਂ ਹੀ ਨਹੀਂ ਮਿਲਦਾ, ਕਹਿੰਦੇ ਟਾਈਮ ਹੀ ਨਹੀਂ ਮਿਲਦਾ। ਮਹਾਰਾਜ ਜੀ ਕੀ ਕਰੀਏ। ਸਾਧ ਸੰਗਤ ਜੀ ਕਬੀਰ ਸਾਹਿਬ ਜੀ ਨੇ ਜਦੋਂ ਇਉਂ ਸੁਣਿਆ, ਮਹਾਰਾਜ ਕਹਿਣ ਲੱਗੇ ਕਿ ਤੂੰ ਬੜੇ ਘਾਟੇ ਦਾ ਹੀ ਸੌਦਾ ਕੀਤਾ ਆ। ਕਿਉਂਕਿ ਸਾਧ ਸੰਗਤ ਦੀ ਜਿਹੋ ਜੀ ਸਤ ਸੰਗਤ ਹੁੰਦੀ ਏ ਉਹੋ ਜਿਹਾ ਹੀ ਉਹਦਾ ਮਨ ਹੋ ਜਾਂਦਾ ਹੈ। ਸਾਧ ਸੰਗਤ ਜੀ ਜੇ ਹੁਣ ਸਤ ਸੰਗਤ ਚੰਗੀ ਹੈ ਤੇ ਸੰਗਤ ਚੰਗੀ ਹੈ ਤਾਂ ਉਹਦੇ ਮਨ ਦੇ ਵਿਚਾਰ ਗੁਣ ਸਾਧ ਸੰਗਤ ਜੀ ਬੜੇ ਚੰਗੇ ਹੋਣਗੇ। ਸ਼ੁਭ ਗੁਣ ਉਹ ਧਾਰਨੀ ਹੋਵੇਗਾ, ਸ਼ੁਭ ਵਿਚਾਰਾਂ ਦਾ ਧਾਰਨੀ ਹੋਵੇਗਾ। ਜਿਸ ਦੀ ਸੰਗਤ ਮਾੜੀ ਹੈ, ਜਿਹੜਾ ਸਾਰੀ ਦਿਹਾੜੀ ਉਹਦਾ ਆਲਾ ਦੁਆਲਾ ਮਾੜਾ ਏ, ਤੇ ਸਾਧ ਸੰਗਤ ਜੀ ਉਸ ਦੇ ਮਨ ਦੇ ਵਿਚਾਰ ਤੇ ਗੁਣ ਸਾਧ ਸੰਗਤ ਜੀ ਜਿਹੜੇ ਔਗਣ ਨੇ ਉਹ ਮਾੜੇ ਹੀ ਹੋਣਗੇ। ਔਗਣਾਂ ਨਾਲ ਹੀ ਭਰਪੂਰ ਹੋਵੇਗਾ, ਉਹਦੇ 'ਚ ਔਗਣ ਹੀ ਔਗਣ ਹੋਣਗੇ। ਮਨ ਦੇ ਵਿਚਾਰ ਸ਼ੁਭ ਵਿਚਾਰ ਨਹੀਂ ਹੋਏਗੀ, ਮਨ ਸ਼ੰਕਾਵਾਦੀ ਹੋਏਗਾ। ਵਾਹਿਗੁਰੂ ਪਰਮੇਸ਼ਰ ਤੇ ਵੀ ਭਾਵਨਾ ਸ਼ਰਧਾ ਨਹੀਂ ਰੱਖੇਗਾ। ਸੰਗਤ ਦਾ ਐਡਾ ਸਾਧ ਸੰਗਤ ਜੀ ਪ੍ਰਭਾਵ ਹੁੰਦਾ ਹੈ। ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਆਖਿਆ, ਗੁਰੂ ਕਲਗੀਧਰ ਸਤਿਗੁਰਾਂ ਜੀ ਨੇ ਆਖਿਆ ਆ, ਮਹਾਰਾਜ ਕਹਿੰਦੇ ਰਹਿਤਵਾਨ ਗੁਰਸਿੱਖਾਂ ਦੀ ਸੰਗਤ ਕਰਨੀ 52 ਹੁਕਮਾਂ 'ਚ ਹੁਕਮ ਕੀਤੇ ਆ। ਮਹਾਰਾਜ ਕਹਿੰਦੇ ਨੇ ਜਿਹੜੇ ਰਹਿਤਵਾਨ ਗੁਰਸਿੱਖ ਨੇ ਉਹਨਾਂ ਦੀ ਸੰਗਤ ਕਰਨੀ ਹੈ। ਸਾਧ ਸੰਗਤ ਜੀ ਸੰਗਤ ਦਾ ਬੜਾ ਪ੍ਰਭਾਵ ਹੈ। ਇਸੇ ਕਰਕੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ। ਰੋਜ਼ ਕਹਿੰਦੇ ਆ ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਮਹਾਰਾਜ ਉਹਨਾਂ ਨਾਲ ਤੂੰ ਮਿਲਣਾ ਕਰ ਜਿਨ੍ਹਾਂ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਆਵੇ, ਜਿਨ੍ਹਾਂ ਨੂੰ ਵੇਖ ਕੇ ਵਾਹਿਗੁਰੂ ਦੀ ਯਾਦ ਆਵੇ। ਇਉਂ ਜਦੋਂ ਸਾਧ ਸੰਗਤ ਜੀ ਨੇ ਆਖਿਆ, ਕਬੀਰ ਸਾਹਿਬ ਮਹਾਰਾਜ ਨੇ ਉਸ ਵੇਲੇ ਉਪਦੇਸ਼ ਬਖਸ਼ ਕੀਤਾ ਆ। ਮਹਾਰਾਜ ਕਹਿੰਦੇ ਤੂੰ ਘਾਟੇ ਦਾ ਹੀ ਸੌਦਾ ਕੀਤਾ ਏ, ਕਿਉਂਕਿ ਇਹ ਜਿਹੜੇ ਰਾਜੇ ਮਹਾਰਾਜੇ ਪੰਡਤ ਵਿਦਵਾਨ ਲੋਕ ਨੇ ਇਹ ਮਹਾਰਾਜ ਕਹਿੰਦੇ ਅੰਤ ਵੇਲੇ ਤੇਰੇ ਸੰਗੀ ਨਹੀਂ ਬਣਨਗੇ। ਰਾਜੇ ਮਹਾਰਾਜੇ ਤਾਂ ਸਾਧ ਸੰਗਤ ਜਿਨ੍ਹਾਂ ਨੂੰ ਤੇ ਮਾਣ ਹੁੰਦਾ ਏ ਆਪਣੇ ਰਾਜ ਭਾਗ ਦਾ, ਮਾਇਆ ਦਾ, ਮਹਿਲ ਮਾੜੀਆਂ ਦਾ,
ਗੁਰੂ ਸਾਹਿਬ ਕਹਿੰਦੇ ਤੇਰਾ ਉੱਠਣਾ ਬੈਠਣਾ ਤਾਂ ਹੋ ਗਿਆ, ਪਰ ਤੂੰ ਇਹ ਘਾਟੇ ਦਾ ਹੀ ਸੌਦਾ ਕੀਤਾ, ਉਹ ਤੈਨੂੰ ਵਾਹਿਗੁਰੂ ਪਰਮੇਸ਼ਰ ਨਾਲ ਥੋੜ੍ਹੀ ਜੋੜਨਗੇ। ਸਤ ਸੰਗਤ ਤੂੰ ਕਰਨੋਂ ਹਟ ਗਿਆ, ਇਸ ਕਰਕੇ ਹੁਣ ਤੇਰੇ ਮਨ ਦੇ ਵਿਚਾਰ ਵੀ ਬਦਲ ਗਏ। ਸਾਧ ਸੰਗਤ ਜੀ, ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਰੋਜ਼ ਬਾਣੀ ਪੜ੍ਹੋ, ਰੋਜ਼ ਬਾਣੀ ਨੂੰ ਸੁਣ ਲਵੋ, ਰੋਜ਼ ਕਥਾ ਕੀਰਤਨ ਕਰ ਲਓ ਜਾਂ ਸੁਣ ਲਓ, ਕਿ ਸਾਡੇ ਮਨ ਦੇ ਵਿਚਾਰ ਸ਼ੁਭ ਰਹਿਣ, ਕਿਤੇ ਮਨ ਭਟਕ ਨਾ ਜਾਏ। ਰੋਜ਼ ਗੁਰੂ ਸਾਹਿਬ ਮੁਖ ਵਾਕ ਬਖਸ਼ਦੇ ਨੇ, ਹੁਕਮਨਾਮਾ ਸਾਹਿਬ ਬਖਸ਼ਦੇ ਨੇ। ਸੁਣੋ ਅੱਜ ਗੁਰੂ ਦੇਵ ਕੀ ਕਹਿੰਦੇ ਹੈ ਸਾਧ ਸੰਗਤ ਜੀ, ਕਿ ਸਾਡਾ ਮਨ ਭੱਜੇ ਨਾ, ਸਾਡਾ ਮਨ ਭਟਕੇ ਨਾ, ਸਾਡੇ ਮਨ ਦੇ ਵਿਚਾਰ ਸ਼ੁਭ ਰਹਿਣ। ਪਰ ਸਾਧ ਸੰਗਤ ਜੀ, ਮਨ ਸਤ ਸੰਗਤ ਕਰਦਾ ਹੀ ਨਹੀਂ ਹੈ। ਕਈ ਸਤ ਸੰਗਤ ਵਿੱਚ ਆ ਕੇ ਵੀ ਸਤ ਸੰਗਤ ਨਹੀਂ ਜੇ ਕਰਦੇ, ਮਨ ਸਤ ਸੰਗਤ ਤੋਂ ਹੀਣਾ ਹੋ ਜਾਂਦਾ ਹੈ। ਇਉਂ ਸਾਧ ਸੰਗਤ ਜੀ ਕਬੀਰ ਸਾਹਿਬ ਦੱਸਦੇ ਐ, ਕਹਿੰਦੇ ਤੂੰ ਘਾਟੇ ਦਾ ਬਾਹਲਾ ਮਾੜਾ ਸੌਦਾ ਕਰ ਲਿਆ। ਅਸਲ ਦੇ ਵਿੱਚ ਤੇ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਐ, ਕਹਿੰਦੇ ਕਾਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬਣਤਾ ਕਛ ਸੰਗ ਨਾ ਲੀਆ। ਮਹਾਰਾਜ ਕਹਿੰਦੇ ਨੇ ਕਾਕੋ ਮਾਤ ਪਿਤਾ ਸੁਤ ਧੀਆ, ਇਹ ਸੁਤ ਧੀ, ਸੁਤ ਪੁੱਤਰ ਧੀ ਲੜਕੀ ਤੇਰੀ। ਮਹਾਰਾਜ ਕਹਿੰਦੇ ਕਾਕੋ ਮਾਤ ਪਿਤਾ, ਤੇਰੇ ਮਾਤਾ ਪਿਤਾ ਧੀ ਪੁੱਤਰ, ਗ੍ਰਹਿ ਬਣਤਾ ਕਛ ਸੰਗ ਨਾ ਲੀਆ। ਜਦੋਂ ਤੂੰ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਇਹ ਲੋਕ ਨੂੰ ਛੱਡ ਕੇ ਪਰਲੋਕ ਜਾਵੇਂਗਾ, ਉਥੇ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੂੰ ਵੀ ਨਾਲ ਤੂੰ ਲੈ ਕੇ ਨਹੀਂ ਜਾਣਾ, ਕਛ ਸੰਗ ਨਾ ਲੀਆ। ਐਸੀ ਸੰਚ ਜੋ ਬਿਨ ਸਤ ਨਾਹੀ, ਉਹ ਪੰਜਵੇਂ ਸਵਾਮੀ ਜੀ 52 ਅੱਖਰੀ ਵਿੱਚ ਦੱਸਦੇ ਐ। ਸ਼੍ਰੀ ਸੁਖਮਣੀ ਸਾਹਿਬ ਤੋਂ ਪਹਿਲਾਂ 52 ਅੱਖਰੀ ਆਉਂਦੀ ਹੈ ਨਾ। ਗੁਰੂ ਸਾਹਿਬ ਕਹਿੰਦੇ ਨੇ ਕਿ ਮਹਾਰਾਜ ਕਹਿੰਦੇ ਐਸੀ ਸੰਚ ਜੋ ਬਿਨ ਸਤ ਨਾਹੀ, ਉਹ ਨਾਮ ਧਨ ਇਕੱਠਾ ਕਰੋ, ਉਹ ਕਰਮ ਇਕੱਠੇ ਕਰਨੇ ਚਾਹੀਦੀ ਹੈ, ਉਹ ਮੇਲ ਮਿਲਾਪ ਸੰਗਤ ਇਕੱਠੀ ਕਰੋ ਜਿਹੜੀ ਨਾਸ਼ ਨਹੀਂ ਹੁੰਦੀ। ਪਤ ਸੇਤੀ ਆਪਣੇ ਘਰ ਜਾਹੀ, ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬੋਹਰ ਨਾ ਆਇਆ। ਮਹਾਰਾਜ ਕਹਿੰਦੇ ਜਿਸ ਨੇ ਮਨ ਨੂੰ ਸਾਧਨ ਵਾਲੀ ਸੰਗਤ ਕਰਕੇ ਵਾਹਿਗੁਰੂ ਜੀ ਦੀ ਕੀਰਤੀ ਕੀਤੀ ਹੈ, ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਸੁਣਿਆ ਏ। ਮਹਾਰਾਜ ਦੱਸਦੇ ਐ, ਗੁਰੂ ਸਾਹਿਬ ਕਹਿੰਦੇ ਨਾਨਕ ਤੇ ਬੋਹਰ ਨਾ ਆਇਆ, ਉਹ ਦੁਬਾਰਾ ਨਹੀਂ ਦੁਨੀਆ ਤੇ ਆਇਆ। ਵਾਹਿਗੁਰੂ ਦੇ ਚਰਨਾਂ 'ਚ ਹੀ ਅਭੇਦ ਹੋ ਗਿਆ, ਮਹਾਰਾਜ ਦੀ ਜੋਤ ਵਿੱਚ ਉਸ ਦੀ ਜੋਤ ਵਲੀਨ ਹੋ ਗਈ। ਇਉਂ ਗੁਰੂ ਸਾਹਿਬ ਜੀ ਦੱਸਦੇ ਐ। ਸਾਧ ਸੰਗਤ ਜੀ, ਮਹਾਂਪੁਰਖ ਮਹਾਤਮਾ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਤੂੰ ਬਾੜਾ ਮਾੜਾ ਸੌਦਾ ਕਰ ਲਿਆ, ਸਤ ਸੰਗਤ ਛੱਡ ਕੇ, ਹੀਰਾ ਛੱਡ ਕੇ ਕੌਡੀ ਨੂੰ ਫੜ ਲਿਆ। ਇਉਂ ਦੱਸਦੇ ਨੇ ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਵਿਧਾਨ। ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਕਹਿੰਦੇ ਨੇ ਦੁਨੀਆ ਕੀਆਂ ਵਡਿਆਈਆਂ, ਦੁਨੀਆ ਦੀਆਂ ਜਿਹੜੀਆਂ ਵਡਿਆਈਆਂ ਨੇ ਭਾਈ ਕਿਸੇ ਕੰਮ ਨਹੀਂ ਆਉਂਦੀਆਂ। ਮਹਾਰਾਜ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਕਵਣੇ ਆਵੇ ਕਾਮ। ਔਰ ਗੁਰੂ ਸਾਹਿਬ ਜੀ ਨੇ ਇਹ ਵੀ ਗੁਰਬਾਣੀ 'ਚ ਬਚਨ ਕੀਤਾ ਏ। ਮਹਾਰਾਜ ਦੱਸਦੇ ਐ, ਕਹਿੰਦੇ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਅੱਗ 'ਚ ਤੂੰ ਜਾਲ ਦੇ। ਮਹਾਰਾਜ ਕਹਿੰਦੇ ਦੁਨੀਆ ਦੀ ਵਡਿਆਈਆਂ ਨੂੰ ਇਸੇ ਕਰਕੇ ਸਾਧ ਸੰਗਤ ਜੀ, ਅੱਗੀ ਸੇਤੀ ਜਾਲ, ਅੱਗ 'ਚ ਹੀ ਸਾੜ ਦਿੰਦੀ ਹੈ ਦੁਨੀਆ ਦੀ ਵਡਿਆਈ ਤਾਂ। ਇਉਂ ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਨੇ ਜਦੋਂ ਉਹ ਸੁਣਿਆ ਉਹਦੇ ਪਾਸੋਂ, ਕਹਿੰਦੇ ਬਾਹਲਾ ਮਾਲਾ ਸੌਦਾ ਤੂੰ ਕਰ ਲਿਆ, ਬਹੁਤਾ ਮਾੜਾ ਕਰਮ ਤੂੰ ਕੀਤਾ ਆ। ਇਹ ਰਾਜੇ ਲੋਕ ਤੇਰੀ ਸਹਾਇਤਾ ਥੋੜ੍ਹੀ ਕਰਨਗੇ। ਸਤ ਸੰਗਤ ਛੱਡ ਦਿੱਤੀ ਹੈ, ਸਤ ਸੰਗਤ ਨਾਲ ਹੀ ਮਨੁੱਖ ਤਰਦਾ ਆ। ਇਸੇ ਕਰਕੇ ਤੇ ਗੁਰੂ ਦੇਵ ਕਹਿੰਦੇ ਨੇ ਸੋਧਤ ਸੋਧਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਮਹਾਰਾਜ ਕਹਿੰਦੇ ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾਂ ਛੁਟਕਾਰਾ ਹੀ ਨਹੀਂ ਹੋ ਸਕਦਾ। ਵਿਣ ਸੰਗਤ ਅਹੰਕਾਰ ਨਾ ਭਗੈ, ਸਤ ਸੰਗਤ ਤੋਂ ਬਿਨਾਂ ਹੰਕਾਰ ਨਹੀਂ ਭਜਦਾ। ਤੇ ਜਿਸ ਦੇ ਮਨੁੱਖ ਅੰਦਰ ਹੰਕਾਰ ਹੈ, ਉਥੇ ਵਾਹਿਗੁਰੂ ਦਾ ਨਾਮ ਬਾਣੀ ਪ੍ਰਵੇਸ਼ ਹੀ ਨਹੀਂ ਕਰ ਸਕਦੀ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਮਹਾਰਾਜ ਕਹਿੰਦੇ ਹਉਮੈ ਤੇ ਮਹਾਰਾਜ ਦੇ ਨਾਮ ਨਾਲ ਵਿਰੋਧ ਹੈ, ਦੋਵੇਂ ਚੀਜ਼ਾਂ ਥੋੜ੍ਹੀ ਕਿਤੇ ਰਹਿੰਦੀਆਂ ਨੇ। ਮਹਾਰਾਜ ਕਹਿੰਦੇ ਮਨ 'ਚ। ਸਾਧ ਸੰਗਤ ਜੀ, ਇਉਂ ਕਹਿੰਦੇ ਇੱਕ ਭਾਂਡੇ ਵਿੱਚ ਇੱਕ ਹੀ ਵਸਤੂ ਪੈਂਦੀ ਹੈ ਨਾ,
ਉਸੇ ਪ੍ਰਕਾਰ ਮਹਾਰਾਜ ਕਹਿੰਦੇ ਮਨ ਰੂਪੀ ਭਾਂਡੇ 'ਚ ਜਾਂ ਤੇ ਹਉਮੈ ਰਹੇਗੀ ਜਾਂ ਨਾਮ ਰਹੇਗਾ। ਪਰ ਹਉਮੈ ਦਾ ਬੜਾ ਦੁੱਖ ਹੈ, ਹਉਮੈ ਦਾ ਵਿਕਾਰ ਜਿਹਦੇ ਅੰਦਰ ਹੈ ਤਾਂ ਮਹਾਰਾਜ ਕਹਿੰਦੇ ਪਾਪ ਹੀ ਹੁੰਦੇ ਰਹਿੰਦੇ ਐ, ਪਾਪ ਹੀ ਮਨੁੱਖ ਕਰਦਾ ਰਹਿੰਦਾ। ਏ ਭਾਈ ਤੂੰ ਘਾਟੇ ਦਾ ਸੌਦਾ ਕਰ ਲਿਆ। ਇਉਂ ਗੁਰੂ ਸਾਹਿਬ ਜੀ, ਕਬੀਰ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਪਰਮ ਉਪਦੇਸ਼ ਬਖਸ਼ਦੇ ਨੇ। ਕਬੀਰ ਤਾਂ ਸਿਉ ਪ੍ਰੀਤ ਕਰ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਸੰਤਾਂ ਮਹਾਤਮਾ ਰੱਬ ਦੇ ਪਿਆਰਿਆਂ ਨਾਲ ਪ੍ਰੀਤੀ ਲਾਇਆ ਕਰ। ਗੁਰੂ ਕਲਗੀਧਰ ਸਤਿਗੁਰੂ ਜੀ ਨੇ ਵੀ ਇਹੀ ਆਖਿਆ, ਰਹਿਤਵਾਨ ਗੁਰਸਿੱਖਾਂ ਦੀ ਸੰਗਤ ਕਰਨੀ, ਹੋਰਾਂ ਦੀ ਨਹੀਂ ਕਰਨੀ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ। ਬਾਸਣ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਇਹ ਦੁਨੀਆ ਤੇ ਸਾਧ ਸੰਗਤ ਜੀ ਕਾਲੀ ਹੋਈ ਪਈ ਹੈ ਪਾਪਾਂ ਨਾਲ, ਅਵਿਦਿਆ ਨਾਲ, ਅਗਿਆਨਤਾ ਦੇ ਨਾਲ, ਵਿਕਾਰਾਂ ਦੇ ਨਾਲ। ਇਹਨਾਂ ਦੇ ਮਨ ਕਾਲੇ ਹੋਏ ਐ, ਇਹਨਾਂ ਦੀ ਜੀਵ ਕਾਲੀ ਹੋਈ ਹੈ। ਸਾਧ ਸੰਗਤ ਜੀ ਤਨ ਵੀ ਕਾਲਾ ਹੋਇਆ ਪਿਆ ਏ। ਕਬੀਰ ਸਾਹਿਬ ਜੀ ਦੱਸਦੇ ਐ ਇਹਨਾਂ ਨਾਲ ਪ੍ਰੀਤੀ ਲਾ ਕੇ ਤੂੰ ਵੀ ਕਾਲਾ ਹੀ ਹੋ ਜਾਏਗਾ। ਕਾਹਤੋਂ ਪ੍ਰੀਤੀ ਲਾਉਣਾ ਏ? ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਪ੍ਰੀਤੀ ਲਾਇਆ ਕਰ। ਸਤ ਸੰਗਤ ਜਿਹੜੇ ਕਰਦੇ ਐ, ਸੰਤ ਮਹਾਤਮਾ ਰੱਬ ਦੇ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਕਹਿੰਦੇ ਐ, ਉਹਨਾਂ ਨਾਲ ਤੂੰ ਪ੍ਰੀਤ ਲਾ। ਜਾ ਕੋ ਠਾਕਰ ਰਾਮ, ਜਾ ਕੋ ਠਾਕੁਰ ਰਾਮ, ਜਿਨ੍ਹਾਂ ਦਾ ਭਾਈ ਮਾਲਕ ਰਵਿਆ ਹੋਇਆ ਰਾਮ ਪਰਮੇਸ਼ਰ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹਦੇ ਨਾਲ, ਉਹਨਾਂ ਨਾਲ ਤੂੰ ਪ੍ਰੀਤੀ ਲਾਇਆ ਕਰ। ਰੱਬ ਦੇ ਪਿਆਰਿਆਂ ਦਾ ਸੰਗ ਕਰ, ਜਿਨ੍ਹਾਂ ਦਾ ਮਾਲਕ ਮੇਰਾ ਵਾਹਿਗੁਰੂ ਠਾਕੁਰ ਪਰਮੇਸ਼ਰ ਰਾਮ ਹੈ। ਪੰਡਤ ਰਾਜੇ ਭੂਪਤੀ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਪੰਡਤ ਜਿਹੜੇ ਲੋਕ ਨੇ, ਵਿਦਵਾਨ ਨੇ, ਪੰਡਤ ਰਾਜੇ, ਪੰਡਤ ਰਾਜੇ ਭੂਪਤੀ। ਕਬੀਰ ਸਾਹਿਬ ਕਹਿੰਦੇ ਜਿਹੜੇ ਪੰਡਤ ਵਿਦਵਾਨ ਨੇ ਉਹ ਸਾਧ ਸੰਗਤ ਜੀ ਰਾਜੇ ਐ। ਭੂਪਤੀ, ਭੂ ਨਾਮ ਸਾਧ ਸੰਗਤ ਜੀ ਜ਼ਮੀਨ ਦਾ ਹੈ, ਔਰ ਪਤੀ ਮਾਲਕ ਜੋ ਜ਼ਮੀਨਾਂ ਦਾ, ਜਾਇਦਾਦਾਂ ਦਾ ਮਾਲਕ ਹੈ। ਇਹ ਰਾਜੇ ਰਜਵਾੜੇ ਨੇ ਜਿਹੜੇ, ਚੱਕਰਵਰਤੀ ਰਾਜੇ ਨੇ ਜਿਹੜੇ। ਪੰਡਤ ਰਾਜੇ ਭੂਪਤੀ। ਮਹਾਰਾਜ ਕਹਿੰਦੇ ਪੰਡਤ ਤਾਂ ਗਿਆਨ 'ਚ ਮਸਤੇ ਹੋਏ ਐ, ਇਸੇ ਕਰਕੇ ਉਹਨਾਂ ਕੋਲ ਵੀ ਆਤਮਿਕ ਰਸ ਨਹੀਂ ਹੈ, ਉਹਨਾਂ ਕੋਲ ਵੀ ਆਤਮਿਕ ਗਿਆਨ ਨਹੀਂ ਹੈ। ਪੰਡਤ ਜਨ ਮਾਤੇ ਪੜ੍ਹ ਪੁਰਾਨ। ਕਬੀਰ ਸਾਹਿਬ ਜੀ ਦਾ ਗੁਰਬਾਣੀ 'ਚ ਇੱਕ ਥਾਂ ਤੇ ਬਚਨ ਆਉਂਦਾ ਆ। ਮਹਾਰਾਜ ਕਬੀਰ ਸਾਹਿਬ ਦੱਸਦੇ ਐ ਜਿਹੜੇ ਭਾਈ ਪੰਡਤ ਲੋਕ ਨੇ ਉਹ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਮਸਤੇ ਹੋਏ ਐ। ਕਾਹਦੇ 'ਚ ਮਸਤੇ ਐ? ਆਪਦੇ ਗਿਆਨ 'ਚ ਹੀ ਮਸਤੇ ਆ। ਪੰਡਤ ਜਨ ਮਾਤੇ ਪੜ੍ਹ ਪੁਰਾਨ। ਉਹ ਮਾਤੇ ਭਾਵ ਮਸਤੇ ਹੰਕਾਰੇ ਹੋਏ ਫਿਰਦੇ, ਅਸੀਂ ਗਿਆਨੀ ਹਾਂ, ਅਸੀਂ ਪੁਰਾਣਾਂ ਨੂੰ ਪੜ੍ਹਨ ਵਾਲੇ ਹਾਂ। ਇਉਂ ਕਹਿੰਦੇ ਉਹ ਤੇ ਮਸਤੇ ਹੋਏ ਹੰਕਾਰੀ ਐ। ਗੁਰੂ ਸਾਹਿਬ ਤਾਂ ਕਹਿੰਦੇ ਐ ਹੰਕਾਰ ਤੇ ਕਰਨਾ ਹੀ ਨਹੀਂ ਚਾਹੀਦਾ, ਹਰ ਜੀਓ ਹੰਕਾਰ ਨਾ ਭਾਵਈ। ਤੂੰ ਪੰਡਤ ਦਾ ਸੰਗ ਕਰਦਾ ਫਿਰਦਾ ਏ। ਅਸਲ ਵਿੱਚ ਪੰਡਤ ਕੌਣ? ਇੱਥੇ ਪੰਡਤ ਲਫ਼ਜ਼ ਆਇਆ ਗੁਰਬਾਣੀ 'ਚ। ਪੰਡਤ ਰਾਜੇ ਭੂਪਤੀ। ਹਾਂ, ਪੰਡਤ ਕੌਣ ਹੈ? ਪੰਡਤ ਮਹਾਰਾਜ ਕਹਿੰਦੇ ਉਹ ਹੈ ਸਾਧ ਸੰਗਤ ਜੀ, ਸੋ ਪੰਡਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਅਸਲ ਵਿੱਚ ਪੰਡਤ ਉਹ ਹੈ ਭਾਈ ਜੋ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨਾਲ ਆਪਣੇ ਮਨ ਨੂੰ ਸੋਧਣਾ ਕਰੇ। ਸਤਿਗੁਰੂ ਜੀ ਕਹਿੰਦੇ, ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਖਮਣੀ ਸਾਹਿਬ ਵਿੱਚ, ਮਹਾਰਾਜ ਦੱਸਦੇ ਹੈ, ਗੁਰੂ ਸਾਹਿਬ ਕਹਿੰਦੇ ਭਾਈ ਸੋ ਪੰਡਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕਹਿ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੇ ਬਸਾਵੇ। ਹਰੀ ਦੀ ਕਥਾ ਨੂੰ ਪਹਿਲਾਂ ਆਪ ਹਿਰਦੇ 'ਚ ਬਸਾਵੇ, ਮੰਨੇ ਪਹਿਲਾਂ ਆਪ ਨਿਤਨੇਮੀ ਰਹਿਤਵਾਨ ਗੁਰਸਿੱਖ ਹੋਵੇ, ਆਪ ਗੁਰੂ ਨਾਲ ਪਿਆਰ ਭਾਵਨਾ ਸ਼ਰਧਾ ਵਿਸ਼ਵਾਸ ਰੱਖਦਾ ਹੋਵੇ। ਫਿਰ ਗੁਰੂ ਸਾਹਿਬ ਕਹਿੰਦੇ ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਉਹਦੀ ਕੀਤੀ ਹੋਈ ਕਥਾ, ਦਿੱਤਾ ਹੋਇਆ ਗਿਆਨ ਦੁਨੀਆ ਤੇ ਪ੍ਰਭਾਵ ਪਾਵੇਗਾ। ਅੱਜ ਦਾ ਜਿਹੜਾ ਸਮਾਂ ਸਾਧ ਸੰਗਤ ਜੀ ਬੜੇ ਵਿਦਵਾਨ ਜਨ ਨੇ, ਠੀਕ ਆ, ਵਿਦਵਤਾ ਹੋਣੀ ਚਾਹੀਦੀ ਹੈ, ਲਾਜ਼ਮੀ ਹੈ। ਗੁਰੂ ਕਲਗੀਆਂ ਵਾਲੇ ਸਤਿਗੁਰਾਂ ਜੀ ਨੇ ਖਾਲਸੇ ਨੂੰ ਵਿਦਵਾਨ ਬਣਾਇਆ ਏ।
ਪਰ ਵਿਦਵਾਨ ਦਾ ਗੁਣ ਤਾਂ ਆ ਗਿਆ। ਵਿਦਵਾਨ ਵਿਦਿਆ ਹੰਕਾਰੀ ਬਣਾ ਦਿੰਦੀ ਹੈ ਮਨੁੱਖ ਨੂੰ। ਮਹਾਰਾਜ ਕਹਿੰਦੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਕਬੀਰ ਸਾਹਿਬ ਕਹਿੰਦੇ ਉਹ ਭਾਈ ਸਤ ਸੰਗਤ ਤੂੰ ਤਾਂ ਛੱਡ ਦਿੱਤੀ, ਪੰਡਤਾਂ ਦਾ ਤੇਰਾ ਵਿਦਵਾਨਾਂ ਨਾਲ ਤੇਰਾ ਉੱਠਣਾ ਬੈਠਣਾ ਸੰਗ ਹੋ ਗਿਆ। ਯਾਦ ਰੱਖੀ ਜਿਹੜੇ ਪੰਡਤ ਲੋਕ ਹੁੰਦੇ ਨੇ ਇਹ ਧਾਰਮਿਕ ਪੁਸਤਕਾਂ ਗ੍ਰੰਥ ਪੜ੍ਹ ਕੇ ਹੰਕਾਰੇ ਹੋਏ ਹੁੰਦੇ ਐ। ਭਗਤ ਕਬੀਰ ਜੀ ਬਸੰਤ ਰਾਗ ਜੀ ਬਚਨ ਕਰਦੇ ਐ। ਇਹ ਵੀ ਭਗਤ ਕਬੀਰ ਜੀ ਦਾ ਹੀ ਬਚਨ ਹੈ। ਮਹਾਰਾਜ ਕਹਿੰਦੇ ਪੰਡਤ ਜਨ ਮਾਤੇ ਪੜ੍ਹ ਪੁਰਾਨ, ਜੋਗੀ ਮਾਤੇ ਜੋਗ ਧਿਆਨ, ਸੰਨਿਆਸੀ ਮਾਤੇ ਅਹੰਮੇਵ, ਤਪਸੀ ਮਾਤੇ ਤਪ ਕੈ ਭੇਵ, ਸਭ ਮਤ ਮਾਤੇ ਕਉ ਨਾ ਜਾਗ। ਮਹਾਰਾਜ ਕਹਿੰਦੇ ਸਭ ਮਸਤੇ ਹੰਕਾਰੇ ਹੋਏ ਫਿਰਦੇ ਨੇ, ਕੋਈ ਨਹੀਂ ਜਾਗਦਾ ਭਾਈ। ਸਭ ਨੂੰ ਹੰਕਾਰ ਦਾ ਵਿਕਾਰ ਲੱਗਿਆ ਹੋਇਆ ਏ। ਇਸੇ ਕਰਕੇ ਤੂੰ ਪੰਡਤਾਂ ਦਾ ਸੰਗ ਕਰਦਾ ਏ, ਵਿਦਵਾਨਾਂ ਦਾ ਸੰਗ ਤਾਂ ਕਰ। ਪਰ ਜੇ ਵਿਦਵਾਨ ਕੋਈ ਮਹਾਂਪੁਰਖ ਨਾਮ ਦਾ ਅਭਿਆਸੀ, ਅਸਲ ਵਿੱਚ ਉਸ ਦਾ ਸੰਗ ਕਰਨਾ ਚਾਹੀਦਾ। ਸਾਧ ਸੰਗਤ ਜੀ, ਇੱਕ ਹੁੰਦੀ ਆ ਜਾਣਕਾਰੀ, ਇੱਕ ਹੁੰਦਾ ਆਤਮਿਕ ਗਿਆਨ। ਜਿਹੜੀ ਜਾਣਕਾਰੀ ਹੁੰਦੀ ਹੈ ਇਹ ਤੇ ਬਹੁਤ ਜਣਿਆਂ ਨੂੰ, ਬੜੇ ਬੜੇ ਵਿਦਵਾਨਾਂ ਪੰਡਤਾਂ ਨੂੰ ਜਾਣਕਾਰੀ ਬਹੁਤ ਹੈ, ਪਰ ਗਿਆਨੀ ਨਹੀਂ ਹੈ। ਉਹ ਤੇ ਭਾਈ ਵਾਹਿਗੁਰੂ ਦਾ ਭਜਨ ਕਰਕੇ ਹੀ ਅਸਲ ਵਿੱਚ ਗਿਆਨੀ ਬਣੀਦਾ। ਅਸਲ ਵਿੱਚ ਆਤਮਿਕ ਗਿਆਨ ਤੇ ਵਾਹਿਗੁਰੂ ਦਾ ਭਜਨ ਕਰਕੇ ਹੀ ਆਉਂਦਾ ਆ। ਜਾਣਕਾਰੀ ਹੋਣੀ ਚੰਗੀ ਗੱਲ ਹੈ, ਪਰ ਪੰਡਤ ਲੋਕ ਉੱਥੇ ਪਹੁੰਚੇ ਨਹੀਂ ਹੈ ਜਿੱਥੋਂ ਦੀ ਗੱਲ ਉੱਥੇ ਹੁੰਦੀ ਹੈ। ਸਾਧ ਸੰਗਤ ਜੀ ਉੱਥੇ ਨਹੀਂ ਪਹੁੰਚੇ ਜਿਹੜੀ ਗੱਲ ਵੇਦਾਂ ਸ਼ਾਸਤਰਾਂ 'ਚ ਲਿਖੀ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਪੰਡਤਾਂ ਰਾਜਿਆਂ ਭੂਪਤੀ ਰਜਵਾੜੇ ਲੋਕਾਂ ਦਾ ਸੰਗ ਤਾਂ ਕਰ ਲਿਆ, ਪਰ ਤੇਰਾ ਆਤਮਿਕ ਜੀਵਨ ਗਿਰ ਗਿਆ, ਆਤਮਿਕ ਜੀਵਨ ਤੇਰਾ ਥੱਲੇ ਚਲਿਆ ਗਿਆ। ਅੱਗੇ ਤੂੰ ਸਤ ਸੰਗਤ ਕਰਦਾ ਸੀ, ਰੱਬ ਦੀ ਕਥਾ ਸੁਣਦਾ ਸੀ, ਨਾਮ ਨੂੰ ਕਹਿੰਦਾ ਸੀ, ਤੇਰਾ ਨਾਮ ਧਨ ਇਕੱਠਾ ਹੋ ਰਿਹਾ ਸੀ। ਪਰ ਕਹਿੰਦੇ ਹੁਣ ਤਾਂ ਤੂੰ ਪੰਡਤੇ ਰਾਜੇ ਲੋਕਾਂ ਦਾ, ਚੱਕਰਵਰਤੀ ਬਾਦਸ਼ਾਹਾਂ ਦਾ ਸੰਗ ਕਰ ਲਿਆ। ਇਸੇ ਕਰਕੇ ਦੱਸਦੇ ਹਨ ਆਵਹਿ ਕਉਨੇ ਕਾਮ। ਮਹਾਰਾਜ ਕਹਿੰਦੇ ਪਰਲੋਕ ਵਿੱਚ ਤੇਰੇ ਕੰਮ ਨਹੀਂ ਆਉਣਗੇ। ਆਵਹਿ ਕਉਨੇ ਕਾਮ। ਕਿਹੜੇ ਕੰਮ ਆਏ ਨੇ ਭਾਈ? ਕਿਸੇ ਦੇ ਕੰਮ ਨਹੀਂ ਆਏ ਇਹ ਰਾਜੇ ਲੋਕ, ਕਿਉਂਕਿ ਇਹ ਤਾਂ ਸਾਧ ਸੰਗਤ ਜੀ ਇਹਨਾਂ ਨੂੰ ਤੇ ਆਪਣੇ ਤੱਕ ਹੀ ਮਤਲਬ ਹੁੰਦਾ ਹੈ। ਕਿਉਂਕਿ ਰਾਜ ਭਾਗ ਹੈ, ਮਹਿਲ ਮਾੜੀਆਂ ਨੇ, ਮਾਇਆ ਵਾਧੂ ਹੈ, ਨੌਕਰ ਚਾਕਰ ਹੈ, ਆਪਣੇ ਜ਼ਿੰਦਗੀ ਤੱਕ ਹੀ ਮਹਾਰਾਜ ਕਹਿੰਦੇ ਇਹਨਾਂ ਨੂੰ ਹੁੰਦਾ ਆ। ਤੂੰ ਤੇ ਆਪਣੇ ਆਤਮਿਕ ਜੀਵਨ ਨੂੰ ਮਾਰ ਦਿੱਤਾ ਨਾ। ਆਵੇ ਕੌਣੇ ਕਾਮ, ਦੱਸੋ ਕਿਹੜੇ ਕੰਮ ਆਏ ਨੇ? ਕੌਣੇ ਕਾਮ, ਕਿਹੜੇ ਕੰਮ ਆਉਂਦੇ ਨੇ? ਇਹ ਲੋਕ ਪੰਡਤ ਲੋਕ, ਰਾਜੇ ਲੋਕ, ਕਿਉਂਕਿ ਪੰਡਤ ਹੈ ਨਾ ਜਿਹੜੇ, ਉਹ ਸਾਧ ਸੰਗਤ ਜੀ ਵੇਦਾਂ ਸ਼ਾਸਤਰ ਵਿਦਿਆ ਵਿੱਚ, ਜਿਵੇਂ ਮਹਾਰਾਜ ਦਾ ਬਚਨ ਵੀ ਆਉਂਦਾ, ਮਾਇਆ ਕਾਰਨ ਵਿਦਿਆ ਵਿੱਚ ਜਨਮ ਅਬਿਰਥਾ ਜਾਈ, ਜਨਮ ਬਿਰਥਾ ਜਾਈ। ਮਹਾਰਾਜ ਕਹਿੰਦੇ ਜਨਮ ਤੇ ਵਿਅਰਥ ਹੀ ਚਲਿਆ ਗਿਆ, ਕਿਉਂਕਿ ਮਾਇਆ ਕਰਕੇ ਵਿਦਿਆ ਵੇਚ ਦਿੰਦੇ ਐ। ਭਾਗਠ ਗ੍ਰਹਿ ਪੜ੍ਹੈ ਨਿਤ ਪੋਥੀ, ਅਮੀਰਾਂ ਦੇ ਘਰ ਜਾ ਜਾ ਕੇ ਪੋਥੀਆਂ ਪੜ੍ਹਦੇ ਐ, ਇਸ ਕਰਕੇ ਉਹ ਵੀ ਮਾਇਆ 'ਚ ਲੱਗੇ। ਇਹ ਅੰਤਰੀ ਅਰਥ ਹੈ। ਰਾਜੇ ਲੋਕ ਨੇ ਜਿਹੜੇ, ਉਹ ਵੀ ਮਾਇਆ ਦੇ ਨਾਲ ਲਪਟੇ ਹੋਏ ਨੇ, ਅੰਦਰੋਂ ਆਤਮਿਕ ਜੀਵਨ ਉਹਨਾਂ ਦਾ ਹੈ ਨਹੀਂ। ਨਾਮ ਦੇ ਅਭਿਆਸੀ ਕਿੱਥੋਂ ਤੇ ਵਿਸ਼ਈ ਹੈ। ਮਹਾਰਾਜ ਦਾ ਜਿਵੇਂ ਬਚਨ ਹੈ ਸਾਧ ਸੰਗਤ ਜੀ, ਉਹ ਤੇ ਵਿਪਰੀਤ ਬੁੱਧਿਅੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁਖ ਭੋਗਤੇ। ਸ਼ਲੋਕ ਸਹਿਜ ਕ੍ਰਿਤੀ ਵਿੱਚ ਬਚਨ ਆਉਂਦਾ ਆ। ਉਹ ਤੇ ਸਾਧ ਸੰਗਤ ਜੀ ਉਹਨਾਂ ਨੂੰ ਤੇ ਮਾਇਆ ਦਾ ਮਾਣ ਕਰਕੇ ਹੰਕਾਰੇ ਹੋਏ ਫਿਰਦੇ ਐ ਰਾਜੇ ਲੋਕ, ਭੂਪਤੀ ਰਜਵਾੜੇ ਲੋਕ, ਜ਼ਮੀਨ ਜਾਇਦਾਦਾਂ ਦੇ ਜਿਹੜੇ ਮਾਲਕ ਐ, ਹੰਕਾਰੇ ਹੋਣ ਕਰਕੇ ਕਿਸੇ ਦੇ ਕੰਮ ਨਹੀਂ ਆਉਂਦੇ, ਆਪਣੇ ਤੱਕ ਹੀ ਮਤਲਬ ਰੱਖਦੇ ਹਨ, ਤੇਰੇ ਕਿੱਥੋਂ ਕੰਮ ਆ ਜਾਣਗੇ। ਇਸੇ ਕਰਕੇ ਕਬੀਰ ਤਾਸੋ ਪ੍ਰੀਤ ਕਰ, ਉਹਨਾਂ ਨਾਲ ਪ੍ਰੀਤੀ ਲਾ ਜਿਨ੍ਹਾਂ ਦਾ ਮਾਲਕ ਮੇਰਾ ਵਾਹਿਗੁਰੂ ਰਾਮ ਪਰਮੇਸ਼ਰ ਹੈ। ਕਬੀਰ ਪ੍ਰੀਤ ਇੱਕ ਸਿਉ ਕੀਏ। ਇੱਕ ਵਾਰੀ ਸਾਧ ਸੰਗਤ ਜੀ ਦੋਵਾਂ ਲੋਕਾਂ ਦਾ ਝਗੜਾ ਹੋ ਗਿਆ। ਕੀ ਝਗੜਾ ਹੋਇਆ? ਇਹ ਸਾਧ ਸੰਗਤ ਜੀ ਇੱਕ ਜਟਾਧਾਰੀ ਸਾਧ ਸੀ। ਇਹਨੇ ਲੋਕਾਂ ਦੇ ਵਾਲ ਕੇਸਾਂ ਨੂੰ ਇਕੱਠੇ ਕਰ ਕਰਕੇ ਬੋੜ ਦਾ ਦੁੱਧ ਲਾ ਕੇ ਸਾਧ ਸੰਗਤ ਜੀ ਕੇਸਾਂ ਨੂੰ ਇਉਂ ਉਂਗਲ ਵਰਗੀ ਮੋਟੀਆਂ ਜਟਾਵਾਂ ਬਣਾ ਲਈਆਂ। ਸਾਧ ਸੰਗਤ ਜੀ ਇੱਕ ਸੰਨਿਆਸੀ ਸੀ, ਉਹਨੇ ਸਾਰਾ ਕੁਝ ਹੀ ਆਪਣਾ ਸਾਧ ਸੰਗਤ ਜੀ ਇਹ ਮੁੰਡਨ ਕਰ ਦਿੱਤਾ, ਸਾਰਾ ਕੁਝ ਹੀ ਲਾਹ ਦਿੱਤਾ, ਨਾ ਦਾੜਾ ਆ ਨਾ ਕੇਸ, ਕਿਤੋਂ ਵੀ ਕੇਸ ਨਹੀਂ ਰੱਖੇ। ਇਹ ਕਹਿੰਦਾ ਮੈਂ ਸੰਨਿਆਸੀ ਹਾਂ। ਦੋਵਾਂ ਵਿੱਚ ਸਾਧ ਸੰਗਤ ਜੀ ਝਗੜਾ ਹੋ ਗਿਆ।
ਇਹ ਸੰਨਿਆਸੀ ਕਹਿੰਦਾ ਮੈਂ ਪਰਮਹੰਸ ਹਾਂ। ਇਹ ਵੀ ਦੁਨੀਆ 'ਚ ਪਰਮਹੰਸ ਕਹਾਉਣ ਲੱਗ ਗਿਆ। ਇਹ ਜੀ ਨੇ ਜਟਾਵਾਂ ਰੱਖੀਆਂ ਸੀ, ਬੋੜ ਦਾ ਦੁੱਧ ਲਾਇਆ ਸੀ। ਇਹ ਵੀ ਸਾਧ ਸੰਗਤ ਜੀ ਜਟਾਧਾਰੀ ਸਾਧ ਕਹਾਉਂਦਾ ਆ ਤੇ ਇਉਂ ਭੇਖ ਕਰਦੇ ਆ। ਉਸ ਵੇਲੇ ਨਾ ਦੁਨੀਆ ਜਟਾਧਾਰੀ ਸਾਧ ਨੂੰ ਬੜੀ ਸਾਧ ਸੰਗਤ ਉਹਦੀ ਮੰਨਤ ਹੁੰਦੀ ਸੀ, ਬੜਾ ਸਤਿਕਾਰ ਹੁੰਦਾ ਸੀ। ਇਉਂ ਸਾਧ ਸੰਗਤ ਜੀ ਇਸ ਦਾ ਸਤਿਕਾਰ ਬੜਾ ਹੁੰਦਾ, ਪਰ ਭੇਖ ਹੀ ਹੈ। ਸਾਧ ਸੰਗਤ ਜੀ ਭੇਖ ਹੀ ਰੱਖਿਆ। ਇਸੇ ਕਰਕੇ ਤੇ ਗੁਰੂ ਕਲਗੀਆਂ ਵਾਲੇ ਮਹਾਰਾਜ ਨੇ ਆਖਿਆ, ਜੇ ਜੇ ਜਗ ਕੋ ਡਿੰਬ ਦਿਖਾਵੇ ਲੋਗਨ ਮੂੜ ਅਦਕ ਸੁਖ ਪਾਵੇ। 10ਵੀਂ ਬਾਣੀ ਵਿੱਚ ਕਲਗੀਆਂ ਵਾਲੇ ਸਤਿਗੁਰੂ ਜੀ ਕਹਿੰਦੇ ਐ, ਜਿਹੜਾ ਜਿਹੜਾ ਜਗਤ ਨੂੰ ਪਖੰਡ ਵਿਖਾਉਂਦਾ ਹੈ ਨਾ, ਜਿਹੜੇ ਲੋਕ ਪਖੰਡ ਵਿਖਾਉਂਦੇ ਐ। ਅੱਛਾ, ਪਖੰਡ ਦੀ ਡੈਫੀਨੇਸ਼ਨ ਕੀ ਹੈ? ਪਖੰਡ ਦੀ ਡੈਫੀਨੇਸ਼ਨ ਇਹ ਹੈ ਕਿ ਜੋ ਅੰਦਰ ਹੋਵੇ ਉਹ ਬਾਹਰ ਨਹੀਂ ਹੋਣਾ, ਤੇ ਜੋ ਬਾਹਰ ਹੈ ਉਹ ਅੰਦਰ ਨਹੀਂ ਹੋਣਾ। ਇਸ ਨੂੰ ਪਖੰਡ ਆਖਿਆ। ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਸਾਧ ਸੰਗਤ ਜੀ ਦਿਲੋਂ ਮੁਹੱਬਤ ਜਿਨ ਸਹੀ ਸੱਚੇ, ਜਿਨ੍ਹਾਂ ਦੀ ਦਿਲੋਂ ਮੁਹੱਬਤ ਹੈ ਉਹ ਸੱਚੇ ਨੇ। ਪਰ ਜਿਨ੍ਹਾਂ ਦਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਅੰਦਰ ਕੀ ਹੈ? ਅੰਦਰ ਮਾਇਆ ਇਕੱਠੀ ਕਰਨ ਦਾ ਲਾਲਚ ਹੈ, ਲੋਭ ਹੈ, ਪਰਾਏ ਤਨ ਧਨ ਨੂੰ ਵੇਖਣਾ ਹੰਕਾਰੀ ਹੈ, ਨਿੰਦਿਆ ਚੁਗਲੀ ਈਰਖਾ ਬਖੀਲੀ ਹੈ, ਉੱਪਰੋਂ ਸਾਧ ਦਾ ਲਿਬਾਸ ਪਾ ਕੇ ਵਿਖਾਉਣਾ। ਮਹਾਰਾਜ ਕਹਿੰਦੇ ਉਹ ਜੋ ਕਪਟ ਕਰਦੇ ਐ, ਇਸ ਕਰਕੇ ਹਿਰਦਾ ਸ਼ੁੱਧ ਨਾ ਹੋਈ, ਉਹਨਾਂ ਦਾ ਹਿਰਦਾ ਵੀ ਸ਼ੁੱਧ ਨਹੀਂ ਜੇ ਹੁੰਦਾ। ਇਉਂ ਮਹਾਰਾਜ ਕਲਗੀਆਂ ਵਾਲੇ ਕਹਿੰਦੇ ਉਹ ਪਖੰਡ ਕਰਦੇ ਐ, ਜੋ ਬਾਹਰਲਾ ਭੇਖ ਕਰਦੇ ਐ, ਪਹਿਰਾਵਾ ਪਾ ਲੈਂਦੇ ਐ, ਪਰ ਅੰਦਰ ਉਹਨਾਂ ਦੇ ਉਹ ਪਹਿਰਾਵੇ ਦਾ ਜਿਹੜਾ ਸਾਧ ਸੰਗਤ ਜੀ ਜਿਹੜਾ ਪਹਿਰਾਵਾ ਸਾਧੂਆਂ ਵਾਲਾ ਮਹਾਤਮਾ ਵਾਲਾ ਪਾਇਆ, ਉਹ ਪਰ ਸਾਧੂਆਂ ਦੇ ਲੱਛਣ ਹੈ ਨਹੀਂ, ਗੁਣ ਹੈ ਨਹੀਂ ਅੰਦਰ। ਇਸੇ ਕਰਕੇ ਤੇ ਮਹਾਰਾਜ ਕਹਿੰਦੇ ਜੇ ਜੇ ਜਗ ਕੋ ਡਿੰਬ ਦਿਖਾਵੇ ਲੋਗਣ ਮੂੜ ਅਦਕ ਸੁਖ ਪਾਵੇ। ਕਲਗੀਆਂ ਵਾਲੇ ਸਤਿਗੁਰੂ ਜੀ 10ਵੀਂ ਬਾਣੀ ਵਿੱਚ ਬਚਨ ਕਰਦੇ ਐ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ, ਏਕਾ ਬਾਣੀ ਇੱਕ ਗੁਰੂ, ਗੁਰੂ ਤਾਂ ਇੱਕ ਹੀ ਹੈ ਨਾ, ਜੋਤ ਉਹ ਜੁਗਤ ਸਾਏ। ਕਈ ਆਖਣ ਕਿ ਗੁਰੂ ਗੋਬਿੰਦ ਸਿੰਘ ਦੀ 10ਵੀਂ ਬਾਣੀ ਹੈ, ਕਹਿੰਦੇ ਵੱਖਰਾ ਗੁਰੂ ਗ੍ਰੰਥ ਸਾਹਿਬ ਹੈ। ਨਾ ਭਾਈ, ਬਾਣੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਮਹਾਰਾਜ ਕਹਿੰਦੇ ਜੋਤ ਵੀ ਉਹੀ ਹੈ, ਜੁਗਤ ਵੀ ਉਹੀ ਹੈ। ਭਾਵ ਕਿ ਗੁਰੂ ਨਾਨਕ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਹੈ। ਏਕਾ ਬਾਣੀ ਇੱਕ ਗੁਰ, ਗੁਰੂ ਤਾਂ ਇੱਕ ਹੈ ਨਾ। ਇਹ ਥੋੜੀ ਹੈ ਕਿ ਗੁਰੂ ਨਾਨਕ ਸਾਹਿਬ ਹੋਰ ਹੈ, 10ਵੇਂ ਪਾਤਸ਼ਾਹ ਹੋਰ ਹੈ, ਇਹ ਤਾਂ ਨਹੀਂ ਨਾ ਹੈ। 10 ਜਾਮੇ ਹੈ ਮਹਾਰਾਜ ਵਾਹਿਗੁਰੂ ਦੇ। ਫਿਰ ਇਹ ਕਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਸ੍ਰੀ ਗੁਰੂ 10ਵੇਂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਹੋਰ ਹੈ ਜੀ? ਕਹਿੰਦੇ ਆ ਜਿੰਨਾ ਮਿਸ਼ਨਰੀ ਲਾਣਾ ਸਾਧ ਸੰਗਤ ਜੀ ਆਪਣੇ ਆਪ ਨੂੰ ਕਹਾਉਂਦਾ ਆ, ਕਿਉਂਕਿ ਇਹਨਾਂ ਨੇ ਸਭ ਤੋਂ ਵੱਧ ਦੁਨੀਆ ਨੂੰ ਭੰਬਲ ਭੂਸੇ ਪਾਇਆ ਹੋਇਆ ਆ। ਏਕਾ ਬਾਣੀ ਇੱਕ ਗੁਰ, ਬਾਣੀ ਤਾਂ ਇੱਕ ਹੀ ਹੈ। ਇਹ ਕਿਉਂ ਨਹੀਂ ਪੰਗਤੀ ਪੜ੍ਹਦੇ ਧਿਆਨ ਨਾਲ? ਏਕਾ ਬਾਣੀ ਇੱਕ ਗੁਰ, ਗੁਰੂ ਤਾਂ ਇੱਕ ਹੀ ਹੈ। ਦੱਸੋ 10ਵੇਂ ਪਾਤਸ਼ਾਹ ਕੋਈ ਹੋਰ ਹੈ? ਤੇ ਸਾਧ ਸੰਗਤ ਜੀ ਜਦੋਂ ਚਾਂਦਨੀ ਚੌਕ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਪਾਤਸ਼ਾਹ ਨੇ, ਸਾਧ ਸੰਗਤ ਜੀ ਜਦੋਂ ਮਹਾਰਾਜ ਸ਼ਹੀਦੀ ਦੇਣ ਲੱਗੇ ਸੀ, ਉਸ ਵੇਲੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਸਾਹਿਬ ਜੀ ਨੇ ਭੇਜਿਆ ਸੀ ਇੱਕ ਸਿੱਖ ਨੂੰ ਕਿ ਜਾਓ ਜਾ ਕੇ ਮੇਰੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਦਿਓ। ਹੁਣ 10ਵੇਂ ਥਾਂ ਤੇ ਉਹ ਹੋਣਗੇ, 10ਵੇਂ ਥਾਂ ਤੇ ਬਿਰਾਜਣਗੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਅਕਾਲ ਪੁਰਖ ਵਾਹਿਗੁਰੂ ਦੀ ਗੁਰਤਾ ਗੱਦੀ ਦੀ ਜੋਤ ਹੁਣ 10ਵੇਂ ਥਾਂ ਤੇ ਮੇਰੇ ਸਾਹਿਬਜ਼ਾਦੇ ਵਿੱਚ ਆਵੇਗੀ। ਇਹ ਬਚਨ ਉੱਥੇ ਕੀਤੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਫਿਰ ਦੱਸੋ ਗੁਰੂ ਤਾਂ ਇੱਕ ਹੀ ਹੈ ਨਾ, ਤੇ ਇੱਕ ਗੁਰੂ ਦੀ ਬਾਣੀ ਕੀ ਹੈ? ਗੁਰਬਾਣੀ। ਇਹ ਜਿਹੜਾ ਜਿੰਨਾ ਮਸ਼ੀਨੀ ਦਾ ਸਾਧ ਸੰਗਤ ਜੀ, ਇਹ ਜਿਹੜੇ ਲੋਕ ਨੇ ਅੱਛਾ 10ਵੇਂ ਗ੍ਰੰਥ ਦੀ ਨਿੰਦਿਆ ਕਰਨਗੇ ਤੇ ਜਦੋਂ ਅਰਦਾਸ ਕਰਨਗੇ ਉਦੋਂ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਪੜ੍ਹੀ ਜਾਣਗੇ। ਸਾਧ ਸੰਗਤ ਜੀ ਆ ਕਿਸੇ ਪ੍ਰਚਾਰਕ ਦੀ ਕੋਈ ਮਾਈ ਚੜ੍ਹਾਈ ਕਰ ਗਈ। ਸਾਧ ਸੰਗਤ ਜੀ ਹੋਇਆ ਕੀ ਹੈ? ਤੇ ਸਾਰੀ ਦਿਹਾੜੀ ਉਹ ਸਟੇਜਾਂ ਤੇ ਬਹਿ ਬਹਿ ਕੇ ਨਿੰਦਿਆ ਕਰ, 10ਵੀਂ ਬਾਣੀ ਦੀ ਨਿੰਦਿਆ ਕਰਦੇ। ਤੇ ਜਦੋਂ ਆਪਦੀ ਮਾਈ ਦੀ ਉਹ ਸਾਧ ਸੰਗਤ ਜੀ ਅਰਦਾਸ ਕਰਨ ਲੱਗੇ, ਕਹਿੰਦੇ ਪ੍ਰਥਮ ਭਗਉਤੀ ਸਿਮਰ ਗੁਰੂ ਨਾਨਕ ਲਈ ਧਿਆਏ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਪੜ੍ਹ ਦਿੱਤੀ। ਇਹੋ ਜਿਹੇ ਦੋਗਲੇ ਲੋਕ ਹੁੰਦੇ ਐ। ਇਹ ਕਿਉਂ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਚਨ ਆਇਆ ਹੋਇਆ ਏਕਾ ਬਾਣੀ ਇੱਕ ਗੁਰ, ਗੁਰੂ ਤਾਂ ਇੱਕ ਹੀ ਹੈ। ਤਾਂ ਉਸ ਗੁਰੂ ਦੇ ਨਿਕਲਿਆ ਹੋਇਆ ਮੁਖੋ ਬਚਨ ਵੀ ਗੁਰਬਾਣੀ, ਸ਼੍ਰੀ ਮੁਖ ਵਾਕ ਪਾਤਸ਼ਾਹੀ 10ਵੀਂ।
ਸ਼੍ਰੀ ਮੁਖ ਵਾਕ ਪਾਤਸ਼ਾਹੀ 10ਵੀਂ, ਮੁਖੋਂ ਨਿਕਲਿਆ ਹੋਇਆ ਵਚਨ ਵਾਕ ਬਾਣੀ ਹੈ। ਇਸੇ ਕਰਕੇ ਗੁਰਮੁਖੋ ਇਹਨਾਂ ਦਾ ਖਿਹੜਾ ਛੱਡਣਾ ਚਾਹੀਦਾ ਏ। ਭੰਬਲ ਭੂਸੇ ਪਾ ਕੇ ਧਰਮ ਦੇ ਰਸਤੇ ਤੋਂ ਭਟਕਾਉਂਦੇ ਐ। ਸਤਿਗੁਰੂ ਮਹਾਰਾਜ ਦਾ ਪੂਰਨ ਖਾਲਸਾ ਤਾਂ ਦੋਹੂ ਗ੍ਰੰਥ ਮੈਂ ਬਾਣੀ ਜੋਈ, ਚੁਣ ਚੁਣ ਜਿਵੇਂ ਬਚਨ ਵੀ ਆਉਂਦਾ ਮਹਾਰਾਜ ਦਾ ਇਹ ਕਿ ਦੋਹੂ ਗ੍ਰੰਥ ਮੈਂ ਬਾਣੀ ਜੋਈ। ਦੋਵਾਂ ਗ੍ਰੰਥਾਂ ਵਿੱਚੋਂ ਇਹ ਬਾਣੀ ਮਹਾਰਾਜ ਨੇ ਇਕੱਠੀ ਕੀਤੀ ਹੋਈ ਹੈ। ਇਸੇ ਕਰਕੇ ਗੁਰਮੁਖੋ ਦੋਵਾਂ ਗ੍ਰੰਥਾਂ ਦੀ ਬਾਣੀ ਪੜ੍ਹਨੀ, ਆਦਿ ਮਹਾਰਾਜ ਦੀ ਤੇ ਦਸਮ ਮਹਾਰਾਜ ਦੀ ਬਾਣੀ। ਸਾਧ ਸੰਗਤ ਜੀ ਅੰਮ੍ਰਿਤ ਵੀ ਦੋਵਾਂ ਬਾਣੀਆਂ ਤੋਂ ਹੀ ਤਿਆਰ ਹੁੰਦਾ ਆ। ਇਸੇ ਕਰਕੇ ਗੁਰੂ ਕਲਗੀਆਂ ਵਾਲੇ ਮਹਾਰਾਜ ਨੇ ਦਸਮ ਬਾਣੀ ਵਿੱਚ ਬਚਨ ਕੀਤੇ ਐ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਹੜੇ ਜਗਤ ਨੂੰ ਪਖੰਡ ਵਿਖਾਉਂਦੇ ਐ ਦੇ ਲੋਕਾਂ ਦੇ ਵਿੱਚ ਸਿਰ ਮੁਨਾ ਕੇ ਆਪਣੇ ਆਪ ਨੂੰ ਸਾਧ ਸੰਗਤ ਜੀ ਸੰਨਿਆਸੀ ਕਹਾਉਂਦੇ ਐ, ਬੜਾ ਸੁੱਖ ਕਹਿੰਦੇ ਮਿਲਦਾ ਏ। ਨਾ ਇਸ਼ਨਾਨ ਕਰਨਾ ਪੈਂਦਾ, ਕਹਿੰਦੇ ਕੇਸਾਂ ਨੂੰ ਨਾ ਸੰਭਾਲ ਕਰਨੀ ਪੈਂਦੀ। ਇਸ ਕਰਕੇ ਲੋਗਣ ਮੂੰਡ ਅਧਿਕ ਸੁਖ ਪਾਵੇ। ਨਾਸਾ ਮੂੰਦ ਕਰੈ ਪ੍ਰਣਾਮੰ, ਨਾਸਾਂ ਨੂੰ ਬੰਦ ਕਰਕੇ ਪ੍ਰਣਾਮ ਕਰਦੇ ਐ। ਫੋਕਟ ਧਰਮ ਨਾ ਕੌਡੀ ਕਾਮੰ, ਉਹ ਜਿੰਨੇ ਵੀ ਕਰਮ ਕਰਦੇ ਐ ਸਭ ਕੌਡੀਆਂ ਦੇ ਬਰਾਬਰ ਐ, ਫੋਕਟ ਕਰਮੀ ਐ। ਮਹਾਰਾਜ ਕਹਿੰਦੇ ਧਰਮ ਤਾਂ ਉਹ ਹੁੰਦਾ ਆ ਜੋ ਅੰਦਰ ਵੀ ਹੋਵੇ ਬਾਹਰ ਵੀ ਹੋਵੇ। ਅੰਦਰੋਂ ਵੀ ਮਨ ਪਵਿੱਤਰ ਹੋਵੇ, ਬਾਹਰ ਵੀ ਤਨ ਪਵਿੱਤਰ ਹੋਵੇ। ਅੰਦਰੋਂ ਵੀ ਸੱਚ ਹੋਵੇ ਤੇ ਬਾਹਰ ਤਨ ਤੇ ਵੀ ਸੱਚ ਹੋਵੇ। ਸਾਧ ਸੰਗਤ ਜੀ ਇਉਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਆ। ਮਹਾਰਾਜ ਕਹਿੰਦੇ ਫੋਕਟ ਧਰਮ ਨਾ ਕੌਡੀ ਕਾਮੰ। ਸਾਧ ਸੰਗਤ ਜੀ ਉਹ ਜਿਹੜੇ ਫੋਕਟ ਕਰਮ ਨੇ ਕੌਡੀਆਂ ਦੇ ਬਰਾਬਰ ਹੀ ਹੈ, ਕਿਸੇ ਲੇਖੇ ਵਿੱਚ ਨਹੀਂ ਪੈਣ ਵਾਲੇ। ਕਲਗੀਧਰ ਸਤਿਗੁਰੂ ਜੀ ਕਹਿੰਦੇ ਫੋਕਟ ਧਰਮ ਜਿਤੇ ਜਗ ਕਰਹੀ। ਜਿਹੜੇ ਜਗ ਦੇ ਵਿੱਚ ਫੋਕਟ ਕਰਮ ਕਰਦੇ ਐ, ਪਖੰਡ ਕਰਦੇ ਐ, ਨਰਕ ਕੁੰਡ ਭੀਤਰ ਤੇ ਪਰਹੀ, ਸਭ ਨਰਕ ਕੁੰਡ ਵਿੱਚ ਪੈਣਗੇ। ਸਾਧ ਸੰਗਤ ਜਿਹੜੇ ਕਰਮ ਕਾਂਡਾਂ 'ਚ ਫਸੇ ਹੋਏ ਐ, ਸਾਡੇ ਸਿੱਖ ਵੀ ਫਸ ਗਏ। ਸਾਧ ਸੰਗਤ ਜੀ ਗੁਰੂ ਸਾਹਿਬ ਦੀ ਮਰਿਆਦਾ ਨੂੰ, ਰਹਿਤ ਨੂੰ, ਨਾਮ ਨੂੰ, ਬਾਣੀ ਨੂੰ ਪੜ੍ਹਦੇ ਸੁਣਦੇ ਤੱਕ ਨਹੀਂ ਹੈ, ਬਸ ਲਿਬਾਸ ਹੀ ਪਾਇਆ ਹੋਇਆ ਏ। ਨਿੰਦਿਆ ਚੁਗਲੀ ਤੇ ਸੱਥਾਂ 'ਚ ਬਹਿ ਬਹਿ ਕੇ ਕਰਦੇ ਐ। ਸਾਰੀ ਦਿਹਾੜੀ ਦੁਨੀਆ ਦੀਆਂ ਗੱਲਾਂ ਹੀ ਕਰੀ ਜਾਣੀਆਂ। ਵਾਹਿਗੁਰੂ ਜੀ ਦਾ ਨਾਮ ਗਿਆਨ ਤੇ ਅੰਦਰ ਹੀ ਨਹੀਂ ਆਇਆ। ਕਿੱਥੋਂ ਉਹਨਾਂ ਦਾ ਜੀਵਨ ਬਦਲ ਜਾਵੇਗਾ, ਕਿੱਥੋਂ ਸੱਚਖੰਡ ਦੇ ਵਾਸੀ ਹੋ ਜਾਣਗੇ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨਰਕ ਕੁੰਡ ਭੀਤਰ ਤੇ ਪਰਹੀ, ਉਹ ਨਰਕ ਕੁੰਡ ਦੇ ਵਿੱਚ ਹੀ ਪੈਂਦੇ ਐ। ਗੁਰੂ ਸਾਹਿਬ ਦੱਸਦੇ ਐ, ਕਹਿੰਦੇ ਹਾਥ ਹਲਾਏ ਸੁਰਗ ਨਾ ਜਾਹੂ। ਹੱਥ ਹਿਲਾਉਣ ਨਾਲ ਕੋਈ ਮਾਤ ਲੋਕ ਤੋਂ ਵਾਹਿਗੁਰੂ ਪਰਮੇਸ਼ਰ ਦੇ ਘਰ ਨਹੀਂ ਗਿਆ। ਜੋ ਮਨ ਜੀਤ ਸਕਾ ਨਹਿ ਕਾਹੂ, ਜਿਸ ਨੇ ਮਨ ਨੂੰ ਨਾ ਜਿੱਤਿਆ, ਕਿਉਂਕਿ ਮਨ ਰਿਪ ਜੀਤੇ ਸਭ ਰਿਪ ਜੀਤੇ। ਭਰਤਰੀ ਜੀ ਨੇ ਆਖਿਆ ਆ, ਸਾਧ ਸੰਗ ਜਿਹੜਾ ਰਾਜਾ ਭਰਤਰੀ ਜੀ ਹੋਇਆ ਇਹ ਆਤਮਿਕ ਗਿਆਨੀ ਹੋਏ ਸੀ। ਸਾਧ ਸੰਗ ਜੀ ਬੜਾ ਇਹਨਾਂ ਨੇ ਭਜਨ ਕੀਤਾ ਆ ਤੇ ਇਹਨਾਂ ਦਾ ਗ੍ਰੰਥ ਵੀ ਆਉਂਦਾ ਵਿਰਾਗ ਸ਼ਤਕ, ਉਹਦੇ 'ਚ ਬਚਨ ਆਉਂਦਾ ਮਨ ਰਿਪ ਜੀਤੇ ਸਭ ਰਿਪ ਜੀਤੇ। ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਮਹਾਰਾਜ ਕਹਿੰਦੇ ਸੰਸਾਰ ਨੂੰ ਹੀ ਜਿੱਤ ਲਿਆ। ਮਨ ਦੀ ਜਿੱਤ, ਮਨ ਤੋਂ ਜਿੱਤ ਪ੍ਰਾਪਤ ਹੋ ਗਈ ਨਾ, ਉਸਨੇ ਸੰਸਾਰ ਤੋਂ ਜਿੱਤ ਪ੍ਰਾਪਤ ਕਰ ਲਈ। ਕਿਉਂਕਿ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਆ। ਮਹਾਰਾਜ ਕਹਿੰਦੇ ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ। ਉਹ ਕੌਣ ਇਹੋ ਜਿਹਾ ਕਿਹੜਾ ਮਹਾਬਲੀ ਹੈ ਜਿਸ ਨੇ ਭਾਈ ਪੰਜ ਵੈਰੀਆਂ ਨੂੰ ਮਾਰ ਦਿੱਤਾ। ਇਹ ਪੰਜ ਜਿਹੜੇ ਸੂਰਬੀਰ ਹੈ ਨਾ, ਮਹਾਰਾਜ ਕਹਿੰਦੇ ਵੈਰੀ ਹੈ, ਬੜੇ ਬਲਵਾਨ ਹੈ। ਕਾਮ ਬੜਾ ਬਲਵਾਨ ਹੈ, ਕ੍ਰੋਧ ਲੋਭ ਮੋਹ ਹੰਕਾਰ ਬੜੇ ਬਲਵਾਨ ਨੇ। ਮਹਾਰਾਜ ਦੱਸਦੇ ਐ, ਗੁਰੂ ਸਾਹਿਬ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸੋ ਕੌਣ ਬਲੀ ਰੇ। ਕੌਣ ਬਲੀ ਹੈ ਭਾਈ ਇਹੋ ਜਿਹਾ ਜਿਨ ਮੇਰੇ ਮਾਰੇ ਪੰਜ ਸੂਰਬੀਰ, ਜਿਨ੍ਹਾਂ ਨੇ ਗਿਆਨ ਦੇ ਨਾਲ ਵਿਚਾਰ ਨਾਲ ਪੰਜ ਸੂਰਬੀਰਾਂ ਨੂੰ ਮਾਰਿਆ। ਕਿਹੜਾ ਇਹੋ ਜਿਹਾ ਸੂਰਮਾ? ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਇਸ ਕਲਯੁਗ ਦੇ ਵਿੱਚ ਹਰੀ ਦਾ ਨਾਮ ਦਾ ਰੰਗ ਲੱਗਿਆ ਹੋਇਆ ਏ ਉਹ ਸੂਰਬੀਰ ਹੈ। ਮਹਾਰਾਜ ਕਹਿੰਦੇ ਸੂਰਮਾ ਏ ਉਹ ਭਾਈ। ਇਸੇ ਕਰਕੇ ਗੁਰੂ ਕਲਗੀਧਰ ਸੁਆਮੀ ਜੀ ਕਹਿੰਦੇ ਜੇ ਮਨ ਨੂੰ ਨਾ ਜਿੱਤਿਆ, ਜੋ ਮਨ ਜੀਤ ਸਕਾ ਨਹਿ ਕਾਹੂ। ਜਿਸ ਨੇ ਭਾਈ ਮਨ ਨੂੰ ਨਹੀਂ ਜਿੱਤਿਆ, ਸਤਿਗੁਰੂ ਜੀ ਕਹਿੰਦੇ ਬੈਕੁੰਠ ਧਾਮ ਵਿੱਚ ਨਹੀਂ ਵਸ ਸਕਦਾ। ਇਉਂ ਸਾਧ ਸੰਗਤ ਜੀ ਕਬੀਰ ਸਾਹਿਬ ਦੇ ਵੇਲੇ ਪਖੰਡ ਕਰਦੇ ਸੀ ਦੋਵੇਂ।
ਜਟਾਧਾਰੀ ਸਾਧ ਤੇ ਸੰਨਿਆਸੀ ਸਾਧ ਪਖੰਡ ਕਰਦੇ ਸੀ। ਗੁਰੂ ਸਾਹਿਬ ਕਹਿੰਦੇ ਹੈ ਕਿ ਜੇ ਭੇਖ ਸੋ ਤਨ ਮੈਂ ਧਾਰੈ, ਤੇ ਪ੍ਰਭ ਜਨ ਕਛ ਕਹਿ ਨਾ ਵਿਚਾਰੈ। ਸਮਝ ਲਿਹੋ ਸਭ ਜਨ ਮਨ ਮਾਹੀ, ਡਿੰਬਣ ਮੈਂ ਪਰਮੇਸ਼ਰ ਨਾਹੀ। ਰਾਗ ਰਾਗਣੀ ਡਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਸਾਧ ਸੰਗਤ ਜੀ, ਇਉਂ ਰਾਗੀ ਵੀ ਕਈ ਪਖੰਡ ਕਰਦੇ ਐ। ਮਹਾਰਾਜ ਕਹਿੰਦੇ ਡਿੰਬਣ ਮੈਂ ਪਰਮੇਸ਼ਰ ਨਾਹੀ। ਪਖੰਡ ਕਿਹਨੂੰ ਆਖਿਆ? ਮੈਂ ਫਿਰ ਆਖਾਂ, ਲੋਕਾਂ ਵਿੱਚ ਤੇ ਰਾਗ ਵਿਦਿਆ ਦਾ ਬੜਾ ਆਖਣ, ਪਰ ਚਾਰ ਦੀਵਾਰੀ ਵਿੱਚ ਬੈਠ ਕੇ ਉਹਨਾਂ ਦਾ ਆਪਣਾ ਜੀਵਨ ਨਹੀਂ ਹੈ। ਪਰ ਹੈਗੇ ਨੇ ਕਈ ਗੁਰਮੁਖ ਪਿਆਰੇ, ਥੋੜੇ ਨੇ, ਬਹੁਤੇ ਨਹੀਂ ਹੈ। ਮਹਾਰਾਜ ਕਹਿੰਦੇ ਜਗ ਮੈਂ ਉਤਮ ਕਾਢੀ ਹੈ, ਵਿਰਲੇ ਕਈ ਕੇ ਵਿਰਲੇ ਨੇ, ਥੋੜੇ ਨੇ। ਸਾਧ ਸੰਗਤ ਜੀ, ਕਿਤੇ ਹੀਰੇ ਬਹੁਤੇ ਹੁੰਦੇ ਐ। ਸਾਧ ਸੰਗਤ ਜੀ, ਹੀਰਿਆਂ ਦਾ ਵਪਾਰ ਕੋਤੀ ਸਾਰੇ ਹੀ ਕਰਦੇ ਐ, ਸੋਨਾ ਚਾਂਦੀ ਤੇ ਸਾਰਿਆਂ ਕੋਲ ਹੀ ਐ। ਕਿਤੇ ਹੀਰੇ ਲਾਲਾਂ ਦਾ ਵਪਾਰ ਸਾਰਿਆਂ ਨੇ ਕੀਤਾ ਆ, ਕਿਸੇ ਇੱਕ ਅੱਧੇ ਨਹੀਂ ਕੀਤਾ, ਜਿਹੜਾ ਬੜਾ ਹੀ ਅਮੀਰ ਹੈ। ਪਰ ਜਿਨ੍ਹਾਂ ਦੇ ਇਸੇ ਤਰ੍ਹਾਂ ਅਮੀਰ ਰੂਪੀ ਕਰਮ ਨੇ, ਜਿਨ੍ਹਾਂ ਦੇ, ਸਾਧ ਸੰਗਤ ਜੀ, ਉਹ ਫਿਰ ਵਾਹਿਗੁਰੂ ਜੀ ਦੇ ਨਾਮ ਨੂੰ ਕਹਿੰਦੇ ਨੇ। ਧਿਆਨ ਦਿਓ ਇੱਧਰ, ਗੁਰੂ ਕਲਗੀਧਰ ਸਤਿਗੁਰੂ ਜੀ ਦਸਮ ਬਾਣੀ ਚ ਕਹਿੰਦੇ ਜੇ ਭੇਖ ਸੋ ਤਨ ਮੈਂ ਧਾਰੈ। ਜਿਹੜਾ ਵੀ ਭੇਖ ਤਨ ਤੇ ਧਾਰਦਾ ਸਾਧੂਆਂ ਵਾਲਾ, ਮਹਾਰਾਜ ਕਹਿੰਦੇ ਭੇਖ ਤਾਂ ਕਰ ਲਿਆ, ਪਰ ਜਿਸ ਦਾ ਭੇਖ ਧਾਰਿਆ ਉਹ ਗੁਣ ਨਹੀਂ ਹੈ ਅੰਦਰ। ਸਾਧੂਆਂ ਵਾਲਾ, ਸੰਤਾਂ ਵਾਲਾ ਭੇਖ ਤਾਂ ਧਾਰ ਲਿਆ। ਅੱਜ ਵੀ ਮੈਂ ਕਈਆਂ ਨੂੰ ਵੇਖਦਾ, ਭੇਖ ਪਾਇਆ, ਸਟੇਜਾਂ ਤੇ ਕੁਛ ਹੋਰ ਹੈ, ਸੰਗਤ ਕੁਛ ਹੋਰ ਹੈ, ਆਪਣਾ ਨਿਤਨੇਮ ਕੋਈ ਨਹੀਂ ਹੈ, ਨਾ ਸੰਥਿਆ ਕੀਤੀ ਸ਼ੁੱਧ, ਨਾ ਸਾਧ ਸੰਗਤ ਜੀ ਗੁਰਬਾਣੀ ਦਾ ਅਭਿਆਸ ਕੀਤਾ। ਉਹ ਕਹਿੰਦੇ ਅਸੀਂ ਜੀ ਪ੍ਰਚਾਰਕਾਂ, ਦੱਸੋ। ਮਹਾਰਾਜ ਕਹਿੰਦੇ ਭਾਈ ਤੇ ਪ੍ਰਭ ਜਨ ਕਛ ਕਹਿ ਨਾ ਵਿਚਾਰੈ। ਉਹਨਾਂ ਭੇਖ ਧਾਰੀਆਂ ਨੇ ਆਪਣੇ ਮਨ ਵਿੱਚ ਵਾਹਿਗੁਰੂ ਜੀ ਦੇ ਵਾਸਤੇ ਕੋਈ ਵਿਚਾਰ ਨਹੀਂ ਕੀਤੀ। ਸਮਝ ਲਿਹੋ ਸਭ ਜਨ ਮਨ ਮਾਹੀ। ਹੇ ਦੁਨੀਆ ਦੇ ਲੋਕੋ, ਹੇ ਗੁਰਮੁਖੋ, ਰੱਬ ਦੇ ਪਿਆਰਿਓ, ਗੁਰੂ ਸਾਹਿਬ ਕਹਿੰਦੇ ਡਿੰਬਣ ਮੈਂ ਪਰਮੇਸ਼ਰ ਨਾਹੀ। ਪਖੰਡਾਂ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਨਹੀਂ ਹੈ। ਜਿਹੜੇ ਪਖੰਡ ਕਰਦੇ ਐ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨਹੀਂ, ਮਹਾਰਾਜ ਕਹਿੰਦੇ ਪ੍ਰਾਪਤ ਹੁੰਦਾ। ਇਸੇ ਕਰਕੇ ਸੁਆਂਗਣ ਮੈਂ ਪਰਮੇਸ਼ਰ ਨਾਹੀ। ਜਿਹੜੇ ਸੁਆਂਗ ਧਾਰਦੇ ਐ, ਭੇਖ ਕਰਦੇ ਐ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਨਹੀਂ ਮਿਲਦਾ। ਆਤਮਿਕ ਗਿਆਨ ਦੀ ਵਿਚਾਰ ਪ੍ਰਾਪਤ ਨਹੀਂ ਹੁੰਦੀ, ਉਹਨਾਂ ਨੂੰ ਸੱਚਖੰਡ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਇਸੇ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ, ਮਹਾਰਾਜ ਫਿਰ ਵਾਹਿਗੁਰੂ ਨੂੰ ਕਿਹਨੇ ਜਾਣਿਆ? ਕਲਗੀਆਂ ਵਾਲੇ ਸਤਿਗੁਰੂ ਜੀ ਕਹਿੰਦੇ ਆਪਣੋ ਮਨ ਕਰ ਮੋਹ ਜਹਿਆਨਾ, ਪਾਰ ਬ੍ਰਹਮ ਕੋ ਤਿਨੀ ਪਛਾਨਾ। ਜਿਨ੍ਹਾਂ ਨੇ, ਸਾਧ ਸੰਗਤ ਜੀ, ਆਪਣੋ ਮਨ ਕਰ ਮੋਹ ਜਹਿਆਨਾ, ਜਿਨ੍ਹਾਂ ਨੇ ਆਪਣੇ ਮਨ ਨੂੰ, ਸਾਧ ਸੰਗਤ ਜੀ, ਕਾਬੂ ਕਰ ਲਿਆ, ਹੱਥ ਵਿੱਚ ਕਰ ਲਿਆ, ਗਿਆਨ ਦੇ ਹੱਥਾਂ ਵਿੱਚ ਦੇਤਾ ਆਪਣਾ ਚੰਚਲਤਾਈ ਮਨ, ਉਹ ਕਹਿੰਦੇ ਪਾਰ ਬ੍ਰਹਮ ਕੋ ਤਿਨੀ ਪਛਾਨਾ। ਉਹਨਾਂ ਨੇ ਹੀ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ। ਕਬੀਰ ਪ੍ਰੀਤ ਇਕ ਸਿਉ ਕੀਏ। ਸਾਧ ਸੰਗਤ ਜੀ, ਇਹ ਕੋਈ ਜਟਾਧਾਰੀ ਸਾਧੂ ਸੀ, ਆਪਣੇ ਆਪ ਨੂੰ ਜਟਾਧਾਰੀ ਰੱਬ ਦਾ ਪਿਆਰਾ ਆਖਦਾ ਸੀ। ਲੋਕ ਬੜੀ ਪੂਜਾ ਕਰਿਆ ਕਰਨ। ਇਹ ਕਹਿੰਦਾ ਮੈਂ ਜਟਾਧਾਰੀ ਹਾਂ, ਮੈਨੂੰ ਮੁਕਤੀ ਪ੍ਰਾਪਤ ਹੋ ਜੂਗੀ। ਸੰਨਿਆਸੀ ਕਹਿੰਦਾ ਮੈਂ ਪਰਮਹੰਸਾਂ, ਇਉਂ ਕਹਿੰਦੇ ਮੈਂ ਮੁਕਤ ਹੋਵਾਂਗਾ, ਰੱਬ ਦੀ ਦਰਗਾਹ 'ਚ ਮੈਂ ਪਹੁੰਚਾਂਗਾ। ਸਾਧ ਸੰਗਤ ਜੀ, ਇਉਂ ਝਗੜਾ ਹੋ ਗਿਆ। ਕਿਸੇ ਨੇ ਸਾਧ ਸੰਗਤ ਜੀ ਆਖਿਆ ਕਿਉਂ ਲੜਦੇ ਹੋ? ਇਹ ਸਾਧ ਸੰਗਤ ਜੀ ਬੜਿਆਂ ਪੰਡਤ ਲੋਕਾਂ ਕੋਲੇ ਗਏ, ਇਹਨਾਂ ਦਾ ਝਗੜਾ ਹੀ ਨਹੀਂ ਖਤਮ ਹੋਇਆ। ਫਿਰ ਕਿਸੇ ਨੇ ਆਖਿਆ ਵੀ ਤੁਸੀਂ ਮਹਾਰਾਜ ਬਾਬਾ ਕਬੀਰ ਸਾਹਿਬ ਜੀ ਕੋਲ ਜਾਓ, ਉਹ ਆਤਮਿਕ ਬ੍ਰਹਮ ਗਿਆਨੀ ਨੇ, ਉਹ ਤੁਹਾਡਾ ਭਾਈ ਨਿਰਣਾ ਕਰ ਸਕਦੇ ਐ। ਫਿਰ ਜਦੋਂ ਸਾਧ ਸੰਗਤ ਜੀ ਦੋਵੇਂ ਜਣੇ ਆਏ, ਇਹ ਕਹਿਣ ਲੱਗੇ ਮਹਾਰਾਜ ਸਾਡਾ ਦੋਵਾਂ ਦਾ ਇੱਕ ਝਗੜਾ ਆ। ਕਹਿੰਦੇ ਕੀ ਝਗੜਾ? ਮਹਾਰਾਜ ਕਬੀਰ ਜੀ ਕਹਿੰਦੇ, ਸਾਧ ਸੰਗਤ ਜੀ ਇਹ ਕਹਿੰਦੇ ਮਹਾਰਾਜ ਮੈਂ ਜਟਾਧਾਰੀ ਆ, ਮੇਰੇ ਜਟਾਵਾਂ ਰੱਖੀਆਂ ਨੇ, ਮੈਨੂੰ ਮੁਕਤੀ ਪ੍ਰਾਪਤ ਹੋ ਜੂਗੀ। ਇਹ ਦੁਬਿਧਾ 'ਚ ਫਸੇ ਹੋਏ ਨੇ ਸਾਧ ਸੰਗਤ ਜੀ ਦੋਵੇਂ ਜਾਣੇ। ਤੇ ਦੂਜਾ ਕਹਿੰਦਾ ਨਹੀਂ ਮੈਂ ਸੰਨਿਆਸੀ ਆ, ਮੈਂ ਰੱਬ ਦੇ ਦਰ ਤੇ ਪ੍ਰਵਾਨ ਹੋਵਾਂਗਾ। ਸਾਧ ਸੰਗਤ ਜੀ ਜਦੋਂ ਦੋਵਾਂ ਦੀ ਇਉਂ ਮਹਾਰਾਜ ਨੇ ਗੱਲ ਨੂੰ ਸੁਣਿਆ, ਉੱਥੇ ਫਿਰ ਕਬੀਰ ਸਾਹਿਬ ਜੀ ਨੇ ਦੱਸਿਆ, ਦੋਨਾਂ ਨੂੰ ਸਾਂਝਾ ਉਪਦੇਸ਼ ਬਖਸ਼ ਕੇ ਆਖਦੇ ਹਨ, ਕਬੀਰ ਪ੍ਰੀਤ ਇਕ ਸਿਉ ਕੀਏ। ਮਹਾਰਾਜ ਦੱਸਦੇ ਐ, ਕਬੀਰ ਸਾਹਿਬ ਜੀ ਕਹਿੰਦੇ ਭਾਈ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਨਾਲ ਹੀ ਪ੍ਰੀਤ ਲਾਇਆ ਕਰ।
ਇੱਕ ਸਿਓ ਕੀਏ, ਇੱਕ ਨਾਲ ਹੀ ਪਿਆਰ ਲਾ। ਕਿਸ ਨਾਲ? ਵਾਹਿਗੁਰੂ ਪਰਮੇਸ਼ਰ ਨਾਲ। ਆਨ ਦੁਬਿਧਾ ਜਾਏ। ਜਿਸ ਵਾਹਿਗੁਰੂ ਜੀ ਨਾਲ ਪਿਆਰ ਕਰਕੇ ਦੁਬਿਧਾ ਚਲੀ ਜਾਂਦੀ ਹੈ। ਦੇਖੋ ਕਿੰਨੀ ਦੁਨੀਆ ਦੁਬਿਧਾ ਦੀ ਮਾਰੀ, ਸ਼ੰਕੇ ਨਹੀਂ ਨਾ ਖਤਮ ਹੁੰਦੇ, ਸ਼ੰਕੀ ਕਰਦੇ ਰਹਿੰਦੇ ਆ ਗੁਰੂ ਸਾਹਿਬ ਤੇ, ਵਾਹਿਗੁਰੂ ਪਰਮੇਸ਼ਰ ਦੇ, ਰੱਬ ਦੇ ਪਿਆਰਿਆਂ ਤੇ। ਮਹਾਰਾਜ ਕਹਿੰਦੇ ਦੁਬਿਧਾ ਨਹੀਂ ਜਾਂਦੀ, ਦੁਬਿਧਾ ਬੌਰੀ ਮਨ ਬੌਰਾਇਆ। ਐਸੀ ਦੁਬਿਧਾ ਕਮਲੀ ਹੈ, ਇਹ ਤੇ ਮਨ ਕਮਲਾ ਪਾਗਲ ਕਰ ਦਿੰਦੀ ਹੈ। ਮਹਾਰਾਜ ਦੱਸਦੇ ਐ, ਫਿਰ ਕਹਿੰਦੇ ਝੂਠੇ ਲਾਲਚ ਜਨਮ ਗਵਾਇਆ, ਇਨ ਦੁਬਿਧਾ ਕਰ ਬਹੁਤੇ ਗਾਲੇ। ਮਹਾਰਾਜ ਕਹਿੰਦੇ ਇਹ ਦੁਬਿਧਾ ਨੇ ਤਾਂ ਬਹੁਤੇ ਘਰ ਗਾਲੇ ਐ। ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਸੂਰਾ, ਜੋ ਸਮਾਰੇ ਸੋ ਹੋਵੇ ਜਤੀ। ਗੁਰੂ ਸਾਹਿਬ ਕਹਿੰਦੇ ਅਸਲ ਵਿੱਚ ਉਹੀ ਪੂਰਾ ਆ, ਉਹੀ ਸੂਰਮਾ ਏ ਜਿਸ ਨੇ ਦੁਬਿਧਾ ਨੂੰ ਮਾਰ ਲਿਆ। ਪਰ ਦੁਬਿਧਾ ਕਦੋਂ ਮਰੇਗੀ? ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸਨਾ ਤੇ ਆਵੇਗਾ, ਗਿਆਨ ਮਨ ਤੇ ਮਨ ਅੰਦਰ ਪ੍ਰਵੇਸ਼ ਕਰੇਗਾ। ਸੱਚ ਦਾ ਗਿਆਨ ਜਦੋਂ ਮਨ ਅੰਦਰ ਪ੍ਰਵੇਸ਼ ਕਰੇਗਾ, ਉਦੋਂ ਭਾਈ ਦੁਬਿਧਾ ਜਾਏਗੀ। ਕਬੀਰ ਸਾਹਿਬ ਜੀ ਦੱਸਦੇ ਐ, ਦੁਬਿਧਾ ਕਰਕੇ ਮਹਾਰਾਜ ਕਹਿੰਦੇ ਆਪਣੇ ਆਤਮਿਕ ਸਰੀਰ ਨੂੰ ਗਾਲਦੇ ਹੋ, ਤਨ ਨੂੰ ਗਾਲ ਰਹੇ ਹੋ। ਇਹ ਜਿਹੜਾ ਅਮੋਲਕ ਜਨਮ ਹੈ ਵਿਅਰਥੀ ਤੁਰਿਆ ਜਾ ਰਿਹਾ। ਕਬੀਰ ਸਾਹਿਬ ਜੀ ਕਹਿੰਦੇ ਇੱਕ ਨਾਲ ਹੀ ਪ੍ਰੀਤ ਲਾਇਆ ਕਰ, ਕਬੀਰ ਪ੍ਰੀਤ ਇੱਕ ਸਿਉ ਕੀਏ। ਮਹਾਰਾਜ ਦੱਸਦੇ ਐ ਇੱਕ ਵਾਹਿਗੁਰੂ ਨਾਲ ਪ੍ਰੀਤ ਕਰਨੀ ਕਰਕੇ ਆਨ ਦੁਬਿਧਾ ਜਾਏ। ਜਿਸ ਵਾਹਿਗੁਰੂ ਜੀ ਦੇ ਨਾਮ ਨਾਲ ਆਉਣ ਕਰਕੇ ਦੁਬਿਧਾ ਜਾਏ, ਦੁਬਿਧਾ ਚਲੀ ਜਾਂਦੀ ਹੈ, ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਪੰਕਤੀ ਪੜੋ ਜੀ। ਕਬੀਰ ਪ੍ਰੀਤ ਇੱਕ ਸਿਉ ਕੀਏ। ਮਹਾਰਾਜ ਕਹਿੰਦੇ ਇੱਕ ਨਾਲ ਪਿਆਰ ਲਾਇਆ ਕਰ ਭਾਈ, ਆਨ ਦੁਬਿਧਾ ਜਾਏ। ਵਾਹਿਗੁਰੂ ਨਾਲ ਪਿਆਰ ਲਾਉਣੇ ਕਰਕੇ ਆਣ ਭਾਵ ਆਉਣੇ ਕਰਕੇ, ਵਾਹਿਗੁਰੂ ਜੀ ਨਾਲ ਪਿਆਰ ਆਉਣੇ ਕਰਕੇ ਦੁਬਿਧਾ ਜਾਏ। ਜਿਹੜਾ ਡਬਲ ਮਾਈਂਡਡ ਹੈ ਨਾ, ਕਿਤੇ ਆਹ ਕਰ ਲਈਏ ਕਿਤੇ ਉਹ ਕਰ ਲਈਏ, ਅੰਮ੍ਰਿਤ ਛਕ ਲਈਏ ਨਾ ਜੀ, ਬਾਣੀ ਪੜ੍ਹ ਲਈ ਰਹਿਤ ਰੱਖ ਲਈਏ। ਕਈ ਅੰਮ੍ਰਿਤ ਛਕ ਕੇ ਵੀ ਕੋਈ ਰਹਿਤ ਨਹੀਂ ਰੱਖਦੇ। ਸਾਧ ਸੰਗਤ ਜੀ ਇਹ ਦੁਬਿਧਾ 'ਚ ਫਸੇ ਹੋਏ ਨੇ। ਮਹਾਰਾਜ ਤਾਂ ਕਹਿੰਦੇ ਰੱਬ ਦੀ ਬਾਣੀ ਪੜ੍ਹ ਸੁਣ ਗਿਆਨ ਲੈ ਸਮਝ ਲੈ, ਤੂੰ ਸਤ ਸੰਗਤ ਕਰ, ਫਿਰ ਦੁਬਿਧਾ ਤੇਰੀ ਚਲੀ ਜਾਏਗੀ। ਦੋਵਾਂ ਨੂੰ ਉਪਦੇਸ਼ ਬਖਸ਼ਦੇ ਐ ਕਿ ਮਹਾਰਾਜ ਕਹਿੰਦੇ ਵਾਹਿਗੁਰੂ ਨਾਲ ਪਿਆਰ ਲਾ, ਫਿਰ ਤੁਹਾਡੀ ਦੋਵਾਂ ਦੀ ਦੁਬਿਧਾ ਚਲੀ ਜਾਏਗੀ। ਭਾਵੇਂ ਲਾਂਬੇ ਕੇਸ ਕਰ। ਮਹਾਰਾਜ ਕਹਿੰਦੇ ਹੇ ਜਟਾਧਾਰੀ ਸਾਧ, ਤੂੰ ਦੁਬਿਧਾ ਵਿੱਚ ਪੈ ਕੇ ਕੀ ਕੀਤਾ? ਕੇਸਾਂ ਨੂੰ ਬੜੇ ਲੰਬੇ ਕਰ ਲਿਆ। ਬੋੜ ਦਾ ਦੁੱਧ ਲਾ ਕੇ ਕੇਸਾਂ, ਦੁਨੀਆ ਦੇ ਕੇਸਾਂ ਨੂੰ, ਵਾਲਾਂ ਨੂੰ ਇਕੱਠਾ ਕਰਕੇ ਉਂਗਲ ਵਰਗੀ ਮੋਟੀਆਂ ਜਟਾਵਾਂ ਬਣਾ ਲਈਆਂ। ਇਉਂ ਕਹਿੰਦੇ ਤੂੰ ਲੰਬੇ ਕੇਸ ਕਰ ਲਏ, ਲੰਬੀਆਂ ਜਟਾਵਾਂ ਤੂੰ ਬਣਾ ਲਈਆਂ। ਕਹਿੰਦਾ ਕਿ ਜਟਾਵਾਂ ਰੱਖਣ ਦੇ ਨਾਲ ਮੁਕਤੀ ਹੋ ਜਾਏਗੀ। ਸਾਧ ਸੰਗਤ ਜੀ ਜਟਾਵਾਂ ਰੱਖਣ ਦੇ ਨਾਲ ਮੁਕਤੀ ਨਹੀਂ ਹੁੰਦੀ, ਭੇਖ ਹੀ ਕੀਤਾ ਆ। ਕਈਆਂ ਦੇ ਜਟਾਵਾਂ ਤੇ ਜਮਾਂਦਰੂ ਜਨਮ ਤੋਂ ਹੀ ਹੁੰਦੀਆਂ ਆ। ਕਈ ਸਾਧ ਸੰਗਤ ਜੀ ਆਪਣੀ ਪੂਜਾ ਕਰਵਾਉਣ ਦੇ ਵਾਸਤੇ, ਸਾਧ ਸੰਗਤ ਦੁਨੀਆ ਨੂੰ ਮਗਰ ਲਾਉਣ ਵਾਸਤੇ ਬੋੜ ਦਾ ਦੁੱਧ ਲਾ ਕੇ ਬਹੁਤ ਜਾਣੇ, ਇਸ ਕਲਯੁਗ ਦੇ ਸਮੇਂ 'ਚ ਪਖੰਡ ਬਹੁਤ ਹੈ, ਬਹੁਤ ਜਾਣੇ ਕੂੜ ਕਰਿਆ ਉਰਜੋ ਸਭ ਹੀ ਜਗ। ਤਾਂ ਹੀ ਕਲਗੀਧਰ ਸਤਿਗੁਰਾਂ ਜੀ ਨੇ ਆਖਿਆ ਨਾ, ਤਾਂ ਹੀ ਤੇ ਵਾਜਾਂ ਵਾਲੇ ਸਤਿਗੁਰੂ ਕਹਿੰਦੇ ਐ ਕੂੜ ਕਰਿਆ ਉਰਜੋ ਸਭ ਹੀ ਜਗ, ਸਭ ਝੂਠੀ ਕਿਰਿਆ 'ਚ ਲੱਗੇ ਹੋਏ। ਮਹਾਰਾਜ ਕਹਿੰਦੇ ਤੇ ਸਤਿਗੁਰੂ ਜੀ ਕਹਿੰਦੇ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਦੀ ਬਾਰੇ ਤਾਂ ਖਬਰ ਹੀ ਨਹੀਂ ਰੱਖਦੇ। ਮਹਾਰਾਜ ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਤੂੰ ਮਹਾਰਾਜ ਕਹਿੰਦੇ ਇਹ ਬੋੜ ਦਾ ਦੁੱਧ ਲਾ ਕੇ ਲੰਬੇ ਕੇਸ ਕਰ ਲੈ ਕਿ ਮੁਕਤੀ ਮੈਨੂੰ ਪ੍ਰਾਪਤ ਹੋ ਜੂਗੀ। ਭਾਵੇਂ ਕਰ ਮੜਾਏ। ਮਹਾਰਾਜ ਕਹਿੰਦੇ ਹੇ ਜਟਾਧਾਰੀ, ਤੂੰ ਵਾਹਿਗੁਰੂ ਦੀ ਮਰਿਆਦਾ ਤੋਂ ਉਲਟ ਗਿਆ, ਕਿਉਂਕਿ ਗੁਰੂ ਸਾਹਿਬ ਨੇ ਵਾਹਿਗੁਰੂ ਨਾਲ ਤਾਂ ਤੈਨੂੰ ਕੇਸ ਦਿੱਤੇ ਸੀ, ਪਰ ਤੂੰ ਉਸ ਦੀ ਰਜ਼ਾ ਵਿੱਚ ਭੰਗਣਾ ਪਾਈ ਏ। ਕਿਹੜੀ? ਕਿ ਤੂੰ ਜਟਾਵਾਂ ਬਣਾ ਲੀਆਂ, ਬੋੜ ਦਾ ਦੁੱਧ ਲਾ ਕੇ ਲੋਕਾਂ ਦੇ ਕੇਸਾਂ ਨੂੰ ਨਾਲ ਜੋੜ ਕੇ ਉਂਗਲ ਵਰਗੀਆਂ ਮੋਟੀਆਂ ਜਟਾਵਾਂ ਬਣਾ ਲੀਆਂ। ਵਾਹਿਗੁਰੂ ਪਰਮੇਸ਼ਰ ਜੀ ਦੇ ਉਹ ਹੁਕਮ ਦੇ ਵਿੱਚ, ਰਾਜਾ ਵਿੱਚ ਤੂੰ ਭੰਗਣਾ ਪਾਈ ਏ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਹੁਕਮ ਦੀ ਬੇਅਦਬੀ ਕੀਤੀ, ਉਲੰਘਣਾ ਕੀਤੀ ਏ। ਇਸੇ ਕਰਕੇ ਤੂੰ ਕਿੱਥੋਂ ਮੁਕਤੀ ਪਾਲੇਂਗਾ? ਦੁਬਿਧਾ 'ਚ ਪਿਆ ਹੋਇਆ। ਭਾਵੇਂ ਕਰ ਮੁੜਾਏ। ਮਹਾਰਾਜ ਕਹਿੰਦੇ ਨਕਲੀ ਕੇਸ ਤਾਂ ਵਧਾ ਲੇ ਤੂੰ, ਹੁਣ ਕਹਿੰਦੇ ਘਰ ਮੁੜਾਏ। ਜਿਹੜਾ ਸੰਨਿਆਸੀ ਕੋਲ ਬੈਠਾ ਉਹ ਵੀ ਲੜਦਾ, ਉਹ ਵੀ ਆਪਣੇ ਆਪ ਨੂੰ ਸੰਤ ਕਹਾਉਂਦਾ, ਕਹਿੰਦਾ ਮੇਰੇ ਵਰਗਾ ਰੱਬ ਕੋਈ ਨਹੀਂ ਜੇ। ਮਹਾਰਾਜ ਦੱਸਦੇ ਐ, ਕਬੀਰ ਸਾਹਿਬ ਕਹਿੰਦੇ ਨੇ ਘਰ ਮੁੜਾਏ।
ਭਾਵੇਂ ਤੂੰ ਮਹਾਰਾਜ ਕਹਿੰਦੇ ਇਹ ਕੇਸਾਂ ਨੂੰ ਤੂੰ ਕੀ ਕੀਤਾ, ਮੁੰਡਾ ਲਏ ਨੇ ਕੇਸ। ਦੁਬਦਾ ਵਿੱਚ ਆ ਕੇ ਸੰਨਿਆਸੀ ਨੇ ਵੀ ਕੇਸ ਮਹਾਰਾਜ ਕਹਿੰਦੇ ਮੁੰਡਾ ਲਏ। ਕਹਿੰਦਾ ਕਿ ਇਹ ਜੰਜਾਲਾਂ ਵਿੱਚ ਫਸਿਆ ਹੋਇਆ ਏ ਕਿ ਮਹਾਰਾਜ ਕਹਿੰਦੇ ਤੂੰ ਵੀ ਵਾਹਿਗੁਰੂ ਦੀ ਰਜ਼ਾ 'ਚ ਲਾਤੀ ਮਾਰੀ ਹੈ, ਤੂੰ ਵੀ ਗੁਰੂ ਸਾਹਿਬ ਦੇ ਹੁਕਮ ਨੂੰ ਨਹੀਂ ਜਾਣਿਆ। ਹੁਕਮ ਵਿੱਚ ਰਹਿ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਕੀ ਕਹਿੰਦੇ ਹੈ, ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਜੋ ਖਸਮ ਨੂੰ ਭਾਉਂਦਾ, ਮਾਲਕ ਨੂੰ ਭਾਉਂਦਾ, ਮੇਰੇ ਮਾਲਕ ਹਰੀ ਨੂੰ ਭਾਉਂਦਾ ਆ, ਉਹ ਕਰਿਆ ਕਰ। ਖਸਮੇ ਸੋ ਕਰੇ, ਉਹ ਕੰਮ ਕਰ ਜਿਹੜੇ ਕੰਮ ਕਰਕੇ ਤੂੰ ਵਾਹਿਗੁਰੂ ਨੂੰ ਭਾਵੇਂ ਚੰਗਾ ਲੱਗੇ। ਨਹੀਂ ਤੂੰ ਜ਼ਹਿਰ ਵਰਗਾ ਲੱਗਦਾ, ਮਹਾਰਾਜ ਨੂੰ ਵਿਆਹ ਵਰਗਾ ਲੱਗਦਾ ਜੇ ਤੂੰ ਮਹਾਰਾਜ ਦੇ ਹੁਕਮ 'ਚ ਨਹੀਂ ਸਾਧ ਸੰਗਤ ਦੀ ਚੱਲਦਾ। ਗੁਰੂ ਸਾਹਿਬ ਕਹਿੰਦੇ ਖਸਮੇ ਭਾਵੈ ਸੋ ਕਰੇ, ਮਨ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ। ਇਹ ਆਸਾ ਕੀ ਵਾਰ 'ਚ ਬਚਨ ਆਉਂਦੇ ਐ ਗੁਰੂ ਨਾਨਕ ਦੇਵ ਸਤਿਗੁਰਾਂ ਜੀ ਦੇ। ਹਜੂਰ ਕਹਿੰਦੇ ਐ ਕਿ ਜੇ ਤੂੰ ਗੁਰੂ ਸਾਹਿਬ ਦੇ ਭਾਣੇ 'ਚ ਚੱਲੇਗਾ ਤਾਂ ਤੂੰ ਦਰਗਾਹ ਦਾ ਵਾਸੀ ਐ, ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਤੂੰ ਦਰਗਾਹ 'ਚ ਜਾਏਗਾ। ਗੁਰੂ ਦੇਵ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਚਾਹੀਦਾ। ਜੋ ਗੁਰਬਾਣੀ ਵਿੱਚ ਹੁਕਮ ਕੀਤੇ ਸਤਿਗੁਰਾਂ ਜੀ ਨੇ, ਉਹ ਹੁਕਮ ਨੂੰ ਜਿਹੜਾ ਸਿਰ ਤੇ ਮੰਨਦਾ, ਸਿਰ ਮੱਥੇ ਮੰਨਦਾ ਆ, ਮਹਾਰਾਜ ਕਹਿੰਦੇ ਉਹ ਸੱਚਖੰਡ ਦਾ ਵਾਸੀ, ਉਹਨੂੰ ਹੀ ਮੁਕਤੀ ਮਿਲੀ ਹੈ। ਭਾਵੇਂ ਘੜਲ ਮੁੰਡਾਏ। ਇਹ ਸੰਨਿਆਸੀ ਤੂੰ ਉਹ ਕੈਂਚੀ ਦੇ ਨਾਲ ਇਉਂ ਸਾਰਾ ਕੁਝ ਹੀ ਤੂੰ ਕੱਟ ਦਿੱਤਾ, ਕੇਸ ਕਤਲ ਕਰ ਦਿੱਤੇ। ਵਾਹਿਗੁਰੂ ਤਾਂ ਕੇਸਾਂ ਧਾਰੀ ਹੈ, ਮਾਰੇ ਤੇ ਲੰਬੇ ਲੰਬੇ ਕੇਸ ਨੇ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਕਹਿੰਦੇ ਵਾਹਿਗੁਰੂ ਤਾਂ ਆਪ ਕੇਸਾਂ ਧਾਰੀ ਹੈ। ਉਸ ਦੇ ਕੇਸ ਨੇ, ਉਸ ਦੇ ਜੂੜਾ ਆ, ਉਸ ਦੇ ਦਸਤਾਰ ਬੰਨੀ ਹੈ, ਖੂਬ ਤੇਰੀ ਪਗੜੀ, ਮੀਠੇ ਤੇਰੇ ਬੋਲ, ਖੂਬ ਬੜੀ ਸੋਹਣੀ ਪੱਗ ਬੰਨੀ ਹੋਈ ਹੈ। ਕਬੀਰ ਸਾਹਿਬ ਕਹਿੰਦੇ ਐ ਤੂੰ ਕੇਸ ਕਤਲ ਕਰਾ ਕੇ ਕਹਿੰਦਾ ਮੁਕਤੀ ਲੈਣੀ ਹੈ। ਮੁਕਤੀ ਕਿਹਦੇ ਤੋਂ ਲੈਣੀ? ਕਹਿੰਦੇ ਗੁਰੂ ਤੋਂ। ਗੁਰੂ ਸਾਹਿਬ ਤੇ ਆਪ ਕੇਸਾਂ ਧਾਰੀ ਏ। ਇਸੇ ਕਰਕੇ ਇਹ ਤੂੰ ਦੁਬਦਾ 'ਚ ਫਸਿਆ ਹੋਇਆ ਆ। ਕਈ ਸਾਡੇ ਵਾਲੇ ਵੀ ਕਹਿ ਦਿੰਦੇ ਨੇ ਸਿੱਖ, ਕਹਿੰਦੇ ਕੇਸ ਦਾੜਾ ਰੱਖਣ ਦੀ ਕੀ ਲੋੜ ਹੈ, ਇੱਦਾਂ ਹੀ ਮੁਕਤੀ ਮਿਲ। ਕਹਿੰਦੇ ਮਾਨ ਸਾਹਿਬ ਚਾਹੀਦਾ, ਕਹਿੰਦੇ ਅੱਛਾ, ਕਹਿੰਦੇ ਪ੍ਰੇਮ ਹੀ ਕਰਨਾ ਚਾਹੀਦਾ ਗੁਰੂ ਸਾਹਿਬ ਨਾਲ, ਕਿ ਗੁਰੂ ਸਾਹਿਬ ਨੇ ਕੇਸ ਨਹੀਂ ਰੱਖੇ। ਮਹਾਰਾਜ ਕਹਿੰਦੇ ਕੇਸ ਦਾੜਾ ਰੱਖੇ, ਤੂੰ ਵੀ ਨਹੀਂ ਕੇਸ ਕਤਲ ਕਰਨਾ। ਕੇਸਾਂ ਨੂੰ ਗੁਰੂ ਜਾਣ ਕੇ ਅਦਬ ਕਰ, 52 ਹੁਕਮਾਂ 'ਚ ਹੁਕਮ ਆਉਂਦਾ ਆ। ਤੇ ਸਾਧ ਸੰਗਤ ਜੀ ਉਤੋਂ ਕਹਿੰਦੇ ਅਸੀਂ ਪਿਆਰ ਕਰਦੇ ਹਾਂ, ਪ੍ਰੇਮ ਕਰਦੇ ਹਾਂ। ਇਹ ਪਿਆਰ ਹੈ ਕੋਈ? ਵਾਹਿਗੁਰੂ ਨਾਲ ਪਿਆਰ ਹੈ ਕਿ ਕੇਸ ਦਾੜੇ? ਸਾਧ ਸੰਗਤ ਜੀ ਨਾਈ ਦੀ ਦੁਕਾਨ ਤੇ ਰੁਲਦੇ ਫਿਰਦੇ ਆ, ਨਾਲੀਆਂ 'ਚ ਰੁਲਦੇ ਫਿਰਦੇ ਆ ਸਾਧ ਸੰਗਤ ਜੀ ਕੇਸ। ਤੇ ਮਹਾਰਾਜ ਤੇ ਜੋੜਾ ਲਾ ਦਿੱਤਾ ਸੀ ਚਮਕੌਰ ਸਾਹਿਬ ਦੀ ਧਰਤੀ ਤੇ। ਮਹਾਰਾਜ ਕਹਿੰਦੇ ਨਹੀਂ, ਕੇਸਾਂ ਨੂੰ ਮੇਰਾ ਪੈਰ ਨਾ ਲੱਗ ਜੇ, ਸ਼ਹੀਦੀ ਸਰੀਰ ਨੂੰ ਮੇਰਾ ਪੈਰ ਨਾ ਲੱਗ ਜੇ। ਪਤਾ ਆ ਪੋਹ ਦੀ ਰਾਤ ਹੈ, ਠੰਡੀ ਰਾਤ ਹੈ, ਗੁਰਮੁਖੋ ਕੰਡਿਆਲੀ ਉਹ ਸਾਧ ਸੰਗਤ ਜੀ ਰਸਤਾ ਆ, ਕੰਡਿਆਂ ਵਾਲਾ, ਰੋੜਾਂ ਵਾਲਾ ਰਸਤਾ ਆ। ਮਹਾਰਾਜ ਦੇ ਚਰਨਾਂ 'ਚ ਖੂਨ ਵੀ ਸਿਮਿਆ, ਗੁਰੂਦੇਵ ਨੇ ਜੋੜਾ ਲਾ ਦਿੱਤਾ ਸੀ। ਪਰ ਅਸੀਂ ਸਾਰਾ ਕੁਝ ਹੈ ਹੁਣ ਤੇ ਪੱਲੇ, ਕੇਸ ਦਾੜਾ ਨਹੀਂ ਰੱਖ ਸਕਦੇ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਕੋਈ ਸੰਨਿਆਸੀ ਹੋ ਕੇ ਘਰ ਰਮੜਾਏ, ਇਹ ਦੁਬਦਾ ਵਿੱਚ ਪੈ ਜੇ ਕਿ ਮੈਨੂੰ ਮੁਕਤੀ ਪ੍ਰਾਪਤ ਹੋ ਜੂਗੀ, ਗੁਰੂ ਜੀ ਕਹਿੰਦੇ ਉਹ ਵੀ ਵਾਹਿਗੁਰੂ ਦੀ ਆਗਿਆ ਹੀ ਭੰਗ ਕੀਤੀ ਹੈ। ਅੱਛਾ, ਕੇਸ ਤਾਂ ਕੁਦਰਤੀ ਹੈ, ਆਉਂਦੀ ਰਹਿਣਗੇ, ਭਾਵੇਂ 20 ਵਾਰੀ ਕੱਟ ਦੋ ਉਨੇ ਵਾਰ ਫੇਰ ਆਉਣਗੇ। ਸਾਧ ਸੰਗਤ ਜੀ 10 ਦਿਨਾਂ ਤੋਂ ਬਾਅਦ ਫੇਰ ਆ ਜਾਂਦੇ। ਇਹ ਤੇ ਕੁਦਰਤੀ ਪ੍ਰਕਿਰਿਆ, ਇਹ ਤੇ ਹੁਕਮ ਮਹਾਰਾਜ ਦਾ ਅਟਲ ਹੁਕਮ ਹੈ, ਇਹਨੂੰ ਅਟਲ ਹੁਕਮ ਆਖਿਆ। ਜੇ ਮਹਾਰਾਜ ਦੀ ਆਗਿਆ ਨਾ ਹੁੰਦੀ ਨਾ ਹੀ ਆਉਂਦੇ ਕੇਸ ਕਿਤੋਂ ਵੀ। ਆਗਿਆ ਇਹ ਨਾ ਹੁਣ ਸਾਧ ਸੰਗਤ ਜੀ ਵਾਹਿਗੁਰੂ ਤੋਂ ਹੀ ਪੈਦਾ ਹੋਏ ਨਾ, ਬ੍ਰਹਮ ਬਿੰਦ ਤੇ ਉਪਤ ਹੋਈ, ਸਭ ਬ੍ਰਹਮ ਤੋਂ ਹੀ ਪੈਦਾ ਹੋਏ ਨੇ, ਤਾਂ ਬਸ ਫਿਰ ਬ੍ਰਹਮ ਦੇ ਕੇਸ ਧਾਰੀ ਹੈ, ਕੇਸ ਦਾੜਾ ਆ। ਵਾਹਿਗੁਰੂ ਤੋਂ ਪੈਦਾ ਹੋਏ ਆ ਤੇ ਹੁਣ ਸਾਡੇ ਵੀ ਕੇਸ ਆਉਣਗੇ ਸਾਧ ਸੰਗਤ ਜੀ। ਤਾਂ ਕਰਕੇ ਅੰਮ੍ਰਿਤ ਧਾਰੀ ਨੂੰ ਹੁਕਮ ਕੀਤਾ ਗੁਰੂ ਜੀ ਨੇ, ਕਿਤੋਂ ਵੀ ਕੇਸ ਕਤਲ ਨਹੀਂ ਕਰਨਾ, ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਮਹਾਰਾਜ ਕਹਿੰਦੇ ਬੱਜਰ ਪਾਪ ਹੈ ਤੇਰਾ, ਧਰਮ ਕਰਮ ਚਲਿਆ ਜਾਏਗਾ। ਇੱਕ ਕੋਈ ਸਾਧ ਸੰਗਤ ਜੀ ਮਹਾਤਮਾ ਸੀ, ਉਹ ਮਹਾਤਮਾ ਬੜੇ ਜਪੀ ਤਪੀ ਸਨ। ਸਾਧ ਸੰਗਤ ਜੀ ਕਿਸੇ ਨੇ ਉਹਨਾਂ ਦੀ ਨਾ ਕੇਸਾਂ, ਸੁੱਤੇ ਪਿਆਂ ਦੇ ਕੇਸ ਕਤਲ ਕਰ ਦਿੱਤੇ ਸੀ। ਜਦੋਂ ਏਡਾ ਪਾਪ ਕਰ ਦਿੱਤਾ ਨਾ, ਹੁਣ ਕੇਸ ਕਤਲ ਦਾ ਹੋ ਗਏ ਨਾ। ਸਾਧ ਸੰਗਤ ਜੀ
ਤੜਕਾ ਹੋਇਆ, ਮਹਾਤਮਾ ਜੀ ਬੜੇ ਰੋਏ। ਸਾਧ ਸੰਗਤ ਜੀ ਉਹਨਾਂ ਦਾ ਸਾਰਾ ਧਰਮ ਕਰਮ ਚਲਿਆ ਗਿਆ, ਕੀਤੀ ਬੰਦਗੀ ਨਾਸ਼ ਹੋ ਗਈ। ਇਸੇ ਕਰਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਕਹਿੰਦੇ ਕਿ ਸਤਿਗੁਰੂ ਦੀ ਮੋਹਰ ਹੈ, ਸੰਭਾਲ ਕਰਕੇ ਰੱਖਣੀ ਹੈ ਇਸ ਦੀ। ਇਹ ਵੀ ਸੇਵਾ ਹੈ ਕਿ ਇਸ ਗੁਰੂ ਦੀ ਮੋਹਰ ਗੁਰੂ ਸਾਹਿਬ ਦੇ ਕੇਸਾਂ ਨੂੰ ਗੁਰੂ ਜਾਣਨਾ, ਸੰਭਾਲ ਕਰਨੀ। ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਕਹਿੰਦੇ ਜੇ ਤੂੰ ਸੰਨਿਆਸੀ ਹੋ ਗਿਆ, ਰੱਬ ਦੀ ਆਗਿਆ ਹੀ ਭੰਗ ਕੀਤੀ ਹੈ, ਪਰ ਪ੍ਰਭੂ ਦੇ ਨਾਲ ਪ੍ਰੀਤੀ ਕਰਨ ਤੋਂ ਬਗੈਰ ਚਾਹੇ ਤੂੰ ਜਟਾਧਾਰੀ ਸਾਧ ਹੋ ਜਾ, ਚਾਹੇ ਸੰਨਿਆਸੀ ਹੋ ਜਾ, ਕਬੀਰ ਸਾਹਿਬ ਕਹਿੰਦੇ ਤੂੰ ਪਾਰ ਨਹੀਂ ਹੋ ਸਕਦਾ, ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਤੂੰ ਬ੍ਰਹਮਚਾਰੀ ਹੋ ਜਾ, ਭਾਵੇਂ ਤੂੰ ਮਹਾਰਾਜ ਦੱਸਦੇ ਐ ਕਿ ਸੰਨਿਆਸੀ ਹੋ ਜਾ, ਸੰਨਿਆਸੀ ਬਣ ਜਾ, ਨਾ ਤੈਨੂੰ ਮੁਕਤੀ ਪ੍ਰਾਪਤ ਹੋਵੇਗੀ, ਨਾ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ, ਨਾ ਤੇਰੀ ਦੁਬਿਧਾ ਦੂਰ ਹੋਣੀ ਹੈ। ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪ੍ਰੀਤੀ ਨਹੀਂ ਲਾਉਂਦਾ। ਸਾਧ ਸੰਗਤ ਜੀ ਇਸੇ ਕਰਕੇ ਤੇ ਕਬੀਰ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਐ ਕਿ ਭਾਈ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਹੀ ਮੰਨਣਾ ਚਾਹੀਦਾ। ਸਾਧ ਸੰਗਤ ਜੀ ਕਈ ਸ਼ੰਕਾਵਾਦੀ ਇਸ ਸ਼ਲੋਕ ਤੇ ਸ਼ੰਕਾ ਕਰ ਬਹਿੰਦੇ, ਕਹਿੰਦੇ ਕਬੀਰ ਸਾਹਿਬ ਤੇ ਕਹਿੰਦੇ ਚਾਹੇ ਕੇਸ ਰੱਖ ਲਓ ਚਾਹੇ ਨਾ ਰੱਖੋ, ਅਪ੍ਰੀਤ ਕਰਨੀ ਚਾਹੀਦੀ। ਨਾ ਭਾਈ, ਉਹੀ ਕਬੀਰ ਸਾਹਿਬ ਜੀ ਨੇ ਅੱਗੇ ਜਾ ਕੇ ਆਖਿਆ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਤੂੰ ਮਨ ਨਹੀਂ ਮੁੰਨਿਆ ਕੇਸ ਮੁੰਡਾ ਲੈ। ਮਹਾਰਾਜ ਕਹਿੰਦੇ ਕੀ ਹੋ ਗਿਆ, ਤੂੰ ਕੇਸ ਮੁੰਡਾ, ਮਨ ਤਾਂ ਤੇਰਾ ਮੁੰਨਿਆ ਨਹੀਂ ਹੈ। ਸਾਧ ਸੰਗਤ ਜੀ ਵਾਹਿਗੁਰੂ ਆਪ ਕੇਸਾਂ ਧਾਰੀ ਹੈ, ਇਸੇ ਕਰਕੇ ਇਹ ਕਦੀ ਨਹੀਂ ਕਰਨਾ। ਠੀਕ ਹੈ, ਜੇ ਤੇਰੇ ਇੱਕ ਵਾਰ ਕੱਟਣ ਤੇ ਦੁਆਰੇ ਨਾ ਆਉਣ, ਫਿਰ ਤੂੰ ਰੱਖੀ ਨਾ ਕੇਸ, ਫਿਰ ਦਾੜਾ ਵੀ ਨਾ ਰੱਖੀ। ਜੇ ਆਉਂਦੇ ਐ ਤਾਂ ਫਿਰ ਤੈਨੂੰ ਰੱਖਣਾ ਹੀ ਪਊਗਾ, ਫਿਰ ਰੱਖਣਾ ਹੀ ਪਊਗਾ। ਆਉਂਦੇ ਆ ਨਾ ਕੇਸ ਦਾੜ, ਜਿੰਨਾ ਮਰਜ਼ੀ ਕਟਾ ਲਓ, ਆ ਜਾਣਗੇ 20-25 ਮਹੀਨੇ ਬਾਅਦ, ਦਿਨਾਂ ਬਾਅਦ ਆ ਜਾਣਗੇ। ਤੇ ਸਾਸ ਜੇ ਨਾ ਆਉਣ ਫਿਰ ਨਾ ਰੱਖਿਓ, ਲੈ ਕਰਕੇ ਵੇਖ ਲਓ, ਫਿਰ ਰੱਖਿਓ ਹੀ ਨਾ। ਤੇ ਜੇ ਆ ਗਏ ਫਿਰ ਕਟਾਇਓ ਨਾ, ਫਿਰ ਗੁਰੂ ਦਾ ਹੁਕਮ ਸਮਝਿਓ, ਆਗਿਆ ਸਮਝੋ ਵੀ ਇਹ ਗੁਰੂ ਦਾ ਆਗਿਆ ਹੈ, ਅਟਲ ਹੁਕਮ ਹੈ ਗੁਰੂ ਦੇਵ ਦਾ। ਪ੍ਰਭ ਕੀ ਕਲਾ ਨਾ ਮੇਟੀ ਜਾਏ, ਇਉਂ ਦੱਸਦੇ ਨੇ। ਜਦੋਂ ਦੋਵਾਂ ਦਾ ਝਗੜਾ ਮੇਟ ਦਿੱਤਾ ਨਾ ਮਹਾਰਾਜ ਕਬੀਰ ਜੀ ਨੇ, ਕਹਿੰਦੇ ਮਹਾਰਾਜ ਫਿਰ ਕੀ ਕਰੀਏ। ਗੁਰੂ ਸਾਹਿਬ ਕਹਿੰਦੇ ਕੇਸ ਦਾੜਾ ਰੱਖੋ, ਫਿਰ ਅੰਮ੍ਰਿਤ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ, ਅੰਮ੍ਰਿਤਮਈ ਨਾਮ ਹੈ, ਬਾਣੀ ਹੈ, ਪ੍ਰੀਤ ਕਰਿਆ ਕਰ। ਇਹੀ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਨਾਲ ਲਾਈ ਹੋਈ ਪ੍ਰੀਤੀ ਹੀ ਤੈਨੂੰ ਮੁਕਤੀ ਦਿਵਾ ਸਕਦੀ ਏ। ਇਉਂ ਗੁਰੂ ਸਾਹਿਬ ਜੀ ਨੇ ਆਖਿਆ, ਕਬੀਰ ਜਗ ਕਾਜਲ ਕੀ ਕੋਠੜੀ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਇਹ ਸੰਸਾਰ ਨੂੰ, ਮਾਇਆ ਨੂੰ, ਕਾਲਖ ਦੀ ਸਾਧ ਸੰਗਤ ਜੀ ਤਰ੍ਹਾਂ ਦੱਸਦੇ ਐ। ਕਬੀਰ ਸਾਹਿਬ ਕਹਿੰਦੇ ਜਿਹੜਾ ਸੰਸਾਰ ਹੈ ਇਹ ਭਾਈ ਕੱਜਲ ਸੁਰਮੇ ਦੀ ਨਿਆਈ ਹੈ। ਕਬੀਰ ਜਗ ਕਾਜਲ ਕੀ ਕੋਠੜੀ। ਮਹਾਰਾਜ ਕਹਿੰਦੇ ਜਿਹੜੇ ਸੰਸਾਰ ਜਗਤ ਦੇ ਵਿੱਚ ਜੀਵ ਰਹਿੰਦੇ ਐ, ਇਹ ਵੀ ਭਾਈ ਪਾਪਾਂ ਕਰਕੇ, ਸਾਧ ਸੰਗਤ ਜੀ ਅਵਿਦਿਆ ਕਰਕੇ, ਅਗਿਆਨਤਾ ਕਰਕੇ, ਵਿਸ਼ਿਆਂ ਕਰਕੇ ਕਾਲੇ ਹੋਏ ਫਿਰਦੇ ਐ। ਮਾੜੇ ਕੰਮਾਂ ਕਰਕੇ ਵੀ ਭਾਈ ਕਾਲੇ ਹੋ ਗਏ। ਜਗ ਕਾਜਲ ਕੀ ਕੋਠੜੀ, ਆਪ ਵੀ ਕਾਲੇ ਐ, ਜਿਹੜਾ ਇਹਨਾਂ ਦਾ ਸੰਗ ਕਰਦਾ ਉਹ ਵੀ ਕਾਲਾ ਹੋ ਜਾਂਦਾ ਹੈ। ਇਸੇ ਕਰਕੇ ਜਿਵੇਂ ਸਾਧ ਸੰਗਤ ਜੀ ਇਹ ਬਚਨ ਆਉਂਦਾ ਆ, ਮਹਾਰਾਜ ਕਹਿੰਦੇ ਉਹ ਕਾਲੇ ਭਾਂਡੇ ਬਾਸਨ ਕਾਰੋ ਪਰਸੀਆ ਤੋ ਕਛ ਲਾਗੇ ਦਾਗ। ਦਾਗ ਹੀ ਲੱਗਦਾ ਆ। ਜਿਹੜੇ ਸਾਧ ਸੰਗਤ ਜੀ ਇਹੋ ਜਿਹੇ ਕਾਲੇ ਲੋਕ ਨੇ ਜਿਨ੍ਹਾਂ ਦਾ ਮਨ ਤੇ ਤਨ ਕਾਲਾ ਹੋਇਆ ਏ। ਕਾਲਾ ਹੋਆ ਛਿਆ ਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਮਨ ਨੂੰ ਤੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਏ। ਇਹ ਤੇ ਭਾਈ ਕਾਲਾ ਹੋਇਆ ਪਿਆ ਏ ਮਨ। ਗੁਰੂ ਸਾਹਿਬ ਦੱਸਦੇ ਐ ਇਸ ਸੰਸਾਰ ਵਿੱਚ ਈਰਖਾ ਨੇ ਮਨ ਕਾਲਾ ਕਰਤਾ, ਨਿੰਦਿਆ ਨੇ ਮਨ ਕਾਲਾ ਕਰਤਾ। ਮਹਾਰਾਜ ਕਹਿੰਦੇ ਨਿੰਦਾ ਕਰਹਿ ਸਿਰ ਭਾਰ ਉਠਾਏ, ਮਨ ਮੁਖ ਮੁਗਧ ਕਰਾਂ ਨਿੰਦਿਆ ਭਲੀ ਕਿਸੇ ਕੀ ਨਾਹੀ। ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਮਨ ਮੁਖ ਮੁਗਧ ਕਰਨ ਮੋਹ ਕਾਲੇ ਤਨਾ ਨਿੰਦਕਾ ਨਰਕੇ ਘੋਰ ਪਵਨ। ਜਿਹੜੇ ਆਪ ਨਿੰਦਿਆ ਕਰਦੇ ਐ ਤੇ ਸਾਧ ਸੰਗ ਹੁੰਗਾਰਾ ਕਈ ਭਰ ਦਿੰਦੇ, ਹਾਂ ਬਈ ਤੇਰੀ ਗੱਲ ਸਹੀ ਹੈ। ਮਹਾਰਾਜ ਕਹਿੰਦੇ ਦੋਵਾਂ ਨੂੰ ਹੀ ਕਾਲਾ ਦਾਗ ਲੱਗਿਆ, ਦੋਵੇਂ ਹੀ ਕਾਲੇ ਹੋ ਗਏ ਆ। ਇਸ ਕਰਕੇ ਸੰਸਾਰ ਨੂੰ ਮਹਾਰਾਜ ਕਹਿੰਦੇ
ਕੱਜਲ ਦੀ ਨਿਆਈ ਆਖਿਆ ਕਬੀਰ ਸਾਹਿਬ ਜੀ ਨੇ, ਸੁਰਮੇ ਦੀ ਨਿਆਈ ਆਖਿਆ, ਕਾਲੇ ਦੀ ਨਿਆਈ ਆਖਿਆ। ਕਾਲਾ ਆ ਮਹਾਰਾਜ ਕਹਿੰਦੇ ਸੰਸਾਰ, ਇਹਦੇ ਵਿੱਚ ਵਿਸ਼ੇ ਰੂਪੀ ਕੱਜਲ ਨੇ, ਮਨ ਬੁੱਧ ਰੂਪੀ ਨੇਤਰਾਂ ਵਿੱਚ, ਅੱਖਾਂ ਵਿੱਚ ਸਾਧ ਸੰਗਤ ਜੀ ਗਿਆਨ ਦੀ ਰੌਸ਼ਨੀ ਨਹੀਂ ਹੈ। ਇਸੇ ਕਰਕੇ ਦੱਸਦੇ ਹਨ, ਅੰਧ ਪਰੇ ਤਿਸ ਮਾਹੇ। ਅੰਨੇ ਹੋਏ ਫਿਰਦੇ ਆ ਕਿਉਂਕਿ ਮਨ ਵਿੱਚ ਕੋਈ ਗਿਆਨ ਨਹੀਂ ਹੈ। ਸਾਧ ਮਨ ਵਿੱਚ ਤਾਂ ਹਨੇਰਾ ਹੀ ਛਾਇਆ ਹੋਇਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਅੰਦਰੋਂ ਸੱਚ ਦਾ ਕਾਲ ਪੈ ਗਿਆ, ਸੱਚੇ ਨਾਮ ਦਾ ਕਾਲ ਪੈ ਗਿਆ। ਕਾਲ ਕਿਵੇਂ ਪੈਂਦਾ ਹੁੰਦਾ? ਜਿਵੇਂ ਪਿਛਲੇ ਸਮਿਆਂ 'ਚ ਨਹੀਂ ਕਾਲ ਪੈਂਦੇ ਹੁੰਦੇ ਸੀ ਸਾਧ ਸੰਗਤ ਜੀ। ਕਈ ਕੋਲੋਂ ਵਰਖਾ ਨਾਲ ਹੀ ਖੇਤੀ ਹੁੰਦੀ ਸੀ ਨਾ ਸਾਧ। ਹੁਣ ਤੇ ਮੋਟਰਾਂ ਲੱਗੀਆਂ ਨੇ, ਨਹਿਰੀ ਪਾਣੀ ਆਉਂਦਾ, ਮੋਗੇ ਲੱਗੇ ਐ, ਕੱਸੀਆਂ ਦੇ ਪਾਣੀ ਆਉਂਦੇ ਨੇ ਸਾਧ ਸੰਗਤ ਜੀ, ਸੂਆਂ ਦੇ ਸਾਧ ਸੰਗਤ ਜੀ। ਔਰ ਫਿਰ ਉਸ ਵੇਲੇ ਪਿਛਲੇ ਸਮੇਂ 'ਚ ਵਰਖਾ ਨਾਲ ਹੀ ਖੇਤੀ ਹੁੰਦੀ ਸੀ। ਜਦੋਂ ਸਾਧ ਸੰਗਤ ਜੀ ਕਿਤੇ ਵਰਖਾ ਨਾ ਹੋਣੀ, ਉਦੋਂ ਕਾਲ ਪੈ ਜਾਣ। ਕਹਿੰਦੇ ਜੀ ਕਾਲ ਪੈ ਗਿਆ। ਗੁਰੂ ਸਾਹਿਬ ਕਹਿੰਦੇ ਅੰਦਰੋਂ ਵੀ ਸੱਚ ਦਾ ਕਾਲ ਪੈ ਗਿਆ, ਕਿਉਂਕਿ ਦੁਨੀਆ ਨੇ ਕੀ ਕੀਤਾ? ਕੂੜ ਵਰਤੇ ਆ, ਝੂਠ ਨੂੰ ਬਹੁਤਾ ਵਰਤੇ ਆ, ਝੂਠੇ ਕੰਮਾਂ ਨੂੰ ਬਹੁਤਾ ਵਰਤੇ ਆ। ਅੰਦਰੋਂ ਸੱਚ ਦਾ ਕਾਲ ਪੈ ਗਿਆ, ਕਲ ਕਾਲਖ ਬੇਤਾਲ। ਇਸ ਕਲਯੁਗ ਵਿੱਚ ਕਾਲਖ ਲੱਗ ਗਈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹੁਕਮ ਆਉਂਦਾ ਹੈ ਕਬੀਰ ਸਾਹਿਬ ਦੀ ਬਾਣੀ ਦੇ ਨਾਲ ਨਾਲ। ਦੇਖੋ ਆਸਾ ਕੀ ਵਾਰ ਵਿੱਚ ਸੁਆਮੀ ਜੀ ਕਹਿੰਦੇ ਕਲ ਕਾਲਖ ਬੇਤਾਲ। ਤਾਂ ਹੀ ਦੁਨੀਆ ਬੇਤਾਲੀ ਹੋਈ ਫਿਰਦੀ ਹੈ, ਕਾਲਖ ਲੱਗੀ ਹੋਈ ਹੈ। ਅੰਦਰ ਝਾਕ ਕੇ ਵੇਖੋ। ਤਾਂ ਹੀ ਕਬੀਰ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਇਉਂ ਕਾਲੇ ਲੇਖ ਨਾ ਲਿਖ। ਮਹਾਰਾਜ ਕਹਿੰਦੇ ਕਿਉਂ ਤਨ ਮਨ ਕਾਲਾ ਕੀਤਾ ਹੋਇਆ ਏ? ਗੁਰੂ ਸਾਹਿਬ ਕਹਿੰਦੇ ਅੰਧ ਪਰੇ ਤਿਸ ਮਾਹੇ। ਅੰਨੇ ਹੋਏ ਫਿਰਦੇ ਐ, ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਗਿਆਨ ਦੀ ਰੌਸ਼ਨੀ ਨਹੀਂ ਹੈ, ਗਿਆਨ ਦਾ ਚਾਨਣ ਨਹੀਂ ਹੈ। ਇਸੇ ਕਰਕੇ ਭਾਈ ਅੰਨੇ ਹੋਏ ਫਿਰਦੇ ਐ ਇਸ ਕਲਯੁਗ ਦੇ ਵਿੱਚ, ਜਗ ਕਾਜਲ ਦੀ ਕੋਠੜੀ ਦੇ ਵਿੱਚ। ਅੰਧ ਪਰੇ ਤਿਸ ਮਾਹੇ। ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਕੁਝ ਨਹੀਂ ਦਿਸਦਾ, ਅਗਿਆਨੀ ਜੀਵ ਹੈ, ਪਰਮਾਰਥ ਰਸਤਾ ਨਹੀਂ ਵਿਖਦਾ। ਅੰਨੇ ਹੋਏ ਫਿਰਦੇ ਐ। ਸੱਚ ਤੇ ਸੱਚ ਦਾ ਨਿਰਣਾ ਹੀ ਨਹੀਂ ਕਰਨਾ ਆਉਂਦਾ, ਸੱਚ ਤੇ ਝੂਠ ਦਾ ਨਿਰਣਾ ਹੀ ਨਹੀਂ ਕਰਨਾ ਆਉਂਦਾ। ਕਿ ਜੇ ਮੇਰੇ ਮਨ ਤਨ ਤੇ ਪਾਪਾਂ ਦੀ ਕਾਲਖ ਲੱਗੀ, ਮੈਨੂੰ ਹੀ ਅਨਕਾਏ ਰਾਤੜਿਆ, ਬਾਟ ਦੁਹੇਲੀ ਰਾਮ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਵੇ ਤੇਰਾ ਸਦਾ ਪਛੋਤਾਏ। ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਗੁਰੂ ਸਾਹਿਬ ਕਹਿੰਦੇ ਔਗਣ ਪਾਪ ਕਰ ਰਿਹਾ, ਪਛਤਾਵੇ ਤੈਨੂੰ ਪ੍ਰਾਪਤ ਹੋਏਗਾ। ਅੰਧ ਪਰੇ ਤੇ ਸਮਾਹੇ। ਅੰਨੇ ਹੋਏ ਫਿਰਦੇ ਨੇ। ਮਰਜ ਕਹਿੰਦੇ ਇਸ ਸੰਸਾਰ ਦੇ ਵਿੱਚ ਕੁਝ ਨਹੀਂ ਦਿਸਦਾ, ਕਿਉਂ? ਗਿਆਨ ਹੀ ਨਹੀਂ ਆਇਆ, ਕਿਤੇ ਸਤ ਸੰਗਤ ਹੀ ਨਹੀਂ ਕੀਤੀ, ਵਿਚਾਰ ਹੀ ਨਹੀਂ। ਰੱਬ ਦੇ ਪਿਆਰੇ ਬ੍ਰਹਮ ਗਿਆਨੀ, ਆਤਮਿਕ ਗਿਆਨੀ ਗੁਰਮੁਖਾਂ ਦਾ, ਰੱਬ ਦੇ ਪਿਆਰਿਆਂ ਦਾ ਸੰਗ ਹੀ ਨਹੀਂ ਕੀਤਾ। ਸੰਗ ਕਰਾਂਗੇ ਤੇ ਕੋਈ ਚੰਗੀ ਗੱਲ ਹੀ ਦੱਸਣਗੇ ਨਾ ਮਹਾਰਾਜ ਦੇ ਪਿਆਰੇ। ਇਸੇ ਕਰਕੇ ਅੰਨੇ ਹੋਏ ਫਿਰਦੇ ਐ। ਇਉਂ ਦੱਸਦੇ ਹਨ, ਹਉ ਬਲਿਹਾਰੀ ਤੈਨ ਕੋ। ਗੁਰੂ ਸਾਹਿਬ ਭਗਤ ਰਵਿਦਾਸ, ਵਾਹਿਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਬਲਿਹਾਰ ਜਾਣਾ ਭਾਈ ਉਹਨਾਂ ਤੋਂ। ਪੈਸ ਜੋ ਨੀਕਸ ਜਾਹੇ। ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਕਹਿੰਦੇ ਐ, ਸਤ ਸੰਗਤ ਦੇ ਦੁਆਰਾ, ਰੱਬ ਦੇ ਨਾਮ ਗਿਆਨ ਦੇ ਦੁਆਰਾ ਪੈ ਕੇ ਜੋ ਨੀਕਸ ਜਾਹੇ। ਨੀਕਸ ਨਿਕਲ ਗਏ, ਸੰਸਾਰ ਦੇ ਵਿੱਚੋਂ ਨਿਕਲ ਗਏ, ਕਾਲੇ ਬੋਲੇ ਸੰਸਾਰ ਦੇ ਵਿੱਚੋਂ ਨਿਕਲ ਗਏ। ਜਿਨ੍ਹਾਂ ਦੀ ਸੁਰਤੀ ਸਾਧ ਸੰਗਤ ਜੀ ਦੁਨੀਆ 'ਚ ਨਹੀਂ ਰਹੀ, ਤਾਂ ਹੀ ਤੇ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਰੱਬ ਦੇ ਪਿਆਰਿਆਂ ਦੀ ਚਾਲ ਮਰਿਆਦਾ ਵੱਖਰੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੇ ਭਗਤਾਂ ਕੇਰੀ। ਰੱਬ ਦੇ ਪਿਆਰਿਆਂ ਦੀ ਸੰਸਾਰ ਤੇ ਅਕਾਲ ਪੁਰਖ ਦੇ ਰੱਬ ਦੇ ਪਿਆਰੇ ਨੇ ਜਿਹੜੇ ਮਹਾਤਮਾ ਸੰਤ ਜਨ ਗੁਰਮੁਖ ਪਿਆਰੇ, ਉਹਨਾਂ ਦੀ ਮਰਿਆਦਾ ਵੱਖਰੀ ਹੈ। ਸਾਧ ਸੰਗਤ ਜੀ ਦੁਨੀਆ ਉਹ ਕਰਦੀ ਹੈ ਜੋ ਮਨ ਕਹਿੰਦਾ ਹੈ, ਰੱਬ ਦੇ ਪਿਆਰੇ ਉਹ ਕਰਦੇ ਜੋ ਗੁਰੂ ਸਾਹਿਬ ਹੁਕਮ ਕਰਦੇ ਐ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਆ। ਕਬੀਰ ਸਾਹਿਬ ਜੀ ਦੱਸਦੇ ਨੇ, ਹਉ ਬਲਿਹਾਰੀ ਤੈਨ ਕੋ। ਇਸ ਜਿਹੜਾ ਕੱਜਲ ਦਾ ਸੰਸਾਰ ਹੈ, ਜਗ ਕਾਜਲ ਕੀ ਕੋਠਰੀ ਹੈ ਭਾਈ। ਇਹ ਕਾਲਖ ਦੀ ਨਿਆਈ ਜਿਹੜਾ ਸੰਸਾਰ ਹੈ, ਵਿਸ਼ਿਆਂ
ਰੂਪੀ ਜਿਹੜਾ ਕਾਲਖ ਮਹਾਰਾਜ ਕਹਿੰਦੇ ਇਹ ਜੋ ਕਾਲਖ ਹੈ ਕਾਲਾ ਆ। ਸਾਧ ਸੰਗਤ ਜੀ ਹਉ ਬਲਹਾਰੀ ਤਿੰਨ ਕੋ, ਗੁਰੂ ਸਾਹਿਬ ਕਹਿੰਦੇ ਭਗਤ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਣਾ ਆ, ਉਹਨਾਂ ਰੱਬ ਦੇ ਪਿਆਰਿਆਂ ਤੋਂ ਬਲਹਾਰ ਜਾਣਾ, ਗੁਰਮੁਖਾਂ ਤੋਂ। ਸਾਧ ਸੰਗਤ ਜੀ ਕਹਿੰਦੇ ਕੁਰਬਾਨੇ ਜਾਣਾ ਆ ਜਿਹੜੇ ਪੈਕ ਸੁਜ ਨੀਕ ਸਜਾ ਹੈ। ਸਾਧ ਸੰਗਤ ਜੀ ਰੱਬ ਦੀ ਸਤ ਸੰਗਤ ਵਿੱਚ ਪੈ ਕੇ, ਰੱਬ ਦੀ ਚਰਨੀ ਸ਼ਰਣੀ ਪੈ ਕੇ, ਜਿਨ੍ਹਾਂ ਦਾ ਮਨ ਮਹਾਰਾਜ ਦੇ ਚਰਨੀ ਸ਼ਰਣੀ ਪੈ ਗਿਆ, ਜਿਨ੍ਹਾਂ ਦਾ ਮਨ ਮਹਾਰਾਜ ਦੇ ਨਾਮ ਬਾਣੀ ਦੀ ਚਰਨੀ ਸ਼ਰਣੀ ਪੈ ਗਿਆ, ਨੀਕ ਸਜਾ ਹੈ, ਨਿਕਲ ਗਏ ਸੰਸਾਰ ਦੇ ਵਿੱਚੋਂ। ਸਾਧ ਸੰਗਤ ਜੀ ਭਗਤੀ ਦੇ ਪ੍ਰਤਾਪ ਕਰਕੇ ਸੰਸਾਰ ਵਿੱਚ ਰਹਿੰਦੇ ਹੋਏ ਵੀ ਉਹਨਾਂ ਦਾ ਮਨ ਨਿਰਲੇਪ ਰਹਿੰਦਾ। ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰ ਗਾਈ ਨੇ ਸਾਣੇ, ਸ਼ੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਦੁਨੀਆ 'ਚ ਰਹਿ ਕੇ ਹੀ ਮੁਕਤ ਹੋਣਾ ਅਸੀਂ, ਦੁਨੀਆ ਨੂੰ ਨਹੀਂ ਛੱਡਣਾ। ਦੇਖੋ ਧਿਆਨ ਦਿਓ ਇੱਧਰ, ਨਾ ਮਾਇਆ ਨੂੰ ਛੱਡਣਾ ਨਾ ਦੁਨੀਆ ਨੂੰ ਛੱਡਣਾ। ਤੇ ਛੱਡਣਾ ਕਿਹਨੂੰ ਹੈ? ਦੁਨੀਆਦਾਰੀ ਦੇ ਮੋਹ ਨੂੰ ਛੱਡਣਾ। ਸਾਧ ਸੰਗਤ ਜੀ ਮਮਤਾ ਨੂੰ ਤਿਆਗਣਾ, ਹੰਗਤਾ ਨੂੰ ਤਿਆਗਣਾ, ਹੰਕਾਰ ਨੂੰ ਤਿਆਗਣਾ ਹੈ। ਤੇ ਫਿਰ ਉਹ ਕਾਲੇ ਨਹੀਂ ਹੋਣਗੇ, ਨਿਕਲ ਜਾਣਗੇ ਭਾਈ। ਕਿੱਥੇ ਨਿਕਲ ਜਾਣਗੇ? ਸੱਚਖੰਡ ਵਿੱਚ ਨਿਕਲ ਜਾਣਗੇ। ਉਹ ਸੱਚਖੰਡ ਵੱਲ ਨੂੰ ਤੁਰ ਜਾਣਗੇ। ਉਹ ਭਾਈ ਉਹ ਰਸਤੇ ਤੇ ਪੈ ਜਾਣਗੇ, ਦੁਨੀਆ ਵਿੱਚੋਂ ਨਿਕਲ ਕੇ ਸੱਚਖੰਡ ਵਿੱਚ ਚਲੇ ਜਾਣਗੇ। ਇਉਂ ਭਗਤੀ ਦੇ ਪ੍ਰਤਾਪ ਕਰਕੇ ਮਹਾਰਾਜ ਕਹਿੰਦੇ ਉਹ ਮਨ ਕਰਕੇ ਅਲੇਪ ਰਹਿੰਦੇ ਆ ਗੁਰਮੁਖ ਪਿਆਰੇ। ਕਬੀਰ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਣਾ ਭਾਈ। ਕਬੀਰ ਇਹੋ ਤਨ ਜਾਏਗਾ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜਿਹੜੇ ਲੋਕ ਮਾਇਆ ਸੰਸਾਰਕ ਧੰਦਿਆਂ 'ਚ ਹੀ ਫਸੇ ਹੋਏ ਨੇ, ਉਹਨਾਂ ਬਾਬਤ ਮਹਾਰਾਜ ਬਚਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸ਼ਲੋਕ ਉਚਾਰਦੇ ਹਨ। ਸਕਹੁ ਤਾਂ ਲਿਓ ਬਹੋਰ। ਕਬੀਰ ਸਾਹਿਬ ਕਹਿੰਦੇ ਕਬੀਰ ਇਹੋ ਤਨ ਜਾਹੇਗਾ। ਭਾਈ ਤੁਸੀਂ ਮਾਇਆ ਦੇ ਧੰਦਿਆਂ 'ਚ ਹੀ ਲੱਗੇ ਹੋ, ਸੰਸਾਰਕ ਧੰਦਿਆਂ 'ਚ ਹੀ ਫਸੇ ਹੋਏ ਹੋ। ਕਬੀਰ ਸਾਹਿਬ ਦੱਸਦੇ ਹਨ ਕਬੀਰ ਇਹੋ ਤਨ ਜਾਏਗਾ। ਭਗਤ ਕਬੀਰ ਸਾਹਿਬ ਕਹਿੰਦੇ ਭਾਈ ਜਿਹੜਾ ਤਨ ਸਰੀਰ ਨਾ ਇੱਕ ਦਿਨ ਦੁਨੀਆ ਤੋਂ ਚਲਿਆ ਜਾਏਗਾ, ਨਾਸ਼ ਹੋ ਜਾਏਗਾ। ਇਹ ਦੁਨੀਆ ਦੇ ਧੰਦੇ ਤੇ ਇੱਥੇ ਹੀ ਪਏ ਰਹਿ ਜਾਣਗੇ। ਸਾਡੇ ਦਾਦੇ ਪੜਦਾਦਿਆਂ ਨੇ ਕੀਤਿਆ ਨਾ ਕੰਮ, ਧੰਦੇ ਕਿਹੜਾ ਖਤਮ ਹੋ ਗਏ? ਮਹਾਰਾਜ ਕਹਿੰਦੇ ਚੱਲੀ ਜਾਣਗੇ। ਉਹ ਜਿੰਨਾ ਚਿਰ ਸੰਸਾਰ ਰਹਿੰਦਾ ਧੰਦੇ ਚੱਲਦੇ ਰਹਿੰਦੇ ਐ। ਤੂੰ ਤੇ ਆਪਣਾ ਆਤਮਿਕ ਜੀਵਨ ਵਿਗਾੜ ਦਿੱਤਾ ਨਾ, ਤੂੰ ਤੇ ਆਪਣੇ ਜੀਵਨ ਨੂੰ ਸੋਧ ਨਹੀਂ ਸਕਿਆ, ਤੂੰ ਤੇ ਆਪਣਾ ਜੀਵਨ ਵਿਅਰਥੀ ਲੰਘਾ ਦਿੱਤਾ ਨਾ। ਮਹਾਰਾਜ ਦੱਸਦੇ ਐ ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਏ। ਚੋਟਾਂ ਹੀ ਪੈਣਗੀਆਂ ਨਾ ਤੇਰੇ ਫਿਰ। ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਆਰਾ ਲੋਭ ਕਰਦ ਹੈ। ਮਹਾਰਾਜ ਦਾ ਬਚਨ ਹੈ ਪਾਪੀ ਜੀਆਰਾ ਲੋਭ ਕਰਦ ਆਜ ਕਾਲ ਉੱਠ ਜਾਹੇਗਾ। ਇਹ ਸੰਸਾਰ ਵਿੱਚੋਂ ਜਿਹੜਾ ਵੀ ਸਰੀਰ ਲੈ ਕੇ ਆਇਆ, ਚਾਹੇ ਸੰਤ ਹੈ ਰੱਬ ਦਾ ਪਿਆਰਾ, ਚਾਹੇ ਆਮ ਦੁਨੀਆ ਹੀ ਹੈ ਕਲਯੁਗੀ ਜੀਵ, ਸਭ ਦੁਨੀਆ ਤੋਂ ਚਲੇ ਜਾਣਗੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਜ ਕਾਲ ਉੱਠ ਜਾਹੇਗਾ। ਰਾਣਾ ਰਾਵ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਚਾਹੇ ਕੋਈ ਰਾਜਾ ਹੋਵੇ, ਮਹਾਰਾਜ ਕਹਿੰਦੇ ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਮਹਾਰਾਜ ਕਹਿੰਦੇ ਧਨਵੰਤਾ ਅਰ ਨਿਰਧਨ ਮੰਨਈ, ਤਾਗੀ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਦ੍ਰਿਸ਼ਟਮਾਨ ਹੈ ਸਗਲ ਮਥੀਨਾ। ਜੋ ਵੀ ਤੁਸੀਂ ਸੰਸਾਰ ਵਿੱਚ ਵੇਖਦੇ ਹੋ ਸਭ ਮਹਾਰਾਜ ਕਹਿੰਦੇ ਭਾਈ ਦੁਨੀਆ ਤੋਂ ਚਲੇ ਜਾਣਗੇ, ਨਾਸ਼ ਹੋ ਜਾਏਗਾ ਸਰੀਰ ਤੇਰਾ। ਸਕਹੁ ਤਾਂ ਲਿਓ ਬਹੋਰ। ਜੇਕਰ ਭਾਈ ਤੂੰ ਮੋੜ ਸਕੇ ਤਾਂ ਮਹਾਰਾਜ ਕਹਿੰਦੇ ਉਸ ਨੂੰ ਮੋੜ ਲੈ, ਸਤ ਸੰਗਤ ਵਿੱਚ ਮੋੜ ਲੈ। ਸਕਹੁ ਤਾਂ ਲਿਓ ਬਹੋਰ। ਕਬੀਰ ਸਾਹਿਬ ਜੀ ਨੇ ਆਖਿਆ ਤੇਰਾ ਸਰੀਰ ਨਾਸ਼ ਹੋ ਜਾਏਗਾ, ਇੱਕ ਦਿਨ ਦੁਨੀਆ ਤੋਂ ਚਲਿਆ ਜਾਏਗਾ। ਫਿਰ ਗੁਰੂ ਸਾਹਿਬ ਜੀ ਨੂੰ ਭਗਤ ਜੀ ਨੂੰ ਸਵਾਲ ਕੀਤਾ ਮਹਾਰਾਜ ਕੀ ਕਰੀਏ? ਤਾਂ ਗੁਰੂ ਸਾਹਿਬ ਦੱਸਦੇ ਐ ਕਹਿੰਦੇ ਸਕਹੁ ਤਾਂ ਲਿਓ ਬਹੋਰ। ਭਗਤ ਜੀ ਕਹਿੰਦੇ ਇਸ ਨੂੰ ਸਤ ਸੰਗਤ ਵੱਲ ਮੋੜ ਨਾ ਕਰ, ਰੱਬ ਦੀ ਭਗਤੀ ਵੱਲ ਮੋੜਿਆ ਕਰ, ਸੇਵਾ ਵਿੱਚ ਮੋੜਿਆ ਕਰ, ਸੇਵਾ ਕਰਿਆ ਕਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਜਾ ਕੇ ਸਰੀਰ ਨੇ ਤਾਂ ਨਾਸ਼ ਹੋ ਜਾਣਾ ਏ, ਇੱਕ ਵਾਰੀ ਤੈਨੂੰ ਸਰੀਰ ਮਿਲੇ ਤਾਂ ਤੂੰ ਲਾਭ ਲੈ ਲੈ।
ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਜੀਵ ਨਾਲ ਉਹਦੇ ਨਾਮ ਨੂੰ ਜਪ, ਨੇਤਰੀ ਸਤਿਗੁਰ ਪੇਖਣਾ। ਅੱਖਾਂ ਨਾਲ ਗੁਰੂ ਦਾ ਦਰਸ਼ਨ ਵੇਖਿਆ ਕਰ। ਅੱਖਾਂ ਤੇ ਪਸ਼ੂਆਂ ਦੀ ਵੀ ਹੈ, ਤੇ ਮਹਾਰਾਜ ਕਹਿੰਦੇ ਅੱਖੀ ਦੋਏ ਨਿਰਮੋਲ ਕਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਤਾਂ ਅੱਖਾਂ ਤੇਰੀਆਂ ਅਮੋਲਕ ਨੇ। ਅੱਖਾਂ ਪਸ਼ੂਆਂ ਦੀ ਵੀ ਹੈ, ਪੰਛੀਆਂ ਦੀ ਵੀ ਹੈ, ਪਰ ਮਨੁੱਖ ਦੀਆਂ ਅੱਖਾਂ ਤਾਂ ਸਫਲੀਆਂ ਨੇ ਜੀ ਗੁਰੂ ਸਾਹਿਬ ਦੀ ਬਾਣੀ ਨੂੰ ਵੇਖਦੀਆਂ। ਜੇ ਅੱਖਾਂ ਗੁਰੂ ਸਾਹਿਬ ਦਾ ਦਰਸ਼ਨ ਕਰਦੀਆਂ। ਗੁਰੂ ਸਾਹਿਬ ਦਾ ਦਰਸ਼ਨ ਕਰਨ ਦਾ ਕੀ ਮਤਲਬ ਹੈ? ਗੁਰਬਾਣੀ ਨੂੰ ਵੇਖਣਾ ਅੱਖਾਂ ਦੇ ਨਾਲ, ਕਿਉਂਕਿ ਬਾਣੀ ਕਾਲ ਪੁਰਖ ਹੈ। ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮੱਥਾ ਮਹਾਰਾਜ ਦੇ ਚਰਨੀ ਲਾਉਣਾ, ਲੰਮੇ ਡੰਡੌਤ ਕਰਨੀ, ਡੰਡੇ ਵਾਂਗ ਲੰਮੇ ਪੈ, ਉਹਨੂੰ ਡੰਡੌਤ ਕਹਿੰਦੇ ਨੇ। ਡੰਡੌਤ, ਡੰਡੇ ਵਾਂਗ ਲੰਮੇ ਪੈ ਕੇ ਸਾਧ ਸੰਗਤ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਦੇ ਚਰਨੀ ਪੈ ਕੇ ਨਮਸਕਾਰ ਕਰਨੀ। ਤੇ ਡੰਡੇ ਵੱਤ ਲੰਮੇ ਪੈ ਕੇ ਪਤਾ ਕੌਣ ਨਮਸਕਾਰ ਕਰਦੇ ਸਨ? ਧੰਨ ਗੁਰੂ ਅਮਰਦਾਸ ਮਹਾਰਾਜ। ਗੁਰੂ ਅੰਗਦ ਸਾਹਿਬ ਦੀ ਜਦੋਂ ਸੇਵਾ ਕਰਦੀ ਸਿੱਖ ਰੂਪ 'ਚ, ਮਹਾਰਾਜ ਡੰਡੇ ਵਾਂਗ ਲੰਮੇ ਪੈ ਕੇ ਗੁਰੂ ਜੀ ਨੂੰ ਨਮਸਕਾਰ ਕਰਿਆ ਕਰਦੇ ਸੀ। ਤੇ ਵੇਖੋ 12 ਸਾਲ ਗਾਗਰ ਢੋਈ ਤੇ ਤਾਂ ਗੁਰਤਾ ਗੱਦੀ ਮਿਲੀ। ਇਹ ਦੁਨੀਆ ਦਾ ਕਿਤੇ ਭਾਈ ਨੋਟਾਂ ਵੋਟਾਂ ਕਰਕੇ ਰਾਜ ਮਿਲਦਾ ਹੈ? ਇਹ ਕਿਤੇ ਦੁਨੀਆ ਦੀ ਕੁਰਸੀ ਹੈ ਵੀ ਨੋਟਾਂ ਵੋਟਾਂ ਕਰਕੇ ਜਿੱਤ ਲਵਾਂਗੇ? ਇਹ ਗੁਰੂ ਨਾਨਕ ਸਾਹਿਬ ਦਾ ਤਖਤ ਹੈ। ਭਗਤੀ ਦੇ ਨਾਲ, ਸੇਵਾ ਦੇ ਨਾਲ ਜਿੱਤਿਆ ਜਾਂਦਾ ਏ। ਮਹਾਰਾਜ ਕਹਿੰਦੇ ਕੋਈ ਦੁਨੀਆ ਦੀ ਕੁਰਸੀ ਨਹੀਂ ਹੈ, ਇਹ ਦੁਨੀਆ ਦੀ ਕੋਈ ਰਾਜ ਗੱਦੀ ਨਹੀਂ। ਧੋਖੇ ਦੇ ਨਾਲ ਮਹਾਰਾਜ ਕਹਿੰਦੇ ਹੜੱਪ ਲਵੇਂਗਾ। ਇਸੇ ਕਰਕੇ ਮਹਾਰਾਜ ਕਹਿੰਦੇ ਸਕੋ ਤਾ ਲੇਹੋ ਬਹੋਰ, ਇਸ ਸਰੀਰ ਦੇ ਨਾਲ ਨਾਸ਼ ਹੋ ਜਾਣਾ ਆ। ਮਹਾਰਾਜ ਕਹਿੰਦੇ ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਹੁਣ ਜਿਵੇਂ ਤੁਸੀਂ ਦੇਖੋ ਕਿੰਨੀ ਸੰਗਤ ਬਹਿੰਦੀ ਏ, ਇਸ ਕਥਾ ਸੁਣਦੀ ਏ, ਕੰਨਾਂ ਦੇ ਨਾਲ ਉਹਦੇ ਨਾਮ ਨੂੰ ਸੁਣ। ਮਹਾਰਾਜ ਕਹਿੰਦੇ ਤੂੰ ਲਾਭ ਲੈ ਲੈ। ਪਸ਼ੂ ਆਇਆ ਕਿਤੇ ਸੰਗਤ ਵਿੱਚ? ਦੱਸੋ ਇੱਥੇ ਪਸ਼ੂ ਬੈਠੇ ਆ ਕਿ ਆਪਾਂ ਮਨੁੱਖ ਬੈਠੇ ਆ? ਮਨੁੱਖ ਬੈਠੇ ਆ ਨਾ। ਆਪ ਸਾਧ ਸੰਗਤ ਜੀ ਪਸ਼ੂ ਥੋੜੀ ਬੈਠਾ ਹੈ, ਪੰਛੀ ਕਿਤੇ ਬੈਠੇ ਐ? ਨਹੀਂ ਨਾ, ਸੰਗਤ ਬੈਠੀ ਏ, ਮਨੁੱਖ ਬੈਠਾ, ਮਨੁੱਖਾ ਜਾਮਾ ਬੈਠਾ। ਤਾਂ ਕਰਕੇ ਮਨੁੱਖ ਜਾਮਾ ਹੀ ਸਤ ਸੰਗਤ ਕਰ ਸਕਦਾ। ਮਨੁੱਖ ਵਿੱਚ ਹੀ, ਮਨੁੱਖ ਜਾਮੇ ਵਿੱਚ ਹੀ ਸੇਵਾ ਹੋ ਸਕਦੀ ਹੈ। ਮਨੁੱਖ ਜਾਮੇ ਵਿੱਚ ਹੀ ਭਗਤੀ ਹੋ ਸਕਦੀ ਹੈ, ਸੇਵਾ ਹੋ ਸਕਦੀ ਹੈ, ਸੁਣ ਸਕਦਾ ਹੈ। ਤੇ ਪਸ਼ੂ ਤਾਂ ਉਹ ਤੇ ਭੋਗ ਜੂਨੀ ਹੈ, ਉਹ ਆ ਕਰਮ ਜੂਨੀ ਹੈ। ਥੋੜਾ ਧਿਆਨ ਦਿਓ ਇੱਥੇ, ਆ ਕਰਮ ਜੂਨੀ ਹੈ। ਇਹਦੇ ਕਰਮ ਕਰਨੇ ਆਪੇ ਬੀਜ ਆਪੇ ਹੀ ਖਾਹੋ, ਕਰ ਕਰ ਕਰਨਾ ਲਿਖ ਲਿਆ ਜਾਓ, ਗੁਰੂਦੇਵ ਕਹਿੰਦੇ। ਆ ਕਰਮ ਜੂਨੀ ਹੈ ਇਹ, ਜਿਹੋ ਜੇ ਕਰਮ ਕਰੇਗਾ ਤੈਨੂੰ ਮਿਲੇਗਾ ਅੱਗੇ ਜਾ ਕੇ। ਅੱਗੇ ਫਿਰ ਭੋਗ ਜੂਨੀ ਆਉਣੀ ਹੈ। ਸ਼ੁਭ ਕਰਮ ਕਰ ਲੈ, ਸੱਚਖੰਡ ਦੇ ਰਸਤੇ ਤੈਨੂੰ ਮਿਲ ਜਾਣਗੇ। ਮੁਕਤੀ ਪਦ ਪ੍ਰਾਪਤ, ਸੁਖ ਭੋਗ ਲਵੇਂਗਾ, ਆਨੰਦ ਭੋਗ ਲਵੇਂਗਾ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਦੀ ਕਿਰਪਾ ਕਰਕੇ ਤੇਰੇ ਪਾਪ ਕੱਟੇ ਜਾਣਗੇ। ਤੇ ਕਿਵੇਂ ਪਾਪ ਕੱਟੇ ਜਾਣਗੇ? ਸੰਗਤ ਵਿੱਚ ਆ ਕੇ। ਤਾਂ ਹੀ ਗੁਰੂਦੇਵ ਕਹਿੰਦੇ ਸਾਧ ਸੰਗਤ ਬਿਨੁ ਤਰਿਓ ਨਾ ਕੋਏ। ਇਸ ਕਰਕੇ ਗੁਰਮੁਖੋ, ਰੱਬ ਦੇ ਪਿਆਰਿਓ, ਸਰੀਰ ਮਿਲਿਆ ਤੇ ਸਤ ਸੰਗਤ ਕਰੀਏ, ਕਥਾ ਸੁਣੀਏ, ਵਿਚਾਰੀਏ, ਬਾਣੀ ਪੜ੍ਹੀਏ, ਸੇਵਾ ਕਰੀਏ। 2-2.5 ਘੰਟੇ ਕੱਢਦੇ ਕਰੀਏ ਮਹਾਰਾਜ ਵਾਸਤੇ। ਤਾਂ ਗੁਰੂ ਸਾਹਿਬ ਕਹਿੰਦੇ ਸਕੋ ਤਾ ਲੇਹੋ ਬਹੋਰ। ਭਗਤ ਜੀ ਮਹਾਰਾਜ ਕਹਿਣ ਲੱਗੇ ਇਹ ਸਰੀਰ ਨੂੰ ਮੋੜ ਲੈ, ਰੱਬ ਦੀ ਸੰਗਤ ਭਗਤੀ ਵੱਲ ਲਾ ਲੈ। ਨਾਂਗੇ ਪਾਵੋ ਤੇ ਗਏ। ਉਹ ਭਾਈ ਨੰਗੇ ਪੈਰੀ ਗਏ ਨੇ, ਦੁਨੀਆ ਤੋਂ ਨੰਗੇ ਪੈਰੀ ਜਾਂਦੇ ਆ ਪਰਲੋਕ ਦੇ ਰਸਤੇ ਵਿੱਚ। ਜਦੋਂ ਇਹ ਸਾਧ ਸੰਗਤ ਜੀ ਜਿਹੜੇ ਜਮਦੂਤ ਹੈ ਨਾ, ਉਹ ਜਦੋਂ ਸਾਧ ਸੰਗਤ ਜੀ ਪਰਲੋਕ ਦੇ ਰਸਤੇ ਵਿੱਚ ਲੈ ਕੇ ਜਾਂਦੇ ਐ, ਉਦੋਂ ਫਿਰ ਉਹ ਕਹਿੰਦੇ ਐ ਕਿ ਤੈਨੂੰ ਠੰਡ ਧੁੱਪ ਲੱਗਦੀ ਹੈ। ਜਿਵੇਂ ਮਹਾਰਾਜ ਨੇ ਆਖਿਆ, ਜਹ ਮਹਾ ਭਿਆਨ ਦੂਤ ਜਮਦਲੈ, ਚਾਹੇ ਕੇਵਲ ਨਾਮ ਸੰਗ ਤੇਰੇ ਚੱਲੈ, ਜਹ ਮੁਸ਼ਕਲ ਹੋਵੇ ਅਤ ਭਾਰੀ। ਉੱਥੇ ਬੜੀ ਮੁਸ਼ਕਲ ਹੁੰਦੀ ਹੈ ਸਾਧ ਸੰਗਤ ਜੀ। ਹਰ ਕੋ ਨਾਮ ਖਿਨ ਮਾਹੇ ਉਧਾਰੀ। ਗੁਰੂ ਸਾਹਿਬ ਸੁਖਮਨੀ ਸਾਹਿਬ ਵਿੱਚ ਦੱਸਦੇ ਐ, ਮਹਾਰਾਜ ਕਹਿੰਦੇ
ਵਾਹਿਗੁਰੂ ਦਾ ਨਾਮ ਹੀ ਉੱਥੇ ਸਾਧ ਸੰਗਤ ਜੀ ਸਹਾਇਤਾ ਕਰ ਸਕਦਾ। ਨਹੀਂ ਤੇ ਗੁਰੂ ਜੀ ਕਹਿੰਦੇ ਸਭ ਨੰਗੇ ਪੈਰੀ ਗਏ ਨੇ, ਜਿਨ੍ਹਾਂ ਨੇ ਬੜਿਆਂ ਦੇਸ਼ਾਂ ਨੂੰ ਜਿੱਤਿਆ ਸੀ ਸਾਧ ਸੰਗਤ ਜੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀਤ ਫਰੈ ਸਭ ਦੇਸ ਦਸਾਨ ਕੋ ਬਾਦ ਢੋਲ ਮਰਦੰਗ ਨਗਾਰੇ। ਜਿਨ੍ਹਾਂ ਨੇ ਬੜਿਆਂ ਦੇਸ਼ਾਂ ਨੂੰ ਵੀ ਜਿੱਤਿਆ, ਜਿਨ੍ਹਾਂ ਦੇ ਦਰ ਤੇ ਬੜੇ ਢੋਲ ਨਗਾਰੇ ਵੱਜਦੇ ਸੀ। ਮਹਾਰਾਜ ਦੱਸਦੇ ਆ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਾਜ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗੁਜਾਨ ਕੇ ਸੁੰਦਰ ਹੈ ਸਤਿ ਹਜ਼ਾਰ ਹਜ਼ਾਰੇ। ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ। ਸ਼੍ਰੀ ਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ। ਅੰਤ ਵੇਲੇ ਤੇ ਜਮਾਂ ਦੇ ਮਹਾਰਾਜ ਕਹਿੰਦੇ ਧਾਮ ਜਾਣਗੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਭਜਣਾ ਹੀ ਨਹੀਂ ਕੀਤਾ, ਜਿਨ੍ਹਾਂ ਨੇ ਰਸਨਾ ਦੇ ਨਾਲ ਨਾਮ ਹੀ ਨਹੀਂ ਜਪਿਆ। ਸਾਧ ਸੰਗਤ ਜੀ ਇਉਂ ਗੁਰੂਦੇਵ ਦੱਸਦੇ ਐ। ਮਹਾਰਾਜ ਕਹਿੰਦੇ ਨੰਗੇ ਪੈਰੀ ਗਏ ਨੇ ਸਾਧ ਸੰਗਤ ਜੀ। ਇਸੇ ਕਰਕੇ ਤੇ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਕਹਾ ਭਇਓ ਦਰ ਬਾਂਧੇ ਹਾਥੀ ਖਿਨਮੈ ਭਈ ਪਰਾਈ। ਜਿਹਦਾ ਸਾਧ ਸੰਗਤ ਜੀ ਸਾਰੀ ਲੰਕਾ ਸੋਨੇ ਦੀ ਸੀ। ਮਹਾਰਾਜ ਦਾ ਬਚਨ ਹੈ ਸਾਧ ਸੰਗਤ ਜੀ। ਗੁਰੂ ਸਾਹਿਬ ਕਹਿੰਦੇ ਸੂਰਜ ਜਾ ਕੇ ਤਪਤ ਸੋਈ ਬੈ ਸੰਤਰ ਜਾ ਕੇ ਕੱਪੜੇ ਧੋਈ। ਚੰਦ ਸੂਰਜ ਜਾ ਕੇ ਉਸ ਦੀ ਰਸੋਈ ਵਿੱਚ ਕੰਮ ਕਰਦੇ ਸੀ। ਐਡੇ ਵੱਡੇ ਦੇਵਤੇ ਵੀ ਸਾਧ ਸੰਗਤ ਜੀ ਚੰਦ ਸੂਰਜ ਆ ਨਹੀਂ, ਉਹ ਅਭਿਮਾਨੀ ਦੇਵਤੇ ਸਨ। ਦੇਵਤੇ ਚੰਦ ਸੂਰਜ ਜਾ ਕੇ ਤਪਤ ਰਸੋਈ ਬੈ ਸੰਤਰ ਜਾ ਕੇ ਕੱਪੜੇ ਧੋਈ। ਐਡਾ ਵੱਡਾ ਪ੍ਰਤਾਪੀ ਰਾਜਾ ਸੀ ਰਾਵਣ। ਮਹਾਰਾਜ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ ਸੀ ਤੇ ਲੱਖਾਂ ਦੇ ਮਾਲਕਾ ਕਿਤੇ 7-8 ਕਿੱਲੇ ਨਾਲ ਲੱਗੇ ਨੇ। ਮਹਾਰਾਜ ਕਹਿੰਦੇ ਵੇਖ, ਸਤਿਗੁਰੂ ਕਹਿੰਦੇ ਵੇਖ ਕਿ ਮੂਰਖ ਰਾਵਣ ਕਿਆ ਲੈ ਗਿਆ, ਕੁਛ ਨਹੀਂ ਲੈ ਕੇ ਗਿਆ। ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਖਾਲੀ ਹੀ ਗਿਆ ਹੈ। ਬਿਨ ਨਾਵੇ ਜਗ ਕਮਲਾ ਫਿਰੇ, ਕਮਲੇ ਨੇ ਸਾਰੇ ਨਾਮ ਤੋਂ ਬਿਨਾ। ਮਾਇਆ ਮਮਤਾ ਮੋਹਣੀ ਜਿਣ ਵਣ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਗੁਰੂ ਸਾਹਿਬ ਕਹਿੰਦੇ ਇਹ ਮੋਹਣੀ ਮਮਤਾ ਨੇ ਭਾਈ ਬਿਨਾ ਦੰਤਾਂ ਤੋਂ ਸੰਸਾਰ ਨੂੰ ਖਾ ਲਿਆ। ਇਸੇ ਕਰਕੇ ਭਗਤ ਜੀ ਕਹਿੰਦੇ ਨੰਗੇ ਪੈਰੀ ਜਾਂਦੇ ਐ। ਜਿਨ ਕੇ ਲੱਖ ਕਰੋੜ, ਜਿਨ ਕੇ ਲੱਖ ਕਰੋੜ, ਜਿਨ੍ਹਾਂ ਕੋਲ ਲੱਖਾਂ ਕਰੋੜਾਂ ਮਾਣ ਹੁੰਦਾ ਸੀ ਸੇਵਾ ਭਗਤੀ ਕਰੀਏ। ਸਾਨੂੰ ਤੇ ਸਾਡੇ ਕੋਲ ਤੇ ਬੜੇ ਸੁੱਖ ਸਾਧਨ ਨੇ। ਇਸੇ ਕਰਕੇ ਸੁੱਖਾ ਸਾਧਨਾ 'ਚ ਪਏ ਹੋਣੇ ਕਰਕੇ ਭਗਤੀ ਨਹੀਂ ਕਰਦੇ, ਸੰਗਤ ਦੇ ਜੋੜੇ ਨਹੀਂ ਝਾੜਦੇ, ਸੇਵਾ ਨਹੀਂ ਕਰਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਪ੍ਰਤੱਖ ਸੇਵਾ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ ਉਹ ਭਾਈ ਮਾਣ ਹੰਕਾਰ ਹੁੰਦਾ ਸੀ, ਬੜੇ ਅਮੀਰ ਹਾਂ। ਉਹਨਾਂ ਨੂੰ ਟੇਕ ਹੁੰਦੀ ਹੈ ਕਿ ਜਿਵੇਂ ਅਸੀਂ ਮਾਇਆ ਦੇ ਕੇ ਕੰਮ ਕਰਾ ਲੈਂਦੇ ਨਾ ਸਾਰਿਆਂ ਤੋਂ, ਖਣੀ ਕਿਤੇ ਪਰਲੋਕ ਵਿੱਚ ਵੀ ਮਾਇਆ ਕੰਮ ਆ ਜੂਗੀ। ਇਦਾਂ ਹੀ ਹੈ ਨਾ, ਜਿਨ੍ਹਾਂ ਕੋਲ ਲੱਖਾਂ ਕਰੋੜਾਂ ਨੇ ਉਹ ਮਾਇਆ ਦੇ ਕੇ ਕੰਮ ਕਰਨ ਨਾ, ਵੱਡੇ ਤੋਂ ਵੱਡਾ ਕੰਮ ਵੀ ਮਾਇਆ ਦੇ ਕੇ ਕਰਾ ਲੈਂਦੇ ਹੈ। ਪਰ ਗੁਰੂ ਸਾਹਿਬ ਕਹਿੰਦੇ ਜਦੋਂ ਕਰਮਾਂ ਦੀ ਮਾਰ ਪੈਂਦੀ ਏ ਉਦੋਂ ਫਿਰ ਮਾਇਆ ਨਹੀਂ ਚੱਲਦੀ। ਮਾਇਆ ਤੇ ਸਾਧ ਸੰਗਤ ਜੀ ਬੜਿਆਂ ਕੋਲ ਹੈ, ਚੱਕੀ ਫਿਰਦੇ ਨੇ ਬੜੇ ਲੋਕ ਮਾਇਆ। ਹਸਪੀਟਲਾਂ ਦੇ ਵਿੱਚ ਸਾਡਾ ਬੱਚਾ ਹੀ ਠੀਕ ਕਰ ਦੋ, ਮੇਰੀ ਮਾਂ ਠੀਕ ਕਰ ਦੇ, ਡਾਕਟਰ ਮੇਰਾ ਪਿਤਾ ਠੀਕ ਕਰ ਦੇ, ਮੇਰੀ ਘਰ ਵਾਲੀ ਪਤਨੀ ਠੀਕ ਕਰ ਦੇ ਤੂੰ। ਤੇ ਮਾਇਆ ਤੇ ਬੜੇ ਚੱਕੀ ਫਿਰਦੇ ਐ, ਪਰ ਕਰਮਾਂ ਦੀ ਮਾਰ ਪਈ ਹੋਈ ਹੈ। ਕੋਈ ਭਜਨ ਹੀ ਨਹੀਂ ਕੀਤਾ, ਕੋਈ ਸੇਵਾ ਹੀ ਨਹੀਂ ਕੀਤੀ ਸਾਧ ਸੰਗਤ ਜੀ। ਇਸੇ ਕਰਕੇ ਉਹਨਾਂ ਨੂੰ ਟੇਕ ਹੁੰਦੀ ਹੈ ਮਾਇਆ ਤੇ, ਤਾਂ ਕਰਕੇ ਭਜਨ ਨਹੀਂ ਕਰਦੇ, ਵਾਹਿਗੁਰੂ ਦਾ ਜਸ ਨਹੀਂ ਕਰਦੇ। ਨੰਗੇ ਪਾਵੋ ਤੇ ਗਏ, ਨੰਗੇ ਪੈਰੀ ਜਾਂਦੇ ਐ ਤੇ ਗਏ। ਉਹ ਤੇ ਗਏ ਭਾਈ ਆਤਮਿਕ ਜੀਵਨ ਤੋਂ ਮਰ ਗਏ ਐ ਉਹ ਤਾਂ, ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਨੇ। ਕਿਉਂ? ਉਹਨਾਂ ਨੂੰ ਹੰਕਾਰ ਹੈ। ਲੱਖ ਕਰੋੜ ਰੱਖਣਾ ਮਾੜੀ ਗੱਲ ਨਹੀਂ ਹੈ। ਇਹ ਦੂਜੇ ਪਾਸੇ ਨਹੀਂ ਚੱਲ ਜਾਣਾ ਵੀ ਮਹਾਰਾਜ ਕਹਿੰਦੇ ਲੱਖ ਕਰੋੜ ਨਾ ਰੱਖੋ, ਨਾ, ਲੱਖਾਂ ਕਰੋੜ ਰੱਖੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਤਾਂ ਮੱਖਣ ਸ਼ਾਹ ਬਾਣੇ ਉਸ ਵੇਲੇ ਦੇ ਜਹਾਜ਼, ਉਹਨਾਂ ਦੇ ਜਹਾਜ਼ ਚੱਲਦੇ ਐ। ਬੜੇ ਅਮੀਰ ਸੀ ਬਾਬਾ ਮੱਖਣ ਸ਼ਾਹ ਲਵਾਣਾ ਜੀ। ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਸਿੱਖ ਹੋਏ ਨੇ, ਜਿਨ੍ਹਾਂ ਨੇ ਬਾਬੇ ਬਕਾਲੇ ਦੀ ਜਗ੍ਹਾ ਤੇ ਥਾਂ ਤੇ ਆ ਕੇ ਗੁਰੂ ਲਾਧੋਰੇ ਦਾ ਬਚਨ ਕੀਤਾ ਆ। ਸੱਚਾ ਗੁਰੂ ਲਾਧੋਰੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਸਾਧ ਸੰਗਤ ਜੀ ਇਸੇ ਕਰਕੇ ਅਮੀਰ ਹੋਣਾ ਮਾੜੀ ਗੱਲ ਨਹੀਂ ਹੈ, ਪਰ ਮਾਣ ਹੰਕਾਰ ਕਰਕੇ ਮੋਹ ਕਰਕੇ ਤੂੰ ਸਤ ਸੰਗਤ ਨਾ ਕਰੇ, ਫਿਰ ਤੇਰੇ ਵਰਗਾ ਮੂਰਖ ਕੋਈ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਇਉਂ ਸਤਿਗੁਰੂ ਜੀ ਦੱਸਦੇ ਹਨ।
ਕਬੀਰ ਇਹੋ ਤਨ ਜਾਏਗਾ। ਭਗਤ ਕਬੀਰ ਸਾਹਿਬ ਕਹਿੰਦੇ ਭਾਈ ਤੇਰਾ ਸਰੀਰ ਨਾਸ਼ ਹੋ ਜਾਏਗਾ। ਕਵਨੇ ਮਾਰਗ ਲਾਏ। ਇਸ ਕਰਕੇ ਤੂੰ ਕਿਹੜੇ ਰਸਤੇ ਤੇ ਲਾਉਣਾ ਕੀਤਾ? ਕਵਨੇ ਮਾਰਗ ਲਾਏ, ਕਿਹੜੇ ਰਸਤੇ ਤੇ ਲਾਇਆ? ਸਰੀਰ ਤਾਂ ਤੇਰਾ ਨਾਸ਼ਵੰਤ ਹੈ, ਮਾਇਆ ਦੇ ਸੁਖ ਸਾਧਨ ਤਾਂ ਨਾਸ਼ਵੰਤ ਨੇ। ਗੁਰੂ ਸਾਹਿਬ ਕਹਿੰਦੇ ਖਿਨਮੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਜਿੰਨੇ ਵੀ ਮਾਇਆ ਦੇ ਭੋਗ ਪਦਾਰਥ ਨੇ, ਨਾ ਕਉ ਲੈ ਆਇਓ ਇਹ ਧਨ, ਨਾ ਕਉ ਲੈ ਜਾਤ। ਨਾ ਦੁਨੀਆ ਤੇ ਧਨ ਲੈ ਕੇ ਆਇਆ ਆ, ਨਾ ਧਨ ਇਸ ਸੰਸਾਰ ਤੋਂ ਲੈ ਕੇ ਜਾਣਾ। ਰਾਵਣ ਹੋਂ ਤੇ ਅਧਿਕ ਛਤਰਪਤ, ਰਾਵਣ ਤੋਂ ਕਿਤੇ ਵੱਡੇ ਛਤਰ ਧਾਰੀ ਸਨ। 12 ਜੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ। ਉਸ ਦੇ ਸਰੀਰ ਨੂੰ ਵੀ ਇੱਲਾ ਗਿਰਜਾ ਨੇ ਨਹੀਂ ਖਾਦਾ, ਜਿਹੜਾ ਖਣੀ ਮਾਸ ਖਾਣ ਵਾਲਾ ਜੀਵ ਹੈ। ਮਾਸ ਖਾਣ ਵਾਲਿਆਂ ਜੀਵਾਂ ਨੇ ਵੀ ਉਸ ਦੇ ਸਰੀਰ ਨੂੰ ਨਹੀਂ ਖਾਦਾ। ਕਿਉਂ? ਕਿਉਂਕਿ ਕਹਿੰਦੇ ਇਹ ਹੰਕਾਰੀ ਹੈ। ਮੇਰੀ ਮੇਰੀ ਕੈਰੋ ਕਾਤੇ ਦਰਯੋਧਨ ਸੇ ਭਾਈ, 12 ਜੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ। ਸਰਬ सोइन की लंका होती, रावण से अधकाई। कहाँ भयो दर बांधे हाथी, खिन में भई पराई। रावण होते अधक छत्रपद, खिन में गए बिलात। ਮਹਾਰਾਜ ਕਹਿੰਦੇ ਇੱਕ ਛਣ ਵਿੱਚ ਭਾਈ ਉਹ ਨਾਸ਼ ਹੋ ਗਏ। ਇਸ ਸੰਸਾਰ ਤੇ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ ਆ, ਦੁਨੀਆ ਤੋਂ ਕੀ ਲੈ ਕੇ ਜਾਣਾ? ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਤਜ ਅਬਮਾਨ ਲੇਹੋ ਮਨ ਮੋਲ, RAM ਨਾਮ ਹਿਰਦੇ ਮਹਿ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਫਿਰ ਕੀ ਆਖੇਗਾ? ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰ ਗਏ ਸੋਏ। ਪਰ ਗੁਰੂ ਸਾਹਿਬ ਕਹਿੰਦੇ ਇਹ ਵਾਪਾਰ ਵਿਰਲਾ ਵਾਪਾਰ ਹੈ, ਇਹ ਕੋਈ ਵਿਰਲਾ ਹੀ ਹੈ। ਸਾਧ ਸੰਗਤ ਜੀ ਸਤ ਸੰਗਤ ਦੇ ਵਿੱਚ ਬੈਠੇ ਆ, ਮਹਾਰਾਜ ਗੁਰੂ ਸਾਹਿਬ ਕਹਿੰਦੇ ਨਾਮ ਜਪਣ ਵਾਲੇ ਅਭਿਆਸੀ ਸਤ ਸੰਗਤ ਦੇ ਵਿੱਚ ਆ ਕੇ ਨਾਮ ਧਨ ਇਕੱਠੇ ਕਰਨ ਵਾਲੇ ਤੇ ਕੋਈ ਵਿਰਲੇ ਨੇ। ਇਹ ਵਾਪਾਰ ਵਿਰਲਾ ਵਾਪਾਰ ਹੈ। ਨਾਨਕ ਤਾ ਕਹਿ ਸਾਧੂ ਬਲਹਾਰ। ਮੈਂ ਬਲਹਾਰ ਜਾਣਾ, ਗੁਰੂ ਅਰਜਨ ਸਵਾਮੀ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਉਹਦੇ ਤੋਂ। ਇਸੇ ਕਰਕੇ ਤਾਂ ਸਰੀਰ ਤਾਂ ਨਾਸ਼ਵੰਤ ਹੈ। ਮਹਾਰਾਜ ਕਹਿੰਦੇ ਕਵਨੇ ਮਾਰਗ ਲਾਏ, ਤੂੰ ਕਿਹੜੇ ਰਸਤੇ ਤੇ ਲਾਉਣਾ ਕੀਤਾ? ਸਵਾਲ ਹੋ ਗਿਆ ਜੀ ਕਿਹੜੇ ਰਸਤੇ ਤੇ ਲਾਇਆ ਕਰੀਏ? ਕੈ ਸੰਗਤ ਕਰ ਸਾਧਕੀ। ਮਹਾਰਾਜ ਕਹਿੰਦੇ ਤੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰ। ਸ੍ਰੇਸ਼ਟ ਮਹਾਤਮਾ ਜਿਹੜੇ ਸ੍ਰੇਸ਼ਟ ਨੇ, ਵਿਦਵਾਨ ਗਿਆਨੀ ਮਹਾਤਮਾ ਨੇ, ਉਹਨਾਂ ਦੀ ਸੰਗਤ ਕਰ। ਕਹਿ ਹਰ ਕੇ ਗੁਣ ਗਾਏ। ਜਾਂ ਤੂੰ ਵਾਹਿਗੁਰੂ ਦੇ ਗੁਣ ਗਾਇਆ ਕਰ। ਫਿਰ ਪੜ੍ਹਦੀ ਕਹਿ ਸੰਗਤ ਕਰ ਸਾਧਕੀ। ਜਿਹੜੇ ਗੁਰੂ ਸਾਹਿਬ ਜੀ ਮਨ ਨੂੰ ਸਾਧਨ ਵਾਲੇ ਆ, ਜਿਨ੍ਹਾਂ ਦਾ ਗਿਆਨ ਮਨ ਨੂੰ ਸਾਧਨ ਵਾਲਾ ਆ, ਗੁਰੂ ਸਾਹਿਬ ਕਹਿੰਦੇ ਉਹਨਾਂ ਦੀ ਸੰਗਤ ਕਰ ਤੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ। ਗੁਰੂ ਸਾਹਿਬ ਦੀ ਸੰਗਤ ਕਰਕੇ ਕਹਿ ਹਰ ਕੇ ਗੁਣ ਗਾਏ, ਆਪਣੀ ਰਸਨਾ ਦੇ ਨਾਲ ਉਸ ਦੇ ਗੁਣਾਂ ਨੂੰ ਗਾਇਆ ਕਰ। ਇਉਂ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਮਹਾਰਾਜ ਨੇ ਬਚਨ ਉਚਾਰਨ ਕੀਤੇ ਐ, ਇਹ ਆਪ ਜੀ ਨੇ ਸਰਵਣ ਕੀਤੇ ਨੇ। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ, ਸੁਣਿਆ ਹੋਇਆ ਉਪਦੇਸ਼ ਸਾਡੇ ਮਨ ਤੇ ਤਨ ਤੇ ਬੈਠ ਜਾਵੇ, ਸਾਡੇ ਮਨ ਤਨ ਅੰਦਰ ਘਰ ਕਰ ਜਾਵੇ, ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਜਿਸ ਵਖਰ ਕੋ ਲੈਣ ਤੂੰ ਆਇਆ, ਜਿਸ ਨਾਮ ਰੂਪੀ ਸੌਦੇ ਨੂੰ ਤੂੰ ਲੈਣ ਵਾਸਤੇ ਆਇਆ, RAM ਨਾਮ ਸੰਤਨ ਘਰ ਪਾਇਆ। ਉਹ ਭਾਈ ਰੱਬ ਦੇ ਪਿਆਰਿਆਂ ਸੰਤਾਂ ਦੇ ਘਰ ਜਾ ਕੇ, ਭਾਵ ਸੰਤਾਂ ਦਾ ਘਰ ਕੀ ਹੈ? ਸਤ ਸੰਗਤ। ਉਸ ਸਤ ਸੰਗਤ ਰੂਪੀ ਘਰ ਵਿੱਚ ਜਾ ਕੇ, ਜਿਵੇਂ ਮਹਾਰਾਜ ਕਹਿੰਦੇ ਸੰਤ ਕੀ ਸੇਵਾ ਹਰ ਨਾਮ ਧਿਆਈ ਹੈ। ਇਹ ਨਹੀਂ ਸੰਤਾਂ ਕੋਲ ਜਾ ਕੇ ਕੇਲੇ ਕੁਲੇ ਖਾ ਕੇ ਮੁੜ ਆਈਏ। ਸਾਧ ਸੰਗਤ ਜੀ ਕਿਤੇ ਉਹ ਤਾਂ ਜੀ ਬਾਹਲਾ ਪ੍ਰਸ਼ਾਦ ਦਿੰਦੇ ਹੈ, ਸੇਬਾਂ ਦਾ ਪ੍ਰਸ਼ਾਦ ਦਿੰਦੇ ਆ ਜੀ, ਉੱਥੇ ਕੇਲਿਆਂ ਦਾ ਪ੍ਰਸ਼ਾਦ ਦਿੰਦੇ, ਉੱਥੇ ਬੜੀ ਮਠਿਆਈ ਚੜ੍ਹਦੀ ਹੈ। ਖਾ ਪੀ ਕੇ ਨਾ ਮੁੜ ਆਇਆ ਕਰੀਏ। ਸੰਤ ਕੀ ਸੇਵਾ ਹਰ ਨਾਮ ਧਿਆਈ ਹੈ, ਮਹਾਰਾਜ ਦਾ ਬਚਨ ਹੈ ਸੁਖਮਣੀ ਸਾਹਿਬ ਵਿੱਚ। ਅਸਲ ਵਿੱਚ ਸੰਤਾਂ ਦੀ ਸੇਵਾ ਹੀ ਹਰੀ ਦਾ ਨਾਮ ਧਿਆਉਣਾ ਹੈ। ਜਿਹੜਾ ਹਰੀ ਦਾ ਨਾਮ ਧਿਆਉਣਾ ਨਾ, ਸਾਰਿਆਂ ਸੰਤਾਂ ਦੀ ਸੇਵਾ ਕਰ ਲਈ ਉਹਨੇ। ਮਹਾਰਾਜ ਕਹਿੰਦੇ ਇਉਂ ਬਚਨ ਆਉਂਦਾ ਗੁਰਬਾਣੀ 'ਚ। ਸੰਤ ਕਹਿੰਦੇ ਅੰਮ੍ਰਿਤ ਵੇਲੇ ਉੱਠ, ਖੰਡੇ ਬਾਟੇ ਦਾ ਅੰਮ੍ਰਿਤ ਛਕ, ਭਜਨ ਕਰ। ਬਚਨ ਤਾਂ ਮੰਨਦਾ ਨਹੀਂ ਹੈ ਤੇ ਸੇਬ ਕੇਲੇ ਖਾ ਕੇ ਮੁੜ ਆਉਂਦਾ ਆ। 4-5 ਸੇਬ ਕੇਲੇ ਨਾਲ ਲਿਆਉਂਦਾ, ਕਹਿੰਦੇ ਜੀ ਬੱਚਾ ਬਿਮਾਰ ਹੈ, ਉਹ ਬਹਾਨੇ ਲਾਈ ਜਾਣਗੇ। ਖਾਣੇ ਤੇ ਆਪ ਹੁੰਦੇ ਆ ਨਾ, ਲੱਭ ਪਿਆ ਹੋਇਆ ਖਾਣ ਦਾ। ਮਹਾਰਾਜ ਦੱਸਦੇ ਇਹ ਨਹੀਂ ਕਰਨਾ ਭਾਈ।
ਉਹਨਾਂ ਦਾ ਬਚਨ ਮੰਨਣਾ, ਸਿਰ ਮੱਥੇ ਬਚਨ ਮੰਨਣਾ ਆ। ਇਉਂ ਗੁਰੂ ਸਾਹਿਬ ਜੀ ਨੇ ਆਖਿਆ, ਆਪ ਜੀ ਨੇ ਸਰਵਣ ਬਚਨ ਇਹ ਸਰਵਣ ਕੀਤੇ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਰੱਬ ਦੇ ਗੁਣ ਗਾਈਏ, ਫਿਰ ਸਾਧ ਸੰਗਤ ਜੀ ਪਾਰੋ ਉਤਾਰਾ ਹੋ ਜਾਏਗਾ ਸਾਡਾ। ਇਹ ਮਹਾਰਾਜ ਜੀ ਨੇ ਬਚਨ ਉਚਾਰਿਆ। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਥਾ ਵਿਚਾਰ ਕਰਦੇ ਆ। ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਗਈਆਂ। ਸੱਚੇ ਪਾਤਸ਼ਾਹ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਸੰਗਤ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਇਹੋ ਤਨ ਜਾਏਗਾ, ਕਵਨੇ ਮਾਰਗ ਲਾਏ। ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ।